ਕਰਨੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1066 ਤੋਂ ਅੱਗੇ ਪਾਠ ਕਰਨਾ। ਮਾਰੂ ਰਾਗ ਦੀ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 22ਵੇਂ ਸੋਲੇ ਦੇ 10 ਪਦਿਆਂ ਤੱਕ ਦੇ ਪਾਠ ਪਹਿਲਾਂ ਹੋ ਚੁੱਕੇ ਹਨ। ਅੱਜ ਅੱਗੋਂ ਪਾਠ ਕਰਨਾ ਹੈ। इस काया की कीमत किने न पाई, मेरे ठाकुर ए बनत बनाई। गुरमुख होवे सो काया सो धै, आपे आप मिलाएंदा। इस काया की कीमत किने न पाई, मेरे ठाकुर ए बनत बनाई। गुरमुख होवे सो काया सो धै, आपे आप मिलाएंदा। इस काया की कीमत किने न पाई। इस काया दी कीमत तो पावे कदर, इस नूं समझिया नहीं। काया तो असी की कर सकते सां, ना समझण दे कारण की करते रहते हैं। कहंदे किन्ने ना पाई, किसी ने भी नहीं पाई। सारे ही भुलेखे विच बहुत सारियां तो पावे बहु गिनती दे दो। इस काया की कीमत किने ना पाई, मेरे ठाकुर मेरे ठाकुर ने प्रारे नुसियारी है ए बनत बनाई। ए व्योंत ए खेड ऐसी ते मुताबिक बनाई है, ए मर्यादा बनाई है। किस तरीके दे नाल बनाई है? गुरमुख होवे सो काया सो धै, आपे आप मिलाएंदा। मेरे ठाकुर ने, उस परमात्मा ने ए व्योंत ऐसी तरीके नाल बनाई है। गुरमुख होवे सो काया सो धै, कहंदे जेड़ा गुरु दी शरण विच आंदा है, गुरु दे शब्द नाल जो जुड़ना करता है, गुरु दी सिक्ख्यावां ग्रहण करता है, गुरु दे हुक्म नूं जो बुझ लैंदा है। गुरमुख होवे सो काया सो धै, कहंदे नो अपनी काया नूं सोध लैंदा है। अपनी काया नूं सोधन तो की भाव है? ਅਸੀਂ ਧਿਆਨ ਦੇਈਏ, ਸਵੇਰੇ ਉੱਠਦੇ ਸਾਰੀ ਸਾਡੀ ਸੋਚ ਸਾਡੀ ਸਮਝ ਜਿਹੋ ਜਿਹੀ ਹੁੰਦੀ ਹੈ, ਅਸੀਂ ਉਹੋ ਜਿਹੇ ਸਰੀਰਕ ਕਾਰ ਵਿਹਾਰ ਆਰੰਭ ਕਰ ਦਿੰਦੇ ਹਾਂ ਤੇ ਨਿੱਤਾ ਪ੍ਰਤੀ ਉਹੀਓ ਸਾਡੀ ਰੂਟੀਨ ਬਣੀ ਰਹਿੰਦੀ ਹੈ। ਅਖੀਰ ਵੀ ਰਾਤ ਵੇਲੇ ਥੱਕਦੇ ਆ, ਸੋ ਜਾਂਦੇ ਆ, ਸਵੇਰੇ ਉੱਠਦੇ ਆ, ਰੂਟੀਨ ਉਹੀਓ ਬਣੀ ਹੋਈ ਹੈ। ਹੁਣ ਕਾਇਆ ਸੋਧੇ, ਕਾਇਆ ਸੋਧਨ ਤੋਂ ਕੀ ਭਾਵ ਹੈ? ਕਿ ਆਪਣੇ ਕਰਮਾਂ ਨੂੰ ਸਵਾਰ ਲਵੇ। लेकिन कर्मां नूं किस तरह सवारे? मन मैला सब कुछ मैला, तन धोते मन अच्छा ना हो। जदों गुरु दे शब्द दे राही मन नूं सवार लैंदा ते तन दे कार अपने आप सवर जांदे। मन नूं पहले सोधना। तिथे घड़िए सुरत मत मन बुद्ध, पहले सुरत घड़ी जानी है, फिर मत आनी है। सुरत दे घड़े जान ते मत आनी है। मत दे आया मन ने सवरना है, ते जदों मन संवेगा बुद्ध आएगी। बरीक बरीक जे फर्क हैं सारियां विच। तिथे घड़ी है सुरत। सुरत की है? साडी सोचनी जिथे टिकी रहती है, सुरत है साडी। सुरत जिथे टिक गई ਅਸੀਂ ਉਹ ਸੋਚਦੇ ਰਹਿੰਦੇ ਹਾਂ। ਜੋ ਜਿੱਥੇ ਸੁਰਤ ਟਿੱਕੀ ਹੋਏ ਉਹੋ ਜੀ ਮਤ ਬਣਦੀ ਰਹਿੰਦੀ ਹੈ, ਉਹੋ ਜੀ ਸਮਝ ਬਣਦੀ ਰਹਿੰਦੀ ਹੈ। ਮਤ ਤੋਂ ਭਾਵੇਂ ਸਮਝ, ਔਰ ਜਿਹੋ ਜੀ ਸਮਝ ਬਣਦੀ ਹੈ ਉਹੋ ਜੇ ਮਨ ਦੇ ਵਿੱਚ ਵਿਚਾਰ ਆਉਂਦੇ ਰਹਿੰਦੇ ਆ, ਉਹੋ ਜਿਹਾ ਮਨ ਬਣਦਾ ਰਹਿੰਦਾ, ਔਰ ਜਿਹੋ ਜਿਹਾ ਮਨ ਬਣਦਾ ਹੈ ਉਹੋ ਜੀ ਸਾਡੀ ਬੁੱਧ ਤਿਆਰ ਹੁੰਦੀ ਹੈ। ਇਹ ਸਾਰੀ ਖੇਡ ਜਿਹੜੀ ਹੈ ਗੁਰੂ ਸਾਹਿਬ ਨੇ ਸਮਝਾਉਣਾ ਕੀਤੀ ਹੈ। गुरु साहब बार बार सानू समझाना कर रहे हैं। गुरमुख होवे सो काया सोधे, अपने कर्मां नूं सवार लैंदा है। आपे आप मिलाएंदा, आपे आप मिलाएंदा पाओ, अपने आपा पाओ नूं
आप ही अंदर ही समेट लेंदा है। या इंज समझ लईए कि उस परमात्मा ने विਉਂਤ ਇਹੋ ਜਿਹੀ ਬਣਾਈ ਏ ਜਦੋਂ ਮਨ ਦੇ ਵਿੱਚੋਂ ਆਪਾ ਭਾਵ ਨਿਵਰਦਾ ਹੈ ਤਾਂ ਉਹ परमात्मा ਆਪਣੇ ਨਾਲ ਆਪ ਹੀ ਮਿਲਾ ਲੈਂਦਾ ਹੈ। ਜੀ ਹਰਵਿੰਦਰ ਵੀਰ ਜੀ। इस काया की कीमत किने ना पाई, दिस अपॉर्चुनिटी कॉल्ड एज द ह्यूमन लाइफ जिन्हों कह लो, ਜਿਹੜਾ ਤੈਨੂੰ ਬਹੁਤ ਬੇਸ਼ਕੀਮਤੀ ਅਵਸਰ, ਬਹੁਤ ਬੇਸ਼ਕੀਮਤੀ ਜਿਹੜਾ ਤੈਨੂੰ ਸਮਾਂ ਮਿਲਿਆ ਹੈ, ਤਾਂ ਮਨੁੱਖਾ ਦੇਹੀ ਵਾਲਾ ਜੋ ਤੈਨੂੰ ਮਿਲਿਆ ਨਾ, ਕਹਿੰਦਾ ਇਸ ਕਾਇਆ ਕੀ ਕੀਮਤ ਜਿਹੜੀ ਹੈ ਨਾ, ਕਿਉਂਕਿ ਜੋ ਕੁਝ ਕਰਨਾ ਹੈ ਨਾ ਤੂਨੇ ਇਹ ਕਾਇਆ ਦੇ ਹੁੰਦਿਆਂ ਹੀ ਤੂੰ ਕਰ ਸਕਣਾ, ਅਦਰਵਾਈਜ਼ ਕੁਝ ਨਹੀਂ ਕਰ ਸਕੇਗਾ। ਕਹਿੰਦਾ ਜੋ ਕੁਝ ਕਰੇ ਸੋਈ ਅਬ ਸਾਰ, ਫਿਰ ਪਛਤਾਵੋ ਨਾ ਪਾਵੋ ਪਾਰ। ਕਾਇਆ ਦੇ ਹੁੰਦਿਆਂ, ਕਿਉਂ ਬਾਣੀ ਬੜਾ ਸਪਸ਼ਟ ਹੈ, ਬੇਨੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਕਿਹੜੀ ਮੁਕਤੀ ਮਿਲ ਜਾਣੀ ਹੈ ਤੈਨੂੰ? ਜੋ ਸਵਾਰਨਾ ਹੀ ਨਾ, ਜੋ ਆਪਣੇ ਕਾਰਜ ਸਵਾਰਨੇ ਆ, ਉਹ ਇੱਥੇ ਹੁੰਦਿਆਂ ਹੋਇਆਂ, ਜਦ ਤੱਕ ਉਹ ਜਬ ਲਗ ਜੋਤ ਕਾਇਆ ਮੈਂ ਵਰਤੈ, ਉਹਨਾਂ ਚਿਰ ਤੱਕ ਜੋ ਸਵਾਰ ਸਕਣਾ ਆਪਣਾ ਸਵਾਰ ਲੈ। ਵੀ ਉਹ ਕਹਿੰਦੇ ਫਿਰ ਇਹ ਅਵਸਰ ਚਰੇ ਨਾ ਹਾਥਾ, ਫਿਰ ਇਹ ਮੌਕਾ ਜਿਹੜਾ ਹੈ ਨਾ, ਇਹ ਮੌਕਾ ਘੜੀ ਘੜੀ ਜਿਹੜਾ ਹੈ ਨਾ ਉਹ ਨਹੀਂ ਮਿਲਣਾ, ਇਹ ਮੌਕਾ ਹੀ ਤੇ ਮਿਲਿਆ, ਇਹ ਕਾਇਆ ਜਿਹੜੀ ਮਿਲੀ ਹੈ ਸਾਨੂੰ ਨਾ, ਕਹਿੰਦਾ ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਾਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ, ਬਹੁ ਬਿਦ ਕਹੋ ਪੁਕਾਰ ਪੁਕਾਰ। ਜਿਹੜਾ ਬੜੇ ਕਹਿੰਦੇ ਇਸ ਕਾਇਆ ਕੀ ਕੀਮਤ, ਉਹ ਬੜਾ ਬੇਸ਼ਕੀਮਤੀ ਇੱਕ ਤੇ ਜਿਹੜਾ ਮੌਕਾ ਮਿਲਿਆ ਹੈ ਨਾ, ਕਹਿੰਦੇ ਮਾਨਸ ਦੇ ਬੋਹਰ ਨਹਿ ਪਾਵੇ, ਕਛੂ ਉਪਾਓ ਮੁਕਤ ਕਾ ਕਰ ਰਹੇ। ਇਹ अपॉर्चुनिटी फिर नहीं मिलने वाली। काया की कीमत किन इतनी बेशकीमती जड़ी, कहते भाई अमूल आवे अमूल ले जावे, तेरा आना अमूलक हो जाएगा, प्राइसलेस हो जाएगा। कि गुरप्रीत वीर जी कुछ दिन पहले एक शब्द कोट करते थे, कहते मानस जन्म दुलंभ है, होए ना बारंबार, जो बन फल पाके भोए गिरे, बोहर ना लागे डार। इसनू इनकैश कर ले, ਜਿਹੜਾ ਹੁਣ ਜੋ ਮਿਲਿਆ ਹੀ ਨਾ ਤੈਨੂੰ, ਇਹ ਮਨੁੱਖਾ ਦੇ ਹੀ ਮਿਲੀ ਆ। ਕਹਿੰਦਾ ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ, ਕਹਿੰਦਾ ਮੇਰੇ ਠਾਕੁਰ ਇਹ ਬਣਤ ਬਣਾਈ, ਰੱਬ ਨੇ ਐਸੀ ਖੇਡ ਹੀ ਬਣਾ ਦਿੱਤੀ ਹੋਈ। ਸਾਰਾ ਸਟਾਰਟ ਹੀ ਹੋਇਆ ਸੀ ਵੀ ਨਿਰੰਕਾਰ ਆਕਾਰ ਉਪਾਇਆ, ਰੱਬ ਨੇ ਉਹਨੇ ਫਿਰ ਮਾਇਆ ਦਾ ਪਸਾਰਾ ਉਹਨੇ ਪਾ ਕੇ ਰੱਖਿਆ ਹੋਇਆ, ਫਿਰ ਗੁਰੂ ਸਰੂਪ ਉਹ ਜਿਹੜਾ ਮੈਂ ਕਹਿੰਦਾ ਬ੍ਰਹਮਾ ਜਿਹੜਾ ਉਹਨੇ ਤੈਨੂੰ ਦਿੱਤਾ ਹੋਇਆ। ਹੁਣ ਇਹ ਸਾਰਾ ਜਿਹੜਾ ਇਸ ਮਾਲਕ ਦੀ ਖੇਡ ਹੈ, ਕਹਿੰਦਾ ਮੇਰੇ ਠਾਕੁਰ, ਇਹ ਸਾਰੀ ਖੇਡ ਹੀ ਉਸ ਮਾਲਕ ਦੀ ਬਣਾਈ ਹੋਈ ਹੈ। ਮੇਰੇ ਠਾਕੁਰ ਇਹ ਬਣਤ ਬਣਾਈ, ਕਹਿੰਦਾ ਗੁਰਮੁਖ ਹੋਵੇ ਸੋ ਕਾਇਆ ਸੋਧ ਹੈ। ਜਿਹੜਾ ਬੰਦਾ ਗੁਰੂ ਦਾ ਅਨੁਸਾਰੀ ਹੋ ਜਾਵੇ, ਗੁਰੂ ਦੇ ਵੱਲ ਆਪਣਾ ਮੁਖ ਕਰ ਲਵੇ, ਗੁਰੂ ਦੀ ਅਗਵਾਈ ਨੂੰ ਆਪਣੇ ਜੀਵਨ ਵਿੱਚ ਕਬੂਲ ਕਰ ਲਵੇ ਨਾ, ਉਹ ਇਸ ਗੱਲ ਦਾ ਉਹ ਕਹਿੰਦਾ ਕਰਮੀ ਕਰਮੀ ਹੋਏ ਵਿਚਾਰ। ਮੈਂ ਆਪਣੇ ਕਰਮਾਂ ਨੂੰ, ਕਹਿੰਦਾ ਜੇ ਤੂੰ ਅਕਲ ਲਤੀਫ ਫਰੀਦਾ, ਜੇ ਤੂੰ ਅਕਲ ਲਤੀਫ, ਕਹਿੰਦਾ ਕਾਲੇ ਲਿਖ ਨਾ ਲੇਖ। ਉਹ ਕਾਇਆ ਸੋਧੇ ਪਾਉ ਮੇਰੇ ਕੋਲੋਂ, ਉਹ ਕਹਿੰਦਾ ਅਲਟੀਮੇਟਲੀ ਗੱਲ ਚਲਦੀ ਵੀ ਕਰਮਾਂ ਉੱਪਰ ਨਿਬੜੇ। ਜੇ ਲੋਚੇ ਸਭ ਕੋਏ, ਵੀ ਜੇ ਤੂੰ ਮਾੜੇ ਕਰਮ ਲਿਖ ਦਿੱਤੇ, ਹਾਂ ਕਹਿੰਦਾ ਕਰਮ ਭੂਮੇ ਬੋਵੋ ਨਾਮ, ਪੂਰਨ ਹੋਏ ਤੁਮਾਰਾ ਕਾਮ। ਇਹਦੇ ਚ ਨਾਮ ਦੇ ਬੀਜ ਬੀਜਨੇ ਸੀ। ਜੇ ਤੂੰ ਇਹਦੇ ਵਿੱਚ ਹਉਮੈ ਹੰਕਾਰ ਮਨਮਤ ਦੇ ਬੀਜ ਦਿੱਤੇ, ਤੇ ਤੇਰਾ ਸਾਰਾ ਹੈ ਤੇ ਬੜੀ ਕੀਮਤੀ। ਉਹ ਅੱਛਾ ਨਾਲ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਾਰੂ ਪਰ ਛਾਰੋ, ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਜੇ ਬੰਦਾ ਕਿਸੇ ਬਹੁਤ ਕੀਮਤੀ ਅਪੋਰਚੁਨਿਟੀ ਨੂੰ ਵੇਸਟ ਕਰ ਦੇਵੇ, ਖੜਾ ਪੁਕਾਰੇ ਪਾਤਨੀ ਬੇੜਾ ਕੱਪਰਵਾਤ। ਗੁਰੂ ਮੱਲਾ ਜਿਹੜਾ ਹੈ ਨਾ, ਉਹ ਤੇ ਤੁਹਾਨੂੰ ਪੁਕਾਰਦਾ ਪਿਆ, ਲੇਕਿਨ ਜੇ ਅਸੀਂ ਇਸ ਨੂੰ ਅਪੋਰਚੁਨਿਟੀ ਨੂੰ ਉਹ ਵਿਸਰ ਗਿਆ ਹੈ, ਮਰਨਾ ਹੈ, ਖਾਣਾ ਪੀਣਾ ਹੱਸਣਾ ਸੋਣਾ, ਅਸੀਂ ਇਹਦੇ ਵਿੱਚ ਅਸੀਂ ਜੋ ਉਹਨੂੰ ਇੰਡਲਜ ਕਰਕੇ ਤਰ੍ਹਾਂ ਇਹ ਮੌਕਾ ਗਵਾ ਦਈਏ। ਕਹਿੰਦਾ ਨਹੀਂ, ਕਹਿੰਦਾ ਜਿਹੜਾ ਗੁਰਮੁਖ ਹੋਵੇ ਨਾ, ਉਹ ਕਹਿੰਦਾ ਸੋਧਣਾ ਪਾਓ, ਠੀਕ ਕਰ ਲੈਣਾ। ਉਹਨੂੰ ਕਿਸੇ ਚੀਜ਼ ਨੂੰ ਠੀਕ ਠਾਕ ਕਰ, ਜੋ ਚੀਜ਼ ਵਿਗੜੀ ਹੋਈ ਉਹਨੂੰ ਠੀਕ ਕਰ ਦੇਣਾ, ਉਹਨੂੰ ਸੋਧ ਦੇਣਾ, ਉਹਨੂੰ ਕਰੈਕਟ ਰਸਤੇ ਤੇ ਲੈ ਕੇ ਆਉਣਾ। ਜਿਹੜਾ ਬੰਦਾ ਗੁਰਮੁਖ ਹੋ ਜਾਂਦਾ, ਜੋ ਕਾਇਆ ਵਾਲੇ ਪੱਖੋਂ ਅਸੀਂ ਜੋ ਪਰਉਪਕਾਰ ਦੇ ਕੰਮ ਕਰਨੇ ਚਾਹੀਦੇ ਸੀ ਨਹੀਂ ਕਰਦੇ ਪਏ, ਪਰਮਾਤਮਾ ਨੂੰ ਚੇਤੇ ਰੱਖ ਕੇ ਫਰੀਦਾ ਬੁਰੇ ਦਾ ਭਲਾ ਕਰਨਾ ਸੀ, ਪਰਤਰਿਆ ਰੂਪ ਨਾ ਪੇਖੇ ਨੇਤਰ ਕਰਨਾ ਸੀ, ਜੋ ਨਹੀਂ ਕਰਦੇ ਪਏ ਨਾ, ਜਿਹੜਾ ਬੰਦਾ ਗੁਰੂ ਦੇ ਅਨੁਸਾਰੀ ਹੋ ਜਾਂਦਾ ਹੈ, ਉਹ ਆਪਣੀ ਕਾਇਆ ਨੂੰ ਸੋਧ ਲੈਂਦਾ, ਉਸ ਨੂੰ ਵਿਕਾਰਾਂ ਵਾਲੇ ਪਾਸੋਂ ਭਰਮਾਂ ਵਾਲੇ ਪਾਸੋਂ ਉਹ ਜਿਹੜਾ ਨਾ ਉਹ ਰੋਕ ਲੈਂਦਾ ਹੈ। ਕਹਿੰਦਾ ਆਪੇ ਆਪ ਮਿਲਾ ਜਾਂਦਾ। ਗੁਰੂ ਕਹਿੰਦੇ ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ।
बाकी होर कोई तू अपने कर्मां दी पड़चोल कर, बंदे खोज दिल हर रोज, अंतरगत तीरथ मल ना हो। तेरे तेरे नित दी करे ਜਿਹੜਾ ਬੰਦਾ ਗੁਰਮੁਖ ਹੋ ਜਾਏਗਾ ਨਾ, ਉਹ ਆਪਣੇ ਹਰ ਕਰਮ ਨੂੰ ਜਦੋਂ ਵੀ ਕਰੇ, ਕਰਨ ਤੋਂ ਪਹਿਲਾਂ ਵੀ ਸੋਚੇਗਾ, ਕਰਨ ਤੋਂ ਬਾਅਦ ਵੀ ਕਸੌਟੀ ਲਗਾ ਕੇ ਦੇਖੇਗਾ ਕਿ ਇਹ ਗੁਰਮਤਿ ਦੀ ਕਸੌਟੀ ਤੇ ਖਰੀ ਉਤਰਦੀ, ਜੇ ਉਤਰਦੀ ਤੇ ਬੜੀ ਚੰਗੀ ਗੱਲ, ਜੇ ਨਹੀਂ ਤੇ ਆਪਣੇ ਜੀਵਨ ਨੂੰ ਸੋਧ, ਉਹਨੂੰ ਠੀਕ ਕਰ। ਉਹ ਕਿਸੇ ਗਲਤ ਬੜੀ ਕੀਮਤ, ਬੜਾ ਕੀਮਤੀ ਮੌਕਾ ਮਿਲਿਆ ਹੀ, ਇਹਨੂੰ ਅਜਾਈ ਨਾ ਜਾਣ ਦੇ। ਕਹਿੰਦੇ ਗੁਰਮੁਖ ਹੋਵੇ ਸੋ ਕਾਇਆ ਸੋਧ ਹੈ, ਕਹਿੰਦੇ ਆਪੇ ਆਪ ਮਿਲਾਇਨ ਦਾ। ਫਿਰ ਇਹ ਉਹ ਮਾਲਕ ਤੈਨੂੰ ਆਪਣੇ ਆਪ ਨਾਲ, ਉਹ ਤੂੰ ਮਨ ਉਸ ਮਾਲਕ ਦਾ ਸਰੂਪ ਬਣ ਕੇ ਜਾ ਸਕਣਾ। ਤੂੰ ਮਾਲਕ ਦੇ ਨਾਲ ਮਿਲ ਕੇ ਜਿਹੜਾ ਹੈ ਨਾ, ਤੇਰਾ ਸਾਰਾ ਜਿਹੜਾ ਕਾਜ ਜਿਹੜਾ ਤੇਰਾ, ਉਹ ਤੇਰਾ ਪੂਰਾ ਹੋ ਸਕਦਾ ਹੈ। ਹਾਂਜੀ ਧੰਨਵਾਦ ਵੀਰ ਜੀ, ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਆਪ ਜੀ ਨੇ। ਜੀ ਬਾਲਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਸਕਰੀਨ ਤੇ ਸ਼ਬਦ ਨਹੀਂ ਆ ਰਿਹਾ। हाँ बीर जी आ रहा है, आप जी लेफ्ट राइट करो, कई बार नेटवर्क प्रॉब्लम करके नहीं आता, आप जी लेफ्ट राइट करोगे स्क्रीन आ जाएगा वापस। चलो भूआ जी ਨੂੰ ਟਾਈਮ ਦਿਓ, ਮੈਂ ਕਰ ਦਿੰਦਾ। जी जी पुआ जी, तब तक आप जी विचार दे दो। इस काया की कीमत किने न पाई, मेरे ठाकुर ये बनत बनाई। उस एक मालक ने की बनाया, एक संसार बनाया, जो ब्रह्मंडे सो पिंडे, जो खोजे सो पाए। एक बाहर दा संसार है, एक अंदर दा भी संसार सी। उस काया रूपी संसार दे अंदर उस एक ने बनाया, जिस दे बारे साडे मन ने कदर ही नहीं कीता, अज्ञानता विच ही रहा। उस अंदर दी काया, उस अंदर दी सृष्टि दे बारे जो एक ने बनाया, पर वो विरला मन जिसने उस गुरु दी गल नूं, उस गुरु दी सिक्ख्या नूं, उसदे गुणां नूं जिस दिन उसने प्राप्त कर लिता उस मन ने, ते फिर वो खोज लैंदा है उस काया दे अंदर, उसनूं सोध लैंदा। किंज वो अपने विकारां तो मुक्त हो जाता है, मन खेड़े विच आ जाता है, चढ़दी कला विच आ जाता है, और फिर आपे आप मिलाए। ये अवस्था है जदों वो आप ही एक नाल मिल जाता है, पर वो तक जदों वो गुरमुख हो जाता है। हाँ जी, धन्यवाद बुआ जी, आप जी ने मन पे टुका के बड़े सुचज्जे ढंग नाल समझाना कीता। धन्यवाद आप जी दा। जी इकबाल वीर जी। हाँ जी। इस काया की कीमत किने ना पाई। काया की है जी, जिस विच मन में साचा, तन में मनुआ, मन में साचा। हुण इस काया दे विच मन भी रहिंदा है ते साचा भी रहिंदा है। हुण ये शरीर जिहड़ा हैगा, ये तीन हिस्से हो गए, एक कर्म इंद्रिय हो गए, एक ज्ञान इंद्रिय हो गए, ते एक वो करता जिन्हें सारी बनत बनाई। क्योंकि ये जिहड़ी काया है उस करते दी अंश है, को कबीर हम राम की अंश। इस काया की कीमत किने ना पाई, भाव के इस शरीर दी जो काया दे विच मन है जां साचा है, उस बाबत कोई पूर्ण रूप दे विच बिरला ही है कोई जान सकिया। भाव के इस दी वडियाई धनता जिहड़ी काया दी है, वो कोई बिरला ही समझदा है। क्यों? क्योंकि उस काया विच आके भी वो करते ना इकमिक होने का यतन नहीं करता, वो कारां विच ही वरसिया रहिंदा है। इस करके इहदी जिहड़ी कीमत है वो कोई विरला ही पा सकदा। तां ही गुरु साहब ने कहा किने ना पाई, मेरे ठाकुर ये बनत बनाई। ये काया दी बनत जिहड़ी है ठाकुर ने बनाई आ, पंचभू नायको आप सरंदा। क्योंकि पंज तत्त तो ये काया बनी है, ये पंजा तत्तां नूं बनाउण वाला करता है। पंचभू नायको, नायक कौन है? आप सरंदा। आप अकाल पुरख मालक जिहड़ा है, ये पंज तत्तां नूं घड़न वाला है, उसने ही बनाए हैं पंज तत्त। जिस पंजा तत्तां तो ये काया बनी है, इस करके ओदी बनत बनाई है, ये मालक दी है। मेरे ठाकुर ने ये बनत बनाई, ये खेड खेडी है। गुरमुख होवे सो काया सोधे। जिहड़ा गुरु दी शरण पै जांदा, ਉਹ ਫਿਰ ਜਦੋਂ ਕਾਇਆ ਨੂੰ ਸੋਧਦਾ ਕਿਵੇਂ ਆ? ਮਨ, ਵਚ, ਕਰਮ,
ਆਪਣੇ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਇਹਦੇ ਵਿੱਚ ਗੁਰੂ ਨੂੰ ਲੈ ਆਉਂਦਾ ਹੈ। ਗੁਰੂ ਦੀ ਸਿੱਖਿਆ ਉਪਦੇਸ਼ ਗੁਣਾਂ ਨੂੰ ਹੀ ਇਹਦੇ ਰਾਹੀਂ ਵਰਤਦਾ। ਜਦੋਂ ਇਸ ਮਨ ਬਚ ਕਰਮਾਂ ਦੇ ਵਿੱਚ ਗੁਰੂ ਆ ਜਾਂਦਾ ਹੈ ਤੋ ਸੁੱਧ ਹੈ, ਉਹ ਕਾਇਆ ਨੂੰ ਸੋਧ ਲੈਂਦਾ ਹੈ। ਉਹਦੀ ਕਾਇਆ ਫਿਰ ਕੀ ਹੋ ਜਾਂਦੀ ਹੈ? ਪਵਿੱਤਰ ਹੋ ਜਾਂਦੀ, ਨਿਰਮਲ ਹੋ ਜਾਂਦੀ, ਵਿਕਾਰਾਂ ਦੇ ਰਹਿਤ ਹੋ ਜਾਂਦੀ ਹੈ। ਤੇ ਜਦੋਂ ਜਿਹੜਾ ਜੀਵ ਗੁਰੂ ਦੀ ਸ਼ਰਨ ਪੈ ਕੇ ਆਪਣੇ ਕਾਇਆ ਨੂੰ ਖੋਦ ਲੈਂਦਾ ਹੈ, ਮਨ ਬਚ ਕਰਮਾਂ ਵਿੱਚ ਕਰਤੇ ਨੂੰ ਲੈ ਆਉਂਦਾ ਹੈ, ਫਿਰ ਕਰਤਾ ਕੀ ਰਹਿਮਤ ਕਰਦਾ ਹੈ? ਫਿਰ ਕਰਤਾ ਆਪੇ ਆਪ ਮਿਲਾ ਜਾਂਦਾ। ਫਿਰ ਕਰਤਾ ਜਿਹੜਾ ਹੈਗਾ ਇਸ ਗੁਰਮੁਖ ਨੂੰ, ਜਿਹੜਾ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਹੁਕਮ ਅਨੁਸਾਰ ਹੀ ਕਰਮ ਕਰਦਾ ਹੈ, ਆਪਣੇ ਨਾਲ ਮਿਲਾ ਲੈਂਦਾ, ਆਪਣੇ ਦਰ ਤੇ ਪ੍ਰਵਾਨਗੀ ਦੇ ਦਿੰਦਾ, ਆਪਣੇ ਅੰਦਰ ਲੀਨ ਕਰ ਲੈਂਦਾ, ਸਮਾ ਲੈਂਦਾ ਹੈ। ਫਿਰ ਉਹ ਬਾਹਰ ਹੀ ਨਹੀਂ ਹੋਣ ਦਿੰਦਾ, ਕਿਉਂਕਿ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖ। ਉਹ ਫਿਰ ਭਗਤਾਂ ਦੀ ਪੈਜ ਵੀ ਰੱਖਦਾ, ਕਿਸੇ ਪ੍ਰਕਾਰ ਦੀ ਭਗਤਾਂ ਨੂੰ ਆਂਚ ਨਹੀਂ ਆਉਣ ਦਿੰਦਾ। ਸੋ ਭਗਤ ਜਿਹੜੇ ਸਦਾ ਫਿਰ ਉਹ ਜਿਹੜਾ ਗੁਰਮੁਖ ਹੈ, ਗੁਰੂ ਦੀ ਸ਼ਰਨ ਪਾ ਕੇ ਕਾਇਆ ਨੂੰ ਸੋਧ ਲੈਂਦਾ ਹੈ, ਉਹ ਫਿਰ ਪ੍ਰਮਾਤਮਾ ਦੇ ਨਾਲ ਲੀਨ ਹੋ ਜਾਂਦਾ, ਆਪੇ ਆਪ ਮਿਲਾ ਜਾਂਦਾ। ਇਹ ਆਪ ਇੱਕ ਵਚਨ ਕੌਣ ਮਿਲਾਉਂਦਾ? ਇੱਕ ਵਚਨ ਕਰਤਾ ਹੈ। ਕਰਤਾ ਜਿਹੜਾ ਫਿਰ ਆਪ ਮਿਲਾ ਲੈਂਦਾ ਹੈ। ਜੀ ਜੀ ਆਪੇ ਆਪ ਮਿਲਾਉਂਦਾ ਇੱਕ ਵਚਨ ਰੂਪ ਦੇ ਵਿੱਚ ਆਪ ਜੀ ਨੇ ਸਮਝਾਣਾ ਕੀਤਾ। ਧੰਨਵਾਦ ਵੀਰ ਜੀ। ਜੀ ਸੁਖਵਿੰਦਰ ਵੀਰ ਜੀ। ਸੁਖਵਿੰਦਰ ਵੀਰ ਜੀ। ਵੀਰ ਜੀ ਗੁਰਦੀਪ ਵੀਰ ਜੀ ਨੇ ਨਹੀਂ ਆਏ ਅੱਜ? नहीं, अजय तक वो हाजिरी नहीं भरी, अजय तक उन्होंने। ठीक है ਵੀਰ ਜੀ। ਦੇਖੋ ਇਹ ਜਿਹੜੀ ਗੱਲ ਸਤਿਗੁਰੂ ਜੀ ਨਾ ਪਿਛਲੇ ਬੰਦ ਵਿੱਚ ਸਮਝਾ ਕੇ ਆਏ ਸਨ ਸਾਨੂੰ ਕਿ ਮੇਰਾ ਪ੍ਰਭ ਅੰਦਰ ਆਪ ਲੁਕਾਇਆ। ਇਸ ਕਾਇਆ ਦੇ ਅੰਦਰ ਇੱਕ ਉਹਦਾ ਮਹਿਲ ਹੈ, ਕਾਇਆ ਦੇ ਵਿੱਚ ਅੰਦਰ ਇੱਕ ਮਹਿਲ ਹੈ, ਔਰ ਇਸ ਕਾਇਆ ਦੇ ਵਿੱਚ ਇੱਕ ਕਾਇਆ ਹੋਰ ਹੈ। ਇਹ ਕਾਇਆ ਬੰਦੀ ਹੈ ਬਾਹਰ ਵਾਲੇ 5 ਤੱਤਾਂ ਦੇ ਨਾਲ। ਅੰਦਰ ਵਾਲੀ ਕਾਇਆ ਜਿਹੜੀ ਗੱਲ ਗੁਰਬਾਣੀ ਇੱਥੇ ਆਖਰੀ ਨਾ, ਉਹ ਅਲੱਗ 5 ਤੱਤ ਨੇ ਉਹਦੇ। ਉਹਦਾ ਪਵਨ ਹੈ ਗੁਰੂ ਰੂਪੀ ਪਵਨ, ਉਹਦਾ ਪਾਣੀ ਹੈ ਸੰਤੋਖ ਰੂਪੀ ਪਾਣੀ, ਉਹ ਅਲੱਗ ਨਾਲ ਪਵਨ ਪਾਣੀ। ਉਹਦੀ ਅਗਨੀ ਹੈ ਤਪ ਤਾਓ ਰੂਪੀ ਅਗਨੀ। ਉਹਦੇ 5 ਤੱਤ ਅਲੱਗ ਨੇ। ਉਹ ਜਿਹੜੇ 5 ਤੱਤਾਂ ਦੇ ਨਾਲ ਅੰਦਰਲਾ ਕਾਇਆ ਬਣਦੀ ਹੈ ਨਾ, ਉਹ ਕਾਇਆ ਗੁਰਬਾਣੀ ਉਸ ਨੂੰ ਕਹਿੰਦੀ ਹੈ ਉਹ 2 ਤਰ੍ਹਾਂ ਦੇ ਨਾਲ। ਉਸ ਕਾਇਆ ਨੂੰ ਨਾ, ਉਸ ਕਾਇਆ ਦਾ ਮਾਲਕ ਹੈ ਮਨ, ਜਿਸ ਨੂੰ ਉਹ ਲੇਕਿਨ ਮਨ ਅਗਰ ਚੱਲ ਰਿਹਾ ਆਪਣੀ ਮਰਜ਼ੀ ਦੇ ਨਾਲ, ਜਦੋਂ ਤੱਕ ਮਨ ਆਪਣੀ ਮਰਜ਼ੀ ਨਾਲ ਚੱਲਦਾ ਹੈ ਉਹ ਕਾਇਆ ਨੂੰ ਕਮਲੀ ਕਰਕੇ ਰੱਖਦਾ ਹੈ। ਕਾਇਆ ਕਮਲੀ ਦਾ ਭਾਵ ਇੱਕ ਕਾਇਆ ਦੇ ਵਿੱਚ ਜਿਹੜਾ ਜੀ ਜੰਤ ਨੇ ਨਾ, ਜਦੋਂ ਲਫ਼ਜ਼ ਕਾਇਆ ਆਉਂਦਾ ਨਾ, ਉਹ ਕਾਇਆ ਦਾ ਭਾਵ ਹੁੰਦਾ ਹੈ ਹੁਣ ਕਾਇਆ ਰੂਪੀ ਪੂਰੀ ਸ੍ਰਿਸ਼ਟੀ ਸੰਸਾਰ 'ਚ ਜਿਹੜੇ ਜੀ ਜੰਤ ਰਹਿ ਰਹੇ ਨੇ, ਜਿਹਨੂੰ ਗੁਰਬਾਣੀ ਪਰਿਵਾਰ ਕਹਿੰਦੀ ਹੈ, ਰਈਅਤ ਕਹਿੰਦੀ ਹੈ, ਰੋਮ ਰੋਮ ਕਹਿੰਦੀ ਹੈ, ਉਹ ਉਹਨਾਂ ਸਾਰਿਆਂ ਦੀ ਗੱਲ ਕਾਇਆ ਵਿੱਚ ਆਉਂਦੀ ਹੈ। ਕਿਉਂਕਿ ਉੱਪਰ ਸਤਿਗੁਰੂ ਜੀ ਪਿਛਲੇ ਬੰਦ ਵਿੱਚ ਸਾਨੂੰ ਇਹ ਦੱਸ ਕੇ ਆਏ ਨੇ ਕਿ ਜਿਹੜਾ ਮਨ ਹੈ ਨਾ, ਉਸਨੇ ਗੁਰਪ੍ਰਸਾਦੀ ਹਰ ਮਿਲਿਆ, ਉਹ ਮਿਲ ਗਿਆ ਹੁਣ ਉਹਦੇ ਨਾਲ। ਉਹ ਹੁਣ ਸੱਚ ਦਾ ਵਪਾਰ ਕਰਨ ਲੱਗ ਗਿਆ, ਕਿਉਂਕਿ ਉਹਨੇ ਨਾਮ, ਅਮੋਲਕ ਨਾਮ ਨੂੰ ਪਾ ਲਿਆ ਹੋਇਆ। ਮਨ ਦੇ ਵਿੱਚ ਹੁਣ ਨਾਮ ਰੂਪੀ ਪਰਮਾਤਮਾ, ਸੱਚ ਰੂਪੀ ਪਰਮਾਤਮਾ ਮਨ ਦੇ ਵਿੱਚ ਵਸ ਰਿਹਾ ਹੈ। ਉਸ ਨੂੰ ਹੁਣ ਇਹ ਜਿਹੜਾ ਲਫ਼ਜ਼ ਆ ਰਿਹਾ ਨਾ ਮੇਰਾ, ਇਹ ਹੁਣ ਉਹ ਸੁਰਤ ਬੋਲਦੀ ਹੈ। ਪਹਿਲਾਂ ਤਾਂ ਇਹੀ ਸੁਰਤ ਨਾ ਮਨ ਨੂੰ ਆਖਦੀ ਸੀ, ਇਹ ਮਨ ਮੇਰਿਆ ਤੂੰ ਸਦਾ ਸੱਚ ਸੰਭਾਲੇ, ਤੂੰ ਸੰਭਾਲ, ਤੂੰ ਸੱਚ ਨੂੰ ਕਿਉਂ ਨਹੀਂ ਸੰਭਾਲਦਾ। ਉਸ ਨੂੰ ਨਹੀਂ ਸੰਭਾਲਣ ਕਰਕੇ ਤੂੰ ਆਪ ਵੀ ਡਿਸਟਰਬ ਰਹਿਣਾ ਹੈ ਤੇ ਸਾਰੀ ਕਾਇਆ ਨੂੰ ਵੀ ਡਿਸਟਰਬ ਕੀਤਾ ਹੋਇਆ। ਗੁਰਬਾਣੀ ਆਖਦੀ ਹੈ, ਕਹਿੰਦੇ ਕਾਇਆ ਕਮਲੀ ਹੰਸ ਇਆਣਾ। ਕਦੋਂ? ਜਦੋਂ ਮੇਰੀ ਕਰਤ ਬਿਹਾਨੀਤਾ। ਹੰਸ ਕਹਿੰਦੇ ਨੇ ਮਨ ਨੂੰ। ਜਦੋਂ ਤੱਕ ਹੰਸ ਮਨ ਇਆਣਾ ਰਹਿੰਦਾ ਨਾ, ਆਪਣੀ ਧਾੜਦਾ, ਮੇਰੀ ਕਰਤ ਬਿਹਾਨੀਤਾ, ਤੇਰੀ ਨਹੀਂ ਕਰਦਾ। ਗੁਰਬਾਣੀ ਗੁਰੂ ਦੀ ਅੰਦਰ ਵਸਦੇ ਰੱਬ ਜੀ ਦੀ ਸੁਣ ਕੇ ਤੂੰ ਨਹੀਂ ਕਰਦਾ। ਤੂੰ ਕਰਤਾ ਤਾਂ ਤੂੰ ਹੋਵੇ, ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ। ਜਦੋਂ ਤੱਕ ਇਹਦੇ ਅੰਦਰ ਹੂੰ ਹੈ, ਮੇਰੀ ਕਰਦਾ, ਤੂੰ ਨਹੀਂ ਕਰਦਾ, ਉਦੋਂ ਤੱਕ ਇਹ ਇਆਣਾ ਰਹਿੰਦਾ ਹੈ। ਉਹਨੂੰ ਕਹਿੰਦੇ ਨੇ ਹੰਸ ਇਆਣਾ। ਹੰਸ ਕਹਿੰਦੇ ਨੇ ਗੁਰਬਾਣੀ ਵਿੱਚ ਮਨ ਨੂੰ, ਕਿਉਂਕਿ ਮਨ ਨੂੰ ਹੀ ਕਾਗੋਂ ਹੰਸ, ਜਦੋਂ ਗੁਰਬਾਣੀ ਆਖਦੀ ਨਹੀਂ ਨਾ
ਹੰਸ ਇਆਣਾ ਉਹਦੇ ਨਾਲ ਹੁੰਦਾ ਕੀ ਕਹਿੰਦੇ ਕਾਇਆ ਕਮਲੀ ਹੋ ਜਾਂਦੀ ਹੈ, ਕਾਇਆ ਕਮਲੀ ਰਹਿੰਦੀ ਹੈ। ਤੇ ਜਦੋਂ ਹੰਸ ਸਿਆਣਾ ਹੁੰਦਾ ਹੈ ਨਾ, ਗੁਰਬਾਣੀ ਦੇ ਨਾਲ, ਗੁਰੂ ਦੀ ਮੱਤ ਨਾਲ, ਸੱਚ ਦੇ ਗਿਆਨ ਨਾਲ ਇਹ ਸਿਆਣਾ ਬੰਦਾ, ਜਿਹਨੂੰ ਕਹਿੰਦੇ ਨੇ ਸੋ ਸਿਆਣਾ ਸੋ ਪਤਵੰਤਾ ਹੁਕਮ ਲੱਗਿਆ ਜਿਸ ਮਿੱਠਾ ਜੀਓ। ਜਿਸ ਨੂੰ ਹੁਕਮ ਅੰਦਰ ਵਸਦੇ, ਰੱਬੀ ਹੁਕਮ ਜਿਹੜੇ ਅੰਦਰ ਵਸਦੇ ਸੱਚ ਦਾ ਗਿਆਨ ਸਾਨੂੰ ਮਿਲਦਾ, ਉਹਨੂੰ ਮਿੱਠਾ ਲੱਗਣ ਲੱਗ ਜਾਂਦਾ, ਚੰਗਾ ਲੱਗਣ ਲੱਗ ਜਾਂਦਾ, ਫਿਰ ਉਹ ਸਿਆਣਾ ਹੋ ਜਾਂਦਾ ਉਸ ਹੁਕਮਾਂ ਦੇ ਨਾਲ, ਉਹ ਸੱਚ ਦੇ ਗਿਆਨ ਲੈਣ। ਫੇਰ ਕਿਹੜੀ ਕਾਇਆ ਬਣਦੀ ਹੈ? ਗੁਰਬਾਣੀ ਉਸ ਨੂੰ ਕਹਿੰਦੀ ਹੈ ਕੰਚਨ ਕਾਇਆ ਕੋਟ ਗੜ। ਇਹ ਕਾਇਆ ਕੋਟ ਹੈ ਆਕਾਰਾ। ਗੁਰਬਾਣੀ ਸਾਨੂੰ ਆਖਦੀ, ਕਹਿੰਦੀ ਇਹ ਕਾਇਆ ਕੋਟ ਹੈ ਆਕਾਰਾ। ਇਹਦੇ ਵਿੱਚ ਜਿਸ ਨੂੰ ਕਹਿੰਦੇ ਨਿਰੰਕਾਰ ਆਕਾਰ ਉਪਾਇਆ, ਜਿਹੜੇ ਨਿਰੰਕਾਰ ਨੇ, ਜਦੋਂ ਮਨ ਵਿੱਚ ਨਿਰੰਕਾਰ ਵਸਦਾ ਹੈ, ਫਿਰ ਜਿਹੜੀ ਕਾਇਆ ਕਮਲੀ ਸੀ ਨਾ ਇਆਣੇ ਮਨ ਕਰਕੇ, ਫਿਰ ਹੁਣ ਮਨ ਨੂੰ ਨਹੀਂ ਕਰਨ ਦਿੰਦੇ, ਫਿਰ ਉਹ ਨਿਰੰਕਾਰ ਆਪ ਆਪਣੇ ਹੁਕਮਾਂ ਵਿੱਚ ਕਾਇਆ ਨੂੰ ਰਚਦਾ ਹੈ, ਅੰਦਰ ਵਾਲੀ ਕਾਇਆ ਨੂੰ ਰਚਦਾ, ਅੰਦਰ ਵਾਲੀ ਕਾਇਆ ਨੂੰ ਸਵਾਰਦਾ ਹੈ। ਪਰ ਕਦੋਂ? ਜਦੋਂ ਉਹ ਮਨ ਦੇ ਵਿੱਚ ਨਿਰੰਕਾਰ ਆ ਕੇ ਵਸਦਾ, ਫਿਰ ਉੱਥੇ ਨਿਰੰਕਾਰ ਵਸਦਾ। ਉਹਨੂੰ ਕਹਿੰਦੇ ਨੇ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ, ਜਿਸਕੇ ਅੰਦਰ ਬਸੇ ਨਿਰੰਕਾਰ। ਮਨ ਵਿੱਚ ਵਸ ਕੇ ਜਦੋਂ ਫਿਰ ਨਿਰੰਕਾਰ ਕਾਇਆ ਨੂੰ ਬਣਾਉਂਦਾ ਨਾ, ਫਿਰ ਉਹ ਕਾਇਆ ਕਿਹੜੀ ਬਣਦੀ ਹੈ? ਉਹਨੂੰ ਕਹਿੰਦੇ ਨੇ ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ। ਇਤਨੀ ਬੇਸ਼ਕੀਮਤੀ ਉਹ ਬਣਦੀ ਹੈ। ਕਿਉਂ ਬੇਸ਼ਕੀਮਤੀ ਬਣਦੀ? ਕਿਉਂਕਿ ਆਪ ਬਣਾ ਕੌਣ ਰਿਹਾ? ਬੇਸ਼ਕੀਮਤੀ ਨਾਮ ਦੇ ਨਾਲ ਉਹ ਕਾਇਆ ਸੱਜ ਰਹੀ ਹੈ ਅੰਦਰ। ਨਾਮ ਅਮੋਲਕ ਹੈ, ਤੇ ਨਾਮ ਨਾਲ ਜਿਹੜੀ ਹੁਣ ਆਕਾਰ ਅੰਦਰ ਬਣ ਰਿਹਾ ਉਹ ਵੀ ਅਮੋਲਕ ਹੋਏ। ਇਸ ਨੂੰ ਕਹਿੰਦੇ ਨੇ ਸਭ ਕੀ ਮਤ ਮਿਲ ਕੀਮਤ ਪਾਈ। ਉਹ ਕੀਮਤੀ ਚੀਜ਼ ਪਾਈ, ਪਰ ਪਾਉਣ ਦਾ ਤਰੀਕਾ ਕਿ ਜਦੋਂ ਸਭ ਦੀ ਮਤ ਮਿਲੀ, ਇੱਕ ਇੱਕ ਜੀ ਜੰਤ ਦੀ ਜਦੋਂ ਅੰਦਰ ਮਤ ਮਿਲ ਜਾਂਦੀ ਹੈ ਨਾ, ਰੋਮ ਰੋਮ ਭਾਵ ਸਾਰੀ ਪੂਰੀ ਅੰਦਰਲੀ ਬੋਡੀ ਜਦੋਂ ਨਾਮ ਦੇ ਵਿੱਚ, ਹੁਕਮ ਵਿੱਚ ਚੱਲਣ ਲੱਗ ਜਾਂਦੀ ਹੈ, ਉਹ ਕਹਿੰਦੇ ਨੇ ਕੀਮਤੀ ਕਾਇਆ। ਉਸ ਨੂੰ ਕਹਿੰਦੇ ਨੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ। ਜਦੋਂ ਉਹ ਅੰਦਰ ਸਿੱਧ ਹੋ ਜਾਂਦਾ ਹੈ, ਭਾਵ ਜਦੋਂ ਅੰਦਰ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਾਂ, ਜਦੋਂ ਸਾਡੇ ਅੰਦਰ ਸੱਚ ਦਾ ਗਿਆਨ ਟਿਕ ਜਾਂਦਾ ਹੈ, ਉਦੋਂ ਕਾਇਆ ਕੰਦਲੀ ਕੋਟ ਕੰਚਨ ਬਣ ਜਾਂਦੀ ਹੈ। ਉਸ ਨੂੰ ਫਿਰ ਕਹਿੰਦੀ ਹੈ, ਇਹ ਜਿਹੜਾ ਫਿਰ ਸੁਰਤ ਕਹਿੰਦੀ ਹੈ, ਹੁਣ ਅੰਦਰ ਤੱਕ ਕਾਇਆ ਦੇ ਅੰਦਰ ਮਨ ਦੇ ਵਿੱਚ ਜਿਹੜਾ ਹੁਣ ਨਾਮ ਵਸ ਰਿਹਾ ਹੈ, ਹੁਕਮ ਵਸ ਰਿਹਾ, ਸੱਚ ਦਾ ਗਿਆਨ, ਉਸ ਨੂੰ ਫਿਰ ਕਾਇਆ ਕੀ ਕਹਿੰਦੇ ਆ, ਸਿੱਖ ਬੋਲਦਾ ਹੈ, ਸੁਰਤ ਬੋਲਦੀ, ਕਹਿੰਦੇ ਮੇਰਾ ਠਾਕੁਰ। ਠਾਕੁਰ ਕੌਣ ਹੈ? ਸਾਡਾ ਸੱਚ। ਸਾਡਾ ਠਾਕੁਰ ਕੌਣ ਹੈ? ਸ਼ਬਦ, ਬਾਣੀ। ਉਹ ਵਸਦੀ ਕਿੱਥੇ ਹੈ? ਮਨ ਵਿੱਚ। ਜਦੋਂ ਪਹਿਲਾਂ ਤਾਂ ਸੁਰਤ ਕੀ ਬੋਲਦੀ ਸੀ, ਸਿੱਖ ਕੀ ਬੋਲਦਾ ਸੀ? ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਉਹਨੂੰ ਪਹਿਲਾਂ ਉਪਦੇਸ਼ ਦਿੰਦੀ ਸੀ ਵੀ ਤੂੰ ਸੱਚ ਦੀ ਸੰਭਾਲ ਕਰ, ਸੱਚ ਦੇ ਨਾਲ ਨਹੀਂ ਜੁੜ ਰਿਹਾ। ਉਦੋਂ ਨੁਕਸਾਨ ਕੀ ਹੁੰਦਾ ਸੀ? ਕਹਿੰਦੇ ਸੀ ਕੂੜ ਕਾਇਆ, ਕੂੜ ਕੱਪੜ। ਉਦੋਂ ਕਾਇਆ ਕੂੜ ਰੂਪ ਹੋ ਜਾਂਦੀ ਸੀ। ਪਰ ਕਦੋਂ? ਤੁਧ ਬਾਜ ਕੂੜੋ ਕੂੜ। ਜਦੋਂ ਇਹ ਅੰਦਰ ਵਸਦੇ ਰੱਬ ਜੀ ਦੀ ਸਿੱਖਿਆ ਨਹੀਂ ਲੈ ਕੇ ਆਪਣੇ ਇਆਣੇਪਨ ਦੇ ਵਿੱਚ ਕਾਇਆ ਨੂੰ ਚਲਾਉਂਦਾ, ਉਦੋਂ ਕਾਇਆ ਕੂੜ ਬਣ ਜਾਂਦੀ। ਤੇ ਜਦੋਂ ਅੰਦਰਲੇ ਵਸਦੇ ਰੱਬ ਜੀ ਨੂੰ ਮਨ ਸੁਣ ਕੇ ਆਪਣੇ ਅੰਦਰ ਵਸਾ ਲੈਂਦਾ ਹੈ ਨਾ, ਤਾਂ ਮਨ ਤੇ ਠਾਕੁਰ ਆ ਕੇ ਵਸ ਜਾਂਦਾ ਹੈ। ਫਿਰ ਉਹ ਠਾਕੁਰ ਇਹ ਸਾਡੀ ਸ੍ਰਿਸ਼ਟੀ ਵਿੱਚ ਵਸਾਉਂਦਾ ਹੈ। ਉਸੀ ਨੂੰ ਕਹਿੰਦੇ ਨੇ ਮੇਰਾ ਠਾਕੁਰ। ਉਹ ਅਵਸਥਾ ਨੂੰ ਠਾਕੁਰ ਆਖਿਆ ਜਾ ਰਿਹਾ ਹੈ। ਇਹ ਬਣਤ ਬਣਾਈ। ਕਿਹੜੀ ਬਣਤ ਬਣਾਈ? ਜਿਹੜੀ ਹੁਣ ਜਿਹੜੀ ਇਤਨੀ ਬੇਸ਼ਕੀਮਤੀ ਕਾਇਆ, ਜਿਸ ਨੂੰ ਹੁਣ ਕਹਿੰਦੇ ਨੇ ਕੰਚਨ ਕਾਇਆ ਬਣ ਗਈ। ਅੰਦਰ ਕਾਇਆ ਦੇ ਵਿੱਚ ਹਰ ਇੱਕ ਉਹ ਗੁਰਮੁਖ ਹੋਵੇ। ਜਦੋਂ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਗੁਰਬਾਣੀ, ਗੁਰੂ ਦੇ ਮੁਖ ਤੋਂ ਨਿਕਲੇ ਹੋਏ ਸ਼ਬਦ ਦਾ ਸਰੂਪ ਹੋ ਜਾਂਦਾ ਹੈ ਨਾ ਮਨ, ਫਿਰ ਉਹ ਕਾਇਆ ਨੂੰ ਵੀ ਸੋਧਣ ਜਾਂਦਾ ਹੈ। ਭਾਵ ਕਾਇਆ ਦੇ ਇੱਕ ਇੱਕ ਜੀ ਜੰਤ ਨੂੰ ਵੀ ਉਹ ਜਿਹੜਾ ਆਪ ਬਣ ਚੁੱਕਾ ਹੈ, ਜੋ ਇਸ ਨੂੰ ਪ੍ਰਾਪਤ ਹੋ ਚੁੱਕਾ ਸੱਚ ਦਾ ਗਿਆਨ, ਉਹ ਉਹਨਾਂ ਨੂੰ ਵੀ ਦਿੰਦਾ ਹੈ, ਉਹਨਾਂ ਨੂੰ ਵੀ ਸੱਚ ਦੇ ਗਿਆਨ ਨਾਲ ਜੋੜਦਾ। ਆਪ ਭਾਣੇ ਵਿੱਚ ਚੱਲਦਾ ਹੈ, ਇੱਕ ਇੱਕ ਜੀ ਜੰਤ ਨੂੰ ਵੀ ਭਾਣੇ ਵਿੱਚ ਚਲਾਉਂਦਾ। ਇਹਨੂੰ ਕਹਿੰਦੇ ਨੇ ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ। ਫਿਰ ਭਾਣੇ 'ਚ ਸਾਰਿਆਂ ਨੂੰ ਲਾਉਂਦਾ। ਪਹਿਲਾਂ ਕਿਹਦੇ 'ਚ ਸਾਰਿਆਂ ਨੂੰ ਲਾਇਆ ਹੋਇਆ ਸੀ? ਕੂੜ ਵਿੱਚ। ਪਹਿਲਾਂ ਇਹਨੇ ਆਪਣੀ ਮੇਰੀ ਮੇਰੀ ਕਰਤ ਵਿੱਚ ਸਾਰਿਆਂ ਨੂੰ ਲਾਇਆ। ਆਪ ਵੀ ਮੇਰੀ ਮੇਰੀ ਧਾਰਦਾ ਸੀ। ਇਹਨੂੰ ਕਹਿੰਦੇ ਸੀ ਮੇਰੀ ਮੇਰੀ ਧਾਰ ਬੰਧਨ ਬੰਦਿਆ। ਉਹ ਪਹਿਲਾਂ ਆਪ ਵੀ ਮੇਰੀ ਮੇਰੀ ਧਾਰੀ ਪਈ ਸੀ ਇਸਨੇ। ਹੁਣ ਇਹਨੇ ਕਿਰਪਾ ਧਾਰੀ ਹੈ, ਕਿਰਪਾ ਧਾਰੀ ਹੈ, ਸਾਰਿਆਂ ਨੂੰ ਵੀ ਉਹ ਕਿਰਪਾ ਦਾ ਉਪਦੇਸ਼ ਦੇ ਰਿਹਾ। ਉਹਦੇ ਨਾਲ ਕੀ ਹੋ ਰਿਹਾ? ਪਹਿਲਾਂ ਆਪ ਸੱਚ ਨਾਲ ਮਿਲਿਆ ਸੀ, ਹੁਣ ਇਹਦੇ ਉੱਤੇ ਇਹਦੇ ਅੰਦਰ ਸੱਚ ਵਸਿਆ, ਹੁਣ ਸਾਰਿਆਂ ਨੂੰ ਸੱਚ ਨਾਲ ਮਿਲਾ ਰਿਹਾ। ਸਾਰੇ ਸੱਚ ਨਾਲ ਮਿਲ ਰਹੇ ਨੇ।
ਇਹ ਜਿਹੜੀ ਅਵਸਥਾ ਅੰਦਰ ਚੱਲ ਰਹੀ ਹੈ ਨਾ, ਉਹ ਸਾਰੇ ਜਦੋਂ ਸੱਚ ਵਿੱਚ ਮਿਲ ਕੇ ਹੁਕਮ ਵਿੱਚ ਕਾਰ ਕਰਨ ਲੱਗ ਜਾਣ, ਜਿਵ ਜਿਵ ਹੁਕਮ ਤਿਵੈ ਤਿਵ ਕਾ, ਉਸ ਨੂੰ ਕਹਿੰਦੇ ਨੇ ਇਸ ਕਾਇਆ ਕੀ ਕੀਮਤ ਕਿਨਾ ਨਾ ਪਾਈ। ਇਹ ਜਿਹੜਾ ਹੁਣ ਆਕਾਰ ਬਣਿਆ ਨਾ, ਹੁਕਮੀ ਹੋਵਣ ਆਕਾਰ ਬਣਿਆ, ਹੁਕਮੀ ਨੇ ਆਪ ਅੰਦਰ ਵਸ ਕੇ ਹੁਕਮ ਵਿੱਚ ਆਕਾਰ ਬਣਾਇਆ, ਇਹਦੀ ਕੀਮਤ ਨਹੀਂ ਪਾ ਸਕਦਾ ਇਹ ਬੇਸ਼ਕੀਮਤੀ ਕੀਮਤ। ਲੇਕਿਨ ਇਹ ਬਣਾਈ ਕਿਸ ਨੇ ਹੈ? ਬੇਸ਼ਕੀਮਤੀ ਨਾਮ ਨੇ, ਜਿਸ ਨੂੰ ਕਹਿੰਦੇ ਨੇ, ਪਹਿਲਾਂ ਕਹਿੰਦੇ ਨੇ ਮਨ ਨੇ ਨਾਮ ਅਮੋਲਕ ਪਾਇਆ ਸੀ, ਫਿਰ ਉਹ ਨਾਮ ਅਮੋਲਕ ਦੇ ਨਾਲ ਕਾਇਆ ਰਚੀ, ਫਿਰ ਉਹ ਨਾਮ ਅਮੋਲਕ ਹੀ ਇੱਕ ਇੱਕ ਜੀ ਜੰਤ ਅੰਦਰ ਨਾਮ ਅਮੋਲਕ ਪਾ ਕੇ ਨਾਮ ਵਿੱਚ ਸਮਾ ਰਿਹਾ ਹੈ, ਨਾਮ ਵਿੱਚ ਮਿਲ ਰਿਹਾ ਹੈ। ਇਹ ਗੱਲ ਆਖਰ ਆਪੇ ਆਪ ਮਿਲਾਏਂਦਾ, ਉਹ ਨਾਮ ਵਿੱਚ ਮਿਲ ਰਿਹਾ। ਇਸ ਨੂੰ ਕਹਿ ਰਹੀ ਹੈ ਸਾਡੀ ਸੁਰਤ, ਕਹਿੰਦੀ ਹੈ ਮੇਰਾ ਠਾਕੁਰ। ਹੁਣ ਉਹਨੂੰ ਮੇਰਾ ਠਾਕੁਰ ਬੋਲਦੀ ਹੈ। ਪਹਿਲਾਂ ਉਸ ਨੂੰ ਆਖਦੀ ਸੀ ਇਹ ਮਨ ਪਿਆਰਿਆ, ਇਹ ਮਨ ਮੇਰਿਆ, ਹੁਣ ਕਹਿੰਦੀ ਹੈ ਮੇਰਾ ਠਾਕੁਰ, ਕਿਉਂਕਿ ਉੱਥੇ ਹੁਣ ਠਾਕੁਰ ਆ ਕੇ ਵਸ ਗਿਆ ਹੈ। ਸੁਰਤ ਮਨ ਸਾਰੇ ਹੀ ਭਾਣੇ ਵਿੱਚ ਚੱਲਣ ਲੱਗ ਗਏ ਨੇ, ਤੇ ਉਹਨਾਂ ਨੇ ਮਿਲਾ ਕੇ ਇੱਕ ਇੱਕ ਰੋਮ ਰੋਮ ਨੂੰ ਵੀ ਭਾਣੇ ਵਿੱਚ ਚਲਾ ਰਹੇ ਹਨ। ਹਾਂਜੀ, ਧੰਨਵਾਦ ਵੀਰ ਜੀ। ਆਪ ਜੀ ਅੰਦਰ ਦੇ ਉੱਤੇ ਅੰਦਰ ਦੀ ਸ੍ਰਿਸ਼ਟੀ ਤੇ ਟੁਕਾ ਕੇ ਸਮਝਾਣਾ ਧੰਨਵਾਦ ਆਪ ਜੀ ਦਾ। ਕਾਇਆ ਵਿੱਚ ਟੋਟਾ, ਕਾਇਆ ਵਿੱਚ ਲਾਹਾ, ਗੁਰਮੁਖ ਖੋਜੇ ਵੇ ਪਰਵਾਹ, ਗੁਰਮੁਖ ਵਣਜ ਸਦਾ ਸੁਖ ਪਾਏ, ਸਹਜੇ ਸਹਜ ਮਿਲਾਇਂਦਾ। ਕਾਇਆ ਵਿੱਚ ਟੋਟਾ, ਕਾਇਆ ਵਿੱਚ ਲਾਹਾ। ਟੋਟਾ ਕੀ ਹੈ? ਨੁਕਸਾਨ। ਲਾਹਾ ਕੀ ਹੈ? ਨਫਾ। ਸਾਨੂੰ ਇਹ ਦੋ ਅੱਖਰ ਬੜੇ ਸਮਝ ਆਉਂਦੇ ਹਨ। ਅਸੀਂ ਕੋਈ ਵੀ ਕਾਰ ਵਿਹਾਰ ਕਰੀਏ, ਅਸੀਂ ਕਹਿੰਦੇ ਆ ਇਹ ਕਾਰ ਵਿਹਾਰ ਇੰਨਾ ਸਮਾਂ ਦਿੱਤਾ, ਇਹਦਾ ਲਾਭ ਕੀ ਹੋਇਆ? ਅੱਜ ਫਲਾਣੀ ਜਗ੍ਹਾ ਤੇ ਗਏ, ਇੰਨਾ ਸਮਾਂ ਖਰਾਬ ਕਰ ਦਿੱਤਾ, ਲਾਹਾ ਸਾਨੂੰ ਕੁਝ ਵੀ ਨਹੀਂ ਹੋਇਆ। ਆਈਓ ਦੋ ਅੱਖਰ ਅਸੀਂ ਇਸਤੇਮਾਲ ਕਰਦੇ ਹਾਂ। ਗੁਰੂ ਸਾਹਿਬ ਕਹਿ ਰਹੇ ਕਾਇਆ ਵਿੱਚ ਟੋਟਾ, ਕਾਇਆ ਦੇ ਅੰਦਰ ਹੀ ਨੁਕਸਾਨ ਵੀ ਪਏ ਹਨ ਤੇ ਲਾਹਾ ਵੀ ਪਏ ਹਨ, ਨਫੇ ਵੀ ਪਏ ਹਨ। ਪਰ ਨੁਕਸਾਨ ਤੇ ਨਫੇ ਕੀ ਹਨ, ਇਹ ਸਮਝਣ ਦੀ ਲੋੜ ਹੈ। ਜਦੋਂ ਸਾਡੀ ਸੁਰਤ ਮੈਲ ਵਿੱਚ ਜੁੜੀ ਹੁੰਦੀ ਹੈ ਤੇ ਕਾਇਆ ਵਿੱਚ ਟੋਟਾ, ਆਤਮਕ ਤੌਰ ਤੇ ਅਸੀਂ ਨੁਕਸਾਨ ਖਾਂਦੇ ਰਹਿੰਦੇ ਹਾਂ। ਆਤਮਕ ਜੀਵਨ ਤੋਂ ਅਸੀਂ ਇਹ ਸਮਝ ਲਈਏ ਘਾਟੇ ਪਾਉਂਦੇ ਰਹਿੰਦੇ ਹਾਂ। ਕਾਇਆ ਵਿੱਚ ਟੋਟਾ ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਸੱਚ ਨਾਲ ਜੁੜਨਾ ਕਰਦੇ ਆ ਤੇ ਆਨੰਦ ਵਾਲੀ ਅਵਸਥਾ ਬਣਦੀ ਰਹਿੰਦੀ ਹੈ। ਤੇ ਕਾਇਆ ਵਿੱਚ ਲਾਹਾ ਤੇ ਆਤਮਕ ਜੀਵਨ, ਆਤਮਕ ਰੂਪ ਤੇ ਸਾਨੂੰ ਲਾਹਾ ਨਫਾ ਪ੍ਰਾਪਤ ਹੁੰਦਾ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਜਿਸ ਬਾਬਤ ਗੁਰੂ ਸਾਹਿਬ ਕਾਇਆ ਵਿੱਚ ਟੋਟਾ, ਕਾਇਆ ਵਿੱਚ ਲਾਹਾ ਦਾ ਜ਼ਿਕਰ ਕਰ ਰਹੇ ਹਨ। ਅਸੀਂ ਧਿਆਨ ਦਈਏ ਨਾ, ਅਸੀਂ ਸਾਡੇ ਕੋਲ ਅੱਜ ਕੱਲ ਬੜੇ ਗੈਜਟ ਮੌਜੂਦ ਹਨ, ਉਪਲਬਧ ਹਨ। ਸਾਡੇ ਕੋਲ ਮੋਬਾਈਲ ਹੱਥ ਵਿੱਚ ਹਮੇਸ਼ਾ ਹੁੰਦਾ ਹੈ, ਟੀਵੀ ਅਸੀਂ ਤੱਕਦੇ ਹਾਂ, ਕੰਪਿਊਟਰ ਸਾਡੇ ਕੋਲ ਹੁੰਦੇ ਹਨ। ਹੁਣ ਕੰਪਿਊਟਰ ਵਿੱਚ ਕਹਿ ਲਈਏ, ਉਸ ਮੋਬਾਈਲ ਵਿੱਚ ਕਹਿ ਲਈਏ, ਉਸਦੇ ਵਿੱਚ ਪੋਜ਼ਿਟਿਵ ਵੇ ਵਿੱਚ ਕਈ ਕਿਸਮ ਦੇ ਖਜ਼ਾਨੇ ਉਪਲਬਧ ਹਨ ਤੇ ਨੈਗੇਟਿਵ ਵੇ ਵਿੱਚ ਵੀ ਕਈ ਭੰਡਾਰੇ ਉਪਲਬਧ ਹਨ, ਮੌਜੂਦ ਹਨ। ਜਿਹੋ ਜੀ ਸਹੀ ਸੁਰਤ ਹੁੰਦੀ ਹੈ, ਜਿਹੋ ਜਿਹਾ ਸਾਡਾ ਮਨ ਹੁੰਦਾ ਹੈ, ਅਸੀਂ ਉਸ ਮੁਤਾਬਿਕ ਉਸ ਗੈਜਟ ਦਾ ਇਸਤੇਮਾਲ ਕਰਦੇ ਰਹਿੰਦੇ ਹਾਂ, ਭਾਵੇਂ ਉਹ ਟੀਵੀ ਹੋਏ, ਕੰਪਿਊਟਰ ਹੋਏ ਜਾਂ ਮੋਬਾਈਲ ਹੋਏ। ਇੰਜ ਸਮਝੀਏ ਨਾ, ਸਾਡੇ ਅੰਦਰ ਵੀ ਗੈਜਟ ਮੌਜੂਦ ਹਨ। ਜਿੱਥੇ ਸਾਡੀ ਸੁਰਤ ਟਿਕਦੀ ਹੈ, ਉਸੇ ਮੁਤਾਬਕ ਅਸੀਂ ਬਾਹਰੋਂ ਜਾਂ ਤੇ ਚੰਗਿਆਈ ਜਾਂ ਇੰਜ ਕਹਿ ਲਈਏ ਮਨ ਲਈ ਚੰਗਿਆਈ ਜਾਂ ਮਨ ਲਈ ਬੁਰੀਆਈ ਉਸ ਸੁਰਤ ਦੇ ਰਾਹੀਂ ਇਕੱਤਰ ਕਰਦੇ ਰਹਿੰਦੇ ਆ। ਤੇ ਜਿਹੋ ਜੀ ਸੁਰਤ ਹੁੰਦੀ ਹੈ, ਉਹੋ ਜੀ ਕਾਰਿਆ ਉਹਦੇ ਅੰਦਰ ਜਾਂ ਤੇ ਅੰਮ੍ਰਿਤ ਭਰਦਾ ਰਹਿੰਦਾ ਹੈ ਜਾਂ ਅੰਦਰ ਜ਼ਹਿਰ ਭਰਦਾ ਰਹਿੰਦਾ ਹੈ। ਵਿਕ ਤੇ ਅੰਮ੍ਰਿਤ ਪਏ ਜ਼ਿਕਰ ਆਉਂਦਾ, ਗੁਰਬਾਣੀ ਦੇ ਅੰਦਰ ਜ਼ਿਕਰ ਆਉਂਦਾ। ਜਦੋਂ ਸੱਚ ਨਾਲ ਅਸੀਂ ਜੁੜਨਾ ਕਰਿਆ ਤੇ ਜ਼ਹਿਰ ਰੂਪ ਜਿਹੜਾ ਅੰਦਰ ਭਰਿਆ ਹੁੰਦਾ, ਸਾਡੇ ਅੰਦਰ ਜਿਹੜਾ ਜ਼ਹਿਰ ਵਰਸਦਾ ਰਹਿੰਦਾ ਹੈ, ਉਹਦੀ ਜਗ੍ਹਾ ਅੰਮ੍ਰਿਤ ਵਰਸਣਾ ਸ਼ੁਰੂ ਹੋ ਜਾਂਦਾ ਹੈ, ਜਿਹਦਾ ਜ਼ਿਕਰ ਗੁਰੂ ਸਾਹਿਬ ਚਿਮਚਿਮ ਅੰਮ੍ਰਿਤ ਵਰਸੇ ਵੀ ਜ਼ਿਕਰ ਕਰਦੇ ਹਨ।
ਗੁਰਮੁਖ ਖੋਜੇ ਵੇ ਪਰਵਾਹਾ। ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਫਿਰ ਉਸ ਪਰਮਾਤਮਾ ਨੂੰ ਖੋਜਦਾ ਹੈ। ਤੂੰ ਤੂੰ ਕਰਤਾ ਤੂੰ ਹੁਆ ਕਬੀਰ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੋ। ਕਹਿੰਦੇ ਫਿਰ ਉਦੀ ਸੱਚ ਦੀ ਦੌੜ ਆਰੰਭ ਹੋ ਜਾਂਦੀ ਹੈ। ਗੁਰਮੁਖ ਵਣਜ ਸਦਾ ਸੁਖ ਪਾਏ। ਕਹਿੰਦੇ ਗੁਰੂ ਦੇ ਅਨੁਸਾਰੀ ਬੈਠਿਆ ਹੋਇਆ ਜੀ, ਬੈਠਿਆ ਹੋਇਆ ਵਣਜ ਜਿਹੜੀ ਹੈ ਸੱਚ ਦੀ ਵਣਜ ਕਰਦਾ ਹੈ ਤੇ ਉਸਦੇ ਨਾਲ ਉਹ ਆਤਮਕ ਆਨੰਦ ਵਿੱਚ ਪਹੁੰਚ ਜਾਂਦਾ ਹੈ। ਗੁਰਮੁਖ ਵਣਜ ਸਦਾ ਸੁਖ ਪਾਏ, ਸਹਿਜੇ ਸਹਿਜ ਮਿਲਾਇਂਦਾ। ਸਹਿਜੇ ਸੁਭਾਵਕ ਹੀ ਸਹਿਜ ਵਾਲੀ ਅਵਸਥਾ ਵਿੱਚ ਮਿਲਾਇਂਦਾ, ਉਸ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦਾ ਹੈ। ਜੀ ਅਰਵਿੰਦਰ ਵੀਰ ਜੀ। ਗੁਰੂ ਸਾਹਿਬ ਸਾਨੂੰ ਇੱਕ ਇੱਕ ਕਰਕੇ ਜਿਵੇਂ ਅੱਗੇ ਹੋਰ ਤੋਰੀ ਜਾਂਦੇ ਪਏ ਨੇ, ਵੀ ਪਹਿਲਾਂ ਕਾਇਆ ਦੀ ਗੱਲ ਕੀਤੀ, ਕਾਇਆ ਬੜੀ ਬੇਸ਼ਕੀਮਤੀ ਹੋ ਸਕਦੀ ਹੈ। ਉਹ ਅੱਛਾ ਕਹਿੰਦੇ ਫਿਰ ਇਹਦੇ ਵਿੱਚ ਜੋ ਨਫਾ ਨੁਕਸਾਨ ਜੋ ਹੋਣਾ ਨਾ ਤੇਰਾ, ਵੀ ਉਹ ਵੇਖੋ ਹੋਸ਼ ਵਾਲੇ ਕਹਿੰਦੇ ਦੇਹ ਤੇਜਨ ਜੀ ਰਾਮ ਪਾਈਆ ਰਾਮ, ਧਨ ਮਾਨਸ ਜਨਮ ਪੁਨ ਪਾਈਆ ਰਾਮ। ਇਹ ਮਾਨੋ ਰੱਬ ਦੇ ਮਿਲਾਪ ਵਾਸਤੇ ਜੇ ਤੇਰੀ ਸਵਾਰੀ ਹੈ ਨਾ, ਇਹ ਸਰੀਰ ਮਾਨੋ ਇੱਕ ਘੋੜੇ ਦੀ ਨਿਆਈ ਹੈ ਜਦੋਂ ਤੂੰ ਬੈਠ ਕੇ ਸਵਾਰੀ ਕਰ। ਵੀ ਇਹ ਅੱਛਾ ਲਾਭ ਇਹਦੇ ਵਿੱਚ ਜੇ ਉਹ ਜਦੋਂ ਕਹਿੰਦੇ ਵੀ ਇਸ ਕਾਇਆ ਅੰਦਰ ਜਗਜੀਵਨ ਦਾਤਾ ਵਸੈ, ਰੱਬ ਕਿੱਥੇ ਵੀ, ਰੱਬ ਤੇਰੇ ਅੰਦਰ ਹੀ ਰਹਿੰਦਾ ਪਿਆ। ਰੱਬ ਕਿੱਥੇ, ਤੈਨੂੰ ਬਾਹਰ ਢੂੰਡਣ ਜਾਣ ਦੀ ਲੋੜ ਨਹੀਂ ਹੈ ਤੈਨੂੰ। ਲੇਕਿਨ ਇਸ ਕਾਇਆ ਦੇ ਅੰਦਰ ਕਾਮ, ਇਸ ਦੇਹੀ ਅੰਦਰ ਪੰਜ ਚੋਰ ਵਸੇ ਵੀ ਤਾਂ ਇਹਦੇ ਅੰਦਰ ਹੀ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੁਟੈ। ਹੁਣ ਰੱਬ ਨੇ ਇੱਕ ਖੇਡ ਬਣਾਈ ਹੋਈ ਹੈ, ਗੁਰੂ ਤੋਂ ਬਿਨਾਂ ਇਹ ਖੇਡ ਜਿੱਤੀ ਨਹੀਂ ਜਾ ਸਕਦੀ। ਕਹਿੰਦੇ ਗੁਰ ਥਾਪੀ ਦਿੱਤੀ ਕੰਡ ਜੀਓ, ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਿਹੜੇ ਪੰਜ ਬਲਵਾਨ ਸਨ ਨਾ, ਪੰਜ ਵਿਕਾਰ ਜੋ ਬਹੁਤ ਤਾਕਤਵਰ ਨੇ, ਉਹ ਕਹਿੰਦਾ ਵੀ ਮੈਂ ਇਹਨਾਂ ਦੇ ਮੁਕਾਬਲੇ ਜਿੱਤ ਕਿਵੇਂ ਸਕਣਾ। ਕਹਿੰਦਾ ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਦਾ ਥਾਪੜਾ ਮੈਨੂੰ ਮਿਲ ਜਾਂਦਾ ਹੈ ਨਾ, ਗੁਰੂ ਕੋਲੋਂ ਮਿਲੀ ਹੋਈ ਸਿੱਖਿਆ ਦੇ ਸਦਕਾ ਮੈਂ ਇਹਨਾਂ ਦੇ ਨਾਲ ਜਿਹੜਾ ਨਾ, ਅਦਰਵਾਈਜ਼ ਇਸ ਕਾਇਆ ਵਿੱਚ ਤੋਟਾ ਵੀ ਇਹਦੇ ਵਿੱਚ ਹੀ ਹੈ। ਲਾਹਾ ਤੇ ਕਿਤਨਾ ਵੱਡਾ ਲਾਹਾ ਬਈ ਭਾਈ ਪ੍ਰਾਪਤ ਮਾਨੁਖ ਦੀ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਤਨਾ ਵੱਡਾ ਲਾਹਾ। ਤੇ ਨੁਕਸਾਨ ਕਿਤਨਾ, ਵੀ ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਤਾਰੂ ਪਰ ਛਾੜ। ਇਤਨੀ ਕੀਮਤੀ ਇਹਦੇ ਅੰਦਰ ਹੀ ਤੈਨੂੰ, ਜੇ ਤੂੰ ਇਸ ਨੂੰ ਇਨਕੈਸ਼ ਕਰ ਲਿੱਤਾ ਫਿਰ ਤੇ ਬਹੁਤ ਕੀਮਤੀ, ਔਰ ਜੇ ਤੂੰ ਉਹਨੂੰ ਨਹੀਂ ਕੈਸ਼ ਕਰ ਪਾਇਆ, ਅਪੋਰਚੁਨਿਟੀ ਤੇ ਕੀਮਤੀ ਹੈ, ਉਸ ਨੂੰ ਅਸੀਂ ਇਨਕੈਸ਼ ਕਰ ਪਾ ਰਹੇ ਹਾਂ। ਜੋ ਲਾਹਾ ਔਰ ਟੋਟਾ ਜੋ ਹੈ ਨਾ, ਉਹ ਕਹਿੰਦੇ ਕਾਇਆ ਕਾਮਨ ਅਤ ਸੁਆਲਿਓ ਫਿਰ ਵਸੈ ਜਿਸ ਨਾਲ ਹੈ। ਜੇ ਤੇ ਫਿਰ ਵਸਿਆ ਜਿਸ ਨਾਲੇ ਹੈ, ਫਿਰ ਤੇ ਕਹਿੰਦਾ ਇਹ ਤੇ ਬੜੀ ਸੁੰਦਰ ਵੀ ਉਹ ਇਹ ਤੇ ਉਹਨਾਂ ਨੇ ਕਾਇਆ ਕੰਚਨ ਸ਼ਬਦ ਵਿਚਾਰਾ ਸੀ। ਕੁਝ ਦਿਨ ਪਹਿਲਾਂ ਸੇਮ ਲਾਈਨ ਪੜ੍ਹ ਕੇ ਆਏ ਸੀ, ਕਾਇਆ ਕੰਚਨ ਸ਼ਬਦ ਵਿਚਾਰਾ। ਇਹ ਕਾਇਆ ਕੰਚਨ ਵੀ ਹੋ ਸਕਦੀ ਹੈ, ਔਰ ਉਹੀ ਕਾਇਆ ਨੂੰ ਗੁਰੂ ਕਹਿੰਦੇ ਨੇ ਵੀ ਤੂੰ ਕਾਇਆ ਮੈਂ ਰੁਲਦੀ ਦੇਖੀ। ਨਫਾ ਨੁਕਸਾਨ ਜੋ ਹੈ ਨਾ, ਤੈਨੂੰ ਇਹਦੇ ਵਿੱਚੋਂ ਹੀ ਤੈਨੂੰ ਢੂੰਡ ਕੇ, ਕਿਉਂਕਿ ਕਰਮ ਜਿਹੜੇ ਨੇ ਨਾ, ਨਿਬੇੜਾ ਕਰਮਾਂ ਦੇ ਉੱਤੇ ਵੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਿਰਤ ਕਰਮ ਕੇ ਵਿਛੜੇ। ਕਰਮ ਜਿਹੜੇ ਪਰਫਾਰਮ ਹੋਣੇ ਨੇ ਉਹ ਕਾਇਆ ਦੇ ਰਾਹੀਂ ਪਰਫਾਰਮ ਹੋਣੇ। ਉਹਦੇ ਪਿਛਲੀ ਸੋਚ ਜਿਹੜੀ ਨਾ, ਉਹ ਗੁਰੂ ਬਦਲੀ ਕਰ ਸਕਦਾ ਹੈ। ਗੁਰੂ ਤਾਂ ਕਿਉਂਕਿ ਜੋ ਵਿਚਾਰ ਨੇ ਨਾ, ਉਹੀ ਵਿਵਹਾਰ ਬਣ ਜਾਂਦੇ ਨੇ। ਗੁਰੂ ਤੇਰੀ ਵਿਚਾਰਧਾਰਾ ਨੂੰ ਬਦਲੀ ਕਰ ਦਿੰਦਾ, ਕਿ ਜਿਸ ਤਰ੍ਹਾਂ ਦੀ ਵਿਚਾਰ ਬਣੇਗੀ ਵਿਦ ਟਾਈਮ ਉਸਨੇ ਹੀ ਵਿਵਹਾਰ ਵਿੱਚ ਆਣਾ ਹੀ ਆਣਾ ਉਹਨੇ। ਤੇ ਗੁਰੂ ਕਹਿੰਦਾ ਵੀ ਕਹਿੰਦਾ ਇਸ ਕਾਇਆ ਵਿੱਚ ਇਹਦੇ ਵਿੱਚ ਨਫਾ ਨੁਕਸਾਨ ਜਿਹੜਾ ਹੈ ਨਾ, ਉਹ ਇਹਦੇ ਕਾਇਆ ਦੇ ਵਿੱਚ ਹੀ ਤੂੰ ਸਰੀਰਕ ਤੌਰ ਦੇ ਉੱਤੇ ਕਰ ਸਕਣਾ। ਤੂੰ ਕਹਿੰਦਾ ਗੁਰਮੁਖ ਖੋਜੇ ਵੇ ਪ੍ਰਵਾਹ। ਜਿਹੜਾ ਗੁਰੂ ਦੇ ਆਸ਼ੇ ਵਿੱਚ ਚੱਲਣ ਵਾਲਾ ਜਿਹੜਾ ਬੰਦਾ ਜਿਹੜਾ ਹੈ ਨਾ, ਵੀ ਉਹ ਰੱਬ ਨੂੰ ਫਿਰ ਖੋਜਦਾ। ਉਹ ਆਪਣੇ ਅੰਦਰੋਂ ਅੱਛਾ ਉਹ ਰੱਬ ਨੂੰ ਖੋਜਣ ਵਾਸਤੇ ਕਹਿੰਦੇ ਉਹਨੂੰ ਬਾਹਰ ਜਾਣ ਦੀ ਲੋੜ, ਕਹਿੰਦਾ ਸਰੀਰੋਂ ਭਾਲਣ ਬਾਹਰ ਕੋ ਜਾਏ, ਕਹਿੰਦਾ ਨਾਮ ਨਾ ਲਹੇ ਬਹੁਤ ਵੇਗਾਰ ਦੁੱਖ ਪਾਏ। ਜੇ ਇਹ ਨਾਮ ਦੀ ਪ੍ਰਾਪਤੀ ਵਾਸਤੇ ਤੁਸੀਂ ਤੀਰਥਾਂ ਤੇ ਜਾ ਰਹੇ ਹੋ, ਤੁਸੀਂ ਨੰਗੀ ਪੈਰੀ ਜਾ ਰਹੇ ਹੋ, ਕਹਿੰਦਾ ਸਰੀਰੋਂ ਭਾਲਣ ਬਾਹਰ ਕੋ ਜਾਏ, ਉਹ ਸਰੀਰੋਂ ਭਾਲਣ ਕੋ ਬਾਹਰ ਜਾਏ। ਜੇ ਮਤਲਬ ਤੂੰ ਆਪਣੇ ਜੀਵਨ ਦੀ, ਇਸ ਤੋਂ ਪਹਿਲਾਂ ਵੀ ਕਿਸੇ ਕਹਿੰਦੇ ਗੁਰਮੁਖ ਹੋਵੇ ਸੋ ਕਾਇਆ ਸੋਧ ਹੈ। ਤੂੰ ਆਪਣੇ ਕਰਮ ਨੂੰ ਸੋਧ, ਜੋ ਤੂੰ ਮਾੜਾ ਕਰੀ ਜਾਂਦਾ ਪੈਣਾ। ਤੂੰ ਬੋਲਣਾ ਬੜਾ ਚੰਗਾ ਹੈ, ਉਹ ਦਿਲ ਕਾਤੀ ਗੁੜਵਾਤ, ਸ਼ਾਇਦ ਮੇਰੇ ਵਰਡ ਹੋ ਸਕਣ ਥੋੜੇ ਜਿਹੇ, ਵੀ ਤੂੰ ਬੋਲਣਾ ਬੜਾ ਚੰਗਾ ਹੈ, ਲੇਕਿਨ ਤੇਰੇ ਕਰਮ ਜਿਹੜੇ ਨੇ ਨਾ, ਉਹ ਤੇਰੇ ਗੁਰੂ ਕਹਿੰਦੇ ਨਹੀਂ, ਆਪਣੇ ਕਰਮਾਂ ਨੂੰ ਸੋਧ ਲੈ। ਜੇ ਕਰਮ ਮਾੜੇ ਕੀਤੇ
ਤੇ ਫਿਰ ਤੈਨੂੰ ਉਹਦਾ ਲੇਖਾ ਜਿਹੜਾ ਹੈ ਨਾ ਉਹ ਤੈਨੂੰ ਦੇਣਾ ਹੀ ਪਏਗਾ। ਤੈਨੂੰ ਜਿਹੜਾ ਕਹਿੰਦੇ ਵੀ ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾ, ਗੁਰਮੁਖ ਖੋਜੇ। ਗੁਰਮੁਖ ਜਿਹੜਾ ਨਾ ਉਹ ਆਪਣੇ ਅੰਦਰ ਇਹਦੇ ਅੰਦਰ ਹੀ 5 ਚੋਰ ਵੀ ਵਸਦੇ ਪਏ ਨੇ, ਇਹਦੇ ਅੰਦਰ ਰੱਬ ਵੀ ਵਸਦਾ ਪਿਆ। ਉਹ ਰੱਬ ਵੀ ਕੈਸਾ ਹੈ, ਬੇਪਰਵਾਹ। ਉਹ ਕਿਸੇ ਨੂੰ ਕਹਿੰਦੇ ਬੀਓ ਪੂਛ ਨਾ ਮਸਲਤ ਕਾਲ ਹੈ, ਉਹ ਕਿਸੇ ਨੂੰ ਪੁੱਛਦਾ ਨਹੀਂ, ਉਹ ਭੁੱਲ ਨਾ ਭੁੱਲੇ, ਲਖਿਓ ਨਾ ਚਲਾਵੇ। ਉਹ ਕਿਸੇ ਲਿਖੇ ਹੋਏ ਨਿਯਮਾਂ ਦਾ ਬਚਿਆ ਹੋਇਆ ਨਹੀਂ ਹੈ। ਸਾਰੀ ਦੁਨੀਆ ਨੂੰ ਉਹ ਹੁਕਮ ਚਲਾਉਂਦਾ ਹੈ, ਲੇਕਿਨ ਉਹ ਕਿਸੇ ਨਿਯਮ ਦਾ ਬਚਿਆ ਹੋਇਆ ਨਹੀਂ। ਉਹ ਲਖਿਓ ਨਾ ਚਲਾਵੇ, ਮਤਾ ਨਾ ਕਰੇ 50। ਉਹ 50 ਬੰਦਿਆਂ ਨੂੰ ਪੁੱਛ ਕੇ ਬਿਠਾ ਕੇ ਫੈਸਲੇ ਨਹੀਂ ਕਰਦਾ। ਅੱਛਾ ਹੁਣ ਇਹ ਕੰਮ ਕਰ ਲਵਾਂ, ਮੇਰੇ ਘਰ ਵਿਆਹ ਆਇਆ ਹੈ, ਮੈਂ ਜੀ ਕਿਹੜਾ ਹੌਲ ਕਰੀਏ। ਰੱਬ ਕਿਸੇ ਨੂੰ ਕੁਝ ਨਹੀਂ ਪੁੱਛਦਾ, ਉਹ ਬੇਪਰਵਾਹ ਅਤੋਲਵਾ। ਗੁਰਮਤ ਕੀ ਜਦੋਂ ਗੁਰੂ ਕਲੋ ਵਿੱਚ ਬੜੀ ਵਧੀਆ ਲਾਈਨ ਕੋਡ ਹੈ, ਅਗਾਧ ਬੋਧ ਸੋ ਮਾਲਕ ਕੈਸਾ ਥੋੜਾ ਵਿੱਚ ਹੋ ਸਕਦੇ ਨੇ, ਜਿਸ ਠਾਕੁਰ ਕੋ ਸੁਨ ਅਗਾਧ ਬੋਧ। ਕਹਿੰਦੇ ਗੁਰੂ ਕਹਿੰਦੇ ਦੇਖੋ ਅਚਰਜ ਪਿਆ, ਦੇਖੋ ਕਿੰਨਾ ਅਚਰਜ ਤਮਾਸ਼ਾ ਹੋ ਗਿਆ, ਕਿੰਨੀ ਕੈਸੀ ਖੇਡ ਵਰਤ ਗਈ। ਦੇਖੋ ਅਚਰਜ ਪਿਆ, ਜੈ ਠਾਕੁਰ ਕੋ ਸੁਨ ਅਗਾਧ ਬੋਧ ਸੋ ਹਿਰਦੈ ਗੁਰ ਦਿਆ। ਉਸ ਰੱਬ ਨੂੰ ਗੁਰੂ ਨੇ ਮੇਰੇ ਹਿਰਦੇ ਵਿੱਚ ਪ੍ਰਗਟ ਕਰ ਦਿੱਤਾ। ਕਹਿੰਦੇ ਉਹ ਫਿਰ ਜਿਹੜਾ ਗੁਰਮੁਖ ਬੰਦਾ ਹੈ ਨਾ, ਉਸ ਬੇਪਰਵਾਹ ਪਰਮਾਤਮਾ ਨੂੰ ਉਹ ਹਮੇਸ਼ਾ ਦੇਖ ਲੈ ਕਿਤੇ ਅੰਦਰੋਂ ਮੇਰੇ ਅੰਦਰੋਂ ਹੈ ਰੱਬ। ਹੁਣ ਅਸੀਂ ਕਹਾਂਗੇ ਰੱਬ ਲੁੱਟਿਆ ਨਹੀਂ ਜਾ, ਕਹਿੰਦੇ ਵੀ ਜਿਹੜੇ ਵਿਕਾਰ ਨੇ ਰੱਬ ਨੂੰ ਲੁੱਟਦੇ ਪਏ ਨੇ। ਦੇਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ। ਅੰਮ੍ਰਿਤਮਈ ਪਰਮਾਤਮਾ ਜੋ ਆਤਮਿਕ ਜੀਵਨ ਸਰੂਪ ਪਰਮਾਤਮਾ ਜਿਹੜਾ ਹੈ, ਉਹਨੂੰ ਅੰਦਰੋਂ ਬਾਹਰ ਕੱਢਦੇ ਪਏ ਨੇ। ਕਿਉਂਕਿ ਜਦ ਤੱਕ ਕੂੜ ਅੰਦਰ ਹੈ, ਸੱਚ ਨੇ ਅੰਦਰ ਨਹੀਂ ਟਿਕਣਾ। ਕੂੜ ਜਾਏਗਾ ਤੇ ਸੱਚ ਨੂੰ ਬੁਲਾਉਣ ਦੀ ਲੋੜ ਨਹੀਂ, ਫਿਰ ਸੱਚ ਆਟੋਮੈਟਿਕਲੀ ਅੰਦਰ ਆ ਹੀ ਜਾਏਗਾ। ਹੈ ਵੈਸੇ ਰੱਬ ਹਰ ਥਾਂ ਦੇ ਉੱਤੇ ਵਰਤਦਾ ਪਿਆ। ਜਿਹੜਾ ਗੁਰਮੁਖ ਬੰਦਾ ਹੁੰਦਾ ਨਾ, ਉਹ ਆਪਣੀ ਕਾਇਆ ਦੀ ਵੀ ਭਾਲ ਕਰਦਾ ਹੈ ਤਾਂ ਕਿ ਉਹ ਬੇਪਰਵਾਹ ਪਰਮਾਤਮਾ ਦੇ ਨਾਲ ਇਕਮਿਕ ਹੋ ਕੇ ਰਹਿ ਸਕੇ। ਕਹਿੰਦੇ ਗੁਰਮੁਖ ਵਣਜੈ ਸਦਾ ਸੁਖ ਪਾਏ। ਜਿਹੜਾ ਦੇਖੋ ਵਪਾਰ ਤੇ ਬੰਦੇ ਨੇ ਕਰਨਾ ਹੈ, ਜੇ ਲਾਹਾ ਹੋਰ ਤੋਟਾ ਦੋਨੋਂ ਹੈ ਨਾ, ਤੇ ਵਪਾਰ ਤੇ ਕਰਨਾ ਹੈ ਵੀ ਇੱਕੋ। ਕਹਿੰਦੇ ਗੁਰਮੁਖ ਕੂੜ ਨਾ ਪਾਵਈ, ਸੱਚ ਰਤੇ ਸੱਚ ਪਾਏ। ਜਿਹੜਾ ਗੁਰੂ ਦਾ ਅਨੁਸਾਰੀ ਹੋ ਜਾਂਦਾ ਹੈ ਨਾ, ਉਹ ਕਹਿੰਦਾ ਹਰ ਨਾਮ ਵਣਜੈ ਰੰਗ ਸਿਉ। ਉਹ ਪਰਮਾਤਮਾ ਦੇ ਨਾਮ ਦਾ ਸੌਦਾ ਇਕੱਠਾ ਕਰਦਾ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਾਪਾਰਾ ਰਾਮ। ਜਿਹੜਾ ਗੁਰਮੁਖ ਹੁੰਦਾ ਨਾ, ਉਹ ਹਰ ਬੰਦਾ ਖੱਟੀ ਕਰਦਾ ਪਿਆ, ਉਹ ਅੰਦਰੋਂ ਕੋਈ ਨਾ ਕੋਈ ਲਾਭਦਾਇਕ ਸੌਦਾ ਜਿਹੜਾ ਕਰ ਦੇਗਾ। ਕਹਿੰਦਾ ਕੂੜਾ ਸੌਦਾ ਕਰ ਗਏ, ਗੌਰੀ ਆਏ ਪਏ। ਜੀਵਨ ਵਿੱਚ ਨਾ ਵੀ ਕੂੜ ਦਾ ਸੌਦਾ ਵੀ ਪਹਿਲੀ ਸਾਲ ਸੁਣਦੇ ਨੇ ਵੀ ਮਹਿਲਾ ਮੰਦਰ ਮਾੜੀਆਂ ਉਸਾਰਿਆਂ ਦੇ ਪੀ ਗਏ। ਮੇਰੇ ਵਰਡ ਸ਼ਾਇਦ ਅੱਗੇ ਫਿਰ ਹੋ ਸਕਦੇ ਨੇ ਵੀ ਉਹ ਕਹਿੰਦੇ ਕੂੜਾ ਸੌਦਾ ਕਰ ਗਏ। ਜ਼ਿੰਦਗੀ ਵਿੱਚ ਸੌਦਾ ਕਰ ਗਏ ਵੀ ਮਹਿਲ ਮਾੜੀਆਂ ਉਸਾਰ ਗਏ। ਇਹ ਵਾਲੀ ਉਹਨਾਂ ਨੇ ਇਸ ਨੂੰ ਆਪਣੀ ਧਨ ਦੌਲਤ ਸਮਝਿਆ, ਜਿਹਨੂੰ ਗੁਰੂ ਕਹਿੰਦੇ ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾ ਹੈ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਜੀਵਨ ਦਾ ਮੌਕਾ ਜਿਹੜਾ ਖਤਮ ਹੋ ਗਿਆ, ਮਿਲਿਆ ਤੇ ਬੜਾ ਕੀਮਤੀ ਮੌਕਾ ਮਿਲਿਆ ਸੀ। ਕਹਿੰਦੇ ਗੁਰਮੁਖ ਵਣਜੈ ਸਦਾ ਸੁਖ ਪਾਏ। ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਦੇ ਨਾਮ ਧਨ ਨੂੰ ਵਣਜਦੇ ਨੇ, ਉਹਨੂੰ ਇਕੱਠਾ ਕਰਦੇ ਨੇ। ਕਹਿੰਦੇ ਫਿਰ ਸਹਿਜ ਮਿਲਾਇਂਦਾ। ਜਿਹੜੇ ਇਸ ਨਾਮ ਨੂੰ ਪੜ੍ਹਦੇ ਸੁਣਦੇ ਸਮਝਦੇ ਵਣਜਦੇ ਨੇ, ਕਹਿੰਦੇ ਸਤ ਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਵਖਾਣੀ ਹੈ। ਕਿਉਂਕਿ ਨਾਮ ਜਿਹੜਾ ਸਬਜੈਕਟ ਹੈ ਨਾ, ਉਹ ਵਖਾਣਿਆ ਕਿਤੇ ਜਾਏਗਾ, ਉਹਨੂੰ ਡਿਸਕਸ ਕੀਤਾ ਕਿਤੇ, ਉਹਨੂੰ ਵੀ ਸੰਗਤ ਕਹਿੰਦੇ ਨੇ। ਜਿੱਥੇ ਵਖਾਣਨ ਤੋਂ ਪਾਓ ਉਹਦੀ ਵਿਆਖਿਆ ਕਰਨੀ, ਪਾਓ ਉਹਨੂੰ ਖੁੱਲ ਕੇ ਸਮਝਾਣਾ, ਉਹਨੂੰ ਚੰਗੀ ਤਰੀਕੇ ਦੇ ਨਾਲ ਨਾਮ ਹੈ ਕੀ। ਕਿਉਂਕਿ ਗੁਰਬਾਣੀ ਕਹਿੰਦੇ ਨਾਨਕ ਕੇ ਕਰ ਕੇਵਲ ਨਾਮ। ਗੁਰੂ ਨਾਨਕ ਦੇ ਘਰ ਵਿੱਚ ਹੋਰ ਕੋਈ ਸਿੱਖਿਆ ਨਹੀਂ ਹੈ। ਨੰਗੇ ਪੈਰੀ ਜਾਓ, ਇੰਨੇ ਦਿਨਾਂ ਦਾ ਵਰਤ ਰੱਖੋ, ਇਸ ਤਰੀਕੇ ਦੇ ਨਾਲ ਇਹ ਕਰੋ, ਦੁੱਧ ਨਾਲ ਗੁਰਦੁਆਰੇ ਧੋਵੋ, ਕੋਈ ਸਿੱਖਿਆ ਨਹੀਂ ਗੁਰੂ ਨਾਨਕ ਦੇ ਘਰ। ਫਿਰ ਨਾਮ ਨੂੰ ਸਮਝਣ ਵਾਸਤੇ ਕਦੋਂ ਵੀ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ। ਜਿਹੜਾ ਉਹ ਕਹਿੰਦੇ ਫਿਰ ਜਿਹੜਾ ਬੰਦਾ ਨਾਮ ਨੂੰ ਵਣਜਣਾ ਸ਼ੁਰੂ ਕਰ ਦਿੰਦਾ ਹੈ ਨਾ, ਕਹਿੰਦਾ ਫਿਰ ਪਰਮਾਤਮਾ ਇੱਕ ਅਸੀਂ ਲਾਸਟ ਟਾਈਮ ਵੀ ਆਏ ਸੀ ਵੀ ਸਹਿਜ ਉਹ ਵਾਲੀ ਹਾਲਤ ਕਹਿ ਲਓ, ਇੰਸਟੀਟਿਊਟਿਵਨੈਸ ਵਾਲੀ, ਜਿੱਥੇ ਤੁਹਾਨੂੰ ਬਿਨਾਂ ਸੋਚੇ ਸਮਝੇ ਤੁਹਾਡੇ ਕੰਮ ਵੀ ਅਸੀਂ ਸਵਾਸ ਲੈਣੇ, ਮੈਂ ਕਦੀ ਸੋਚਿਆ ਨਹੀਂ। ਜਾਂ ਅਸੀਂ ਕਈ ਵਾਰ ਐਗਜ਼ਾਮਪਲ ਦਿੰਦੇ ਹਾਂ ਵੀ ਬੰਦਾ ਗੱਡੀ ਚਲਾਉਂਦੇ ਆ, ਜਿਸ ਬੰਦੇ ਨੇ ਗੱਡੀ ਸਿੱਖ ਲਿੱਤੀ ਨਾ, ਉਹ ਕਦੀ ਸੋਚਦਾ ਨਹੀਂ ਮੈਂ ਕਲਚ ਦਬਾਵਾਂ, ਹੁਣ ਬ੍ਰੇਕ ਦਬਾਵਾਂ।
जिस तरह सिचुएशन आते जाते हैं ना, वो सहज ही ਉਹਦੇ ਕੋਲੋਂ ਕੰਮ ਹੁੰਦੇ ਜਾਂਦੇ ਨੇ। ਫਿਰ ਜਿਹੜੀ ਇੱਕ ਹੋਰ ਸਹਿਜ ਵਾਲੀ ਜਿਹੜੀ ਗੁਰਬਾਣੀ ਅਵਸਥਾ ਵਾਲੀ ਵੀ ਗੱਲ ਕਰਦੇ ਵੀ ਚੌਥੇ ਪਦ ਵਿੱਚ ਸਹਿਜ ਹੈ, ਚੌਥੀ ਪਦਵੀ ਗੁਰਮੁਖ ਉੱਚੀ, ਜਿਹੜੀ ਉਹ ਵਾਲੀ ਅਵਸਥਾ ਜਿਹਨੂੰ ਸਹਿਜ ਵਾਲੀ ਅਵਸਥਾ ਕਹਿਣਾ, ਜਿਸ ਤਰ੍ਹਾਂ ਜੀਵਨ ਸਹਿਜ ਵਿੱਚ ਦਿਖਦਾ ਹੈ। ਤੂੰ ਯਾਦ ਕਰ ਲਵੇਂ ਨਾ, ਬੜੀ ਅੱਛੀ ਗੱਲ ਹੈ। ਜੇ ਅਸੀਂ ਸਮਰਨ ਕਹਿ ਰਹੇ ਹਾਂ, ਸਿਮਰਨ ਕਹਿ ਰਹੇ ਹਾਂ, ਸਿਮਰਨ ਦੇ ਆਖਰੀ ਅਰਥ ਕੀ ਬਣਨਗੇ? ਸਮਰਨ ਕਰਨਾ। ਵੀ ਜੇ ਸਮਰਨ ਕਰ ਲਓ ਕੋਈ ਮਾੜੀ ਗੱਲ ਨਹੀਂ। ਮੈਂ ਕਹਿੰਦਾ ਜੇ ਉਹਨੇ ਵੀ ਪਰਤਰਿਆ ਰੂਪ ਨਾ ਵੇਖੇ ਨੇ ਤਾਂ ਸੁਣਿਆ ਸੀ, ਫਰੀਦਾ ਬੁਰੇ ਦਾ ਭਲਾ ਕਰ ਸੁਣਿਆ ਸੀ, ਲੋੜ ਪੈਣ ਦੇ ਉੱਤੇ ਉਹਨੂੰ ਆਪਣੇ ਸਮਰਨ ਵਿੱਚ ਲੈ ਆ, ਉਹਨੂੰ ਲੇਖਾਂ ਵਿੱਚ ਕਨਵਰਟ ਨਾ ਕਰੀ, ਉਹ ਵੀ ਬੜੀ ਚੰਗੀ ਗੱਲ ਹੈ। ਲੇਕਿਨ ਰੱਬ ਕਰੇ ਤੇਰਾ ਜੀਵਨ ਇਸ ਸਹਿਜ ਵਾਲੀ ਅਵਸਥਾ ਤੇ ਹੀ ਟਿਕ ਜਾਏ, ਤੇਰਾ ਦਿਮਾਗ ਉਸ ਪਾਸੇ ਚੱਲਦਾ ਹੀ ਨਹੀਂ, ਉਸ ਪਾਸੇ ਹੁਣ ਤੇਰੀ ਨਜ਼ਰ ਜਾਂਦੀ ਹੀ ਨਹੀਂ। ਤੂੰ ਹੱਕ ਪਰਾਇਆ ਨਾਨਕਾ, ਤੂੰ ਤੇਰਾ ਹੱਕ ਪਰਾਇਆ ਖਾਣ ਨੂੰ ਤੇਰਾ ਮਨ ਹੀ ਨਹੀਂ ਕਰਦਾ। ਕਹਿੰਦੇ ਫਿਰ ਜਿਹੜਾ ਰੱਬ ਨੇ ਸਹਿਜੇ ਉਹਨਾਂ ਨੂੰ ਇਹ ਵਾਲੀ ਚੌਥੀ ਅਵਸਥਾ ਵਿੱਚ ਸਹਿਜ ਤੌਰ ਤੇ ਟਿਕਾ ਕੇ ਰੱਖ ਦਿੰਦਾ। ਸਹਿਜ ਮਿਲਣਾ ਜਾਂਦਾ ਪਰਮਾਤਮਾ ਨੇ ਉਹਨਾਂ ਨੂੰ ਜੀਵਨ ਨੂੰ ਇਤਨਾ, ਕਿਉਂਕਿ ਨਾਮ ਵਰਕ ਕੀਤਾ। ਕਈ ਵਾਰ ਕਹਿ ਰਹੇ ਹਾਂ ਕਿ ਜਿਨ੍ਹਾਂ ਨੇ ਪਹਿਲਾਂ ਨਹੀਂ ਵਰਕ ਕੀਤਾ ਉਹ ਉਹਨਾਂ ਨੂੰ ਤੁਹਾਨੂੰ ਭਾਗ ਬਣਾਉਣੇ ਪੈਣਗੇ। ਜਿਨ੍ਹਾਂ ਨੇ ਪਹਿਲਾਂ ਵਰਕ ਕੀਤਾ ਹੋਇਆ ਫਿਰ ਰੱਬ ਉਹਨਾਂ ਨੂੰ, ਜਿਨ੍ਹਾਂ ਨੇ ਗੱਡੀ ਚਲਾਉਣੀ ਸਿੱਖੀ ਨਾ, ਉਹੀ ਗੱਡੀ ਚਲਾਉਣ ਦੇ ਵਾਸਤੇ ਜਨਾਨੀਆਂ ਫੁਲਕਾ ਪਕਾਉਂਦੀਆਂ ਨੇ, ਪਰ ਕਦੀ ਸੋਚਦੇ ਨੇ ਫੁਲਕਾ ਪਲਟੀ ਕਰ ਦਈਏ ਜਾਂ ਉਹਨੂੰ ਹੁਣ ਇੱਕ ਫਿਰਾ ਲਈਏ। ਇਟ ਇਜ਼ ਇੰਟੂਟਿਵ, ਉਹ ਆਟੋਮੈਟਿਕਲੀ ਹੋ ਹੀ ਜਾਂਦਾ ਪਿਆ, ਕਿਉਂਕਿ ਉਹਨਾਂ ਨੇ ਇਸ ਤੋਂ ਪਹਿਲਾਂ ਮਿਹਨਤ। ਜਦੋਂ ਅਸੀਂ ਬਾਣੀ ਨੂੰ ਵੀ ਸਾਡੇ ਜੀਵਨ ਵਿੱਚ ਧੀਰੇ ਧੀਰੇ ਵਸਾਵਾਂਗੇ, ਪੜਾਂਗੇ, ਵਿਚਾਰਾਂਗੇ, ਕਰਮਾਂ ਨੂੰ ਸੁਧਾਰਾਂਗੇ ਨਾ, ਇਹ ਸਹਿਜ ਸਾਡੇ ਜੀਵਨ ਦਾ ਸਹਿਜ ਬਣ ਜਾਏ। ਹਾਂਜੀ ਧੰਨਵਾਦ ਵੀਰ ਜੀ। ਦੁਨਿਆਵੀ ਉਦਾਹਰਨ ਦੇ ਕੇ ਆਪ ਜੀ ਨੇ ਸਹਿਜ ਨੂੰ ਵੀ ਬੜੇ ਸੋਹਣੇ ਤਰੀਕੇ ਨਾਲ ਸਮਝਾਣਾ ਕੀਤਾ ਕਿ ਸਾਨੂੰ ਸੱਚ ਬੋਲਣ ਲੱਗਿਆਂ ਜ਼ੋਰ ਨਾ ਲਾਣਾ ਪਵੇ, ਸੁਭਾਅ ਵੀ ਬਣ ਜਾਏ ਸੱਚ ਬੋਲਣ ਦਾ। ਸਾਡਾ ਸੁਭਾਅ ਜਿਹੜਾ ਹੈ ਝੂਠ ਵਿੱਚ ਫਸਿਆ ਰਹਿੰਦਾ, ਔਰ ਜ਼ਿੰਦਗੀ ਕੈਸੀ ਬਣਦੀ ਹੈ? ਬਿਕ ਖਾਣਾ, ਬਿਕ ਬੋਲਣਾ, ਬਿਕ ਕੀ ਕਾਰ ਕਮਾਏ। ਜ਼ਹਿਰ ਹੀ ਖਾਣਾ ਹੈ, ਜ਼ਹਿਰ ਹੀ ਬੋਲਣਾ ਹੈ। ਬਾਹਰੋਂ ਪਹਿਲੇ ਅਸੀਂ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ ਗੰਦਗੀ ਚੁੱਕਦੇ ਹਾਂ, ਅੰਦਰ ਭਰ ਲੈਂਦੇ ਹਾਂ, ਤੇ ਬਿਕ ਕੀ ਕਾਰ ਕਮਾਏ। ਫਿਰ ਕਾਰ ਸਰੀਰਿਕ ਤੌਰ ਤੇ ਕਾਰ ਕਿਹੜੇ ਕਰਦੇ ਹਾਂ? ਕਿਉਂਕਿ ਅੰਦਰ ਜ਼ਹਿਰ ਭਰਿਆ ਪਿਆ ਤੇ ਅਸੀਂ ਜ਼ਹਿਰ ਹੀ ਕੱਢਦੇ ਹਾਂ। ਇਹ ਜਿਹੜੇ ਵਿਕਾਰ ਸਾਡੇ ਜ਼ਬਾਨ ਤੋਂ ਨਿਕਲਦੇ ਹਨ, ਅੱਖਾਂ ਤੋਂ ਨਿਕਲਦੇ ਹਨ, ਸਾਡੇ ਕਰਮਾਂ ਤੋਂ ਨਿਕਲਦੇ ਹਨ। ਕਿਉਂ ਨਿਕਲਦੇ ਹਨ? ਕਿਉਂਕਿ ਅੰਦਰ ਪੈਨ ਵਿਕ ਸੰਚੇ ਨਿਤ ਡਰਤਾ ਫਿਰੇ, ਔਰ ਅੰਦਰ ਜ਼ਹਿਰ ਹੈ ਇਕੱਠਾ ਕੀਤਾ ਹੋਇਆ, ਤੇ ਡਰ ਵਾਲਾ ਜੀਵਨ ਬਣਿਆ ਰਹਿੰਦਾ ਹਮੇਸ਼ਾ। ਜਿਹੜਾ ਨਿਰਭਉ, ਗੁਰੂ ਸਾਹਿਬ ਦੀ ਬਾਣੀ ਸਾਨੂੰ ਨਿਰਭਉ ਬਣਾ ਰਹੀ ਹੈ, ਉਹ ਜੀਵਨ ਸਾਨੂੰ ਪ੍ਰਾਪਤ ਨਹੀਂ ਹੁੰਦਾ ਤੇ ਅਸੀਂ ਫਿਰ ਦੁੱਖਾਂ ਦੇ ਵਿਚਕਾਰ ਜੀਵਨ ਬਤੀਤ ਹੁੰਦਾ ਰਹਿੰਦਾ। ਧੰਨਵਾਦ ਆਪ ਜੀ ਦਾ। ਜੀ ਇਕਬਾਲ ਵੀਰ ਜੀ। ਜੀ, ਕਾਇਆ ਵਿੱਚ ਟੋਟਾ, ਕਾਇਆ ਵਿੱਚ ਲਾਹ। ਹੁਣ ਕਾਇਆ ਦੇ ਵਿੱਚ ਹੀ ਮੁਨਾਫਾ ਹੈ ਤੇ ਕਾਇਆ ਦੇ ਵਿੱਚ ਹੀ ਨੁਕਸਾਨ ਹੈ। ਭਾਵ ਕੀ ਆ? ਦੁੱਖ ਸੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਕਾਇਆ ਦੇ ਵਿੱਚ ਦੁੱਖ ਵੀ ਆਉਣਾ ਤੇ ਸੁੱਖ ਵੀ ਆਉਣਾ, ਬਣਾਇਆ ਕਿਹਨੇ ਆ? ਕਰਤੇ ਨੇ। ਦਰ ਕੱਪੜੇ, ਇਹ ਸਰੀਰ ਦੇ ਕੱਪੜੇ ਹਨ, ਪਹਿਰੇ ਜਾਏ ਮਨੁੱਖ, ਮਨੁੱਖੀ ਸੁਭਾਅ ਨੇ ਪਾਉਣੇ। ਕਰਤੇ ਨੇ ਬਣਾਈ ਇਹ ਖੇਡ। ਕਰਤੇ ਦੀ ਖੇਡ ਹੈ ਵਿੱਚ ਦੁੱਖ ਸੁੱਖ ਸਾਨੂੰ ਮਿਲਦੇ ਹਨ, ਪਰ ਕਰਤੇ ਨੇ ਸਾਨੂੰ ਸੂਝ ਵੀ ਦਿੱਤੀ ਹੈ, ਹਾਥ ਦੀਪੂ ਹੈ ਪਰ। ਜੇ ਸਾਡੀ ਇਹ ਅਵਸਥਾ ਹੋਊਗੀ ਤਾਂ ਉਸ ਹਿਸਾਬ ਦਾ ਸਾਡਾ ਜਿਹੜਾ ਹੈਗਾ ਫਾਲਿਆ ਸਾਨੂੰ ਮਿਲਣਾ ਹੈਗਾ। ਭਾਵ ਕਿ ਜੇ ਅਸੀਂ ਚਾਨਣ ਹੁੰਦਿਆਂ ਵੀ, ਪ੍ਰਕਾਸ਼ ਹੁੰਦਿਆਂ, ਗਿਆਨ ਹੁੰਦਿਆਂ ਵੀ ਅਗਿਆਨੀ ਬਣਦੇ ਹਾਂ ਤੇ ਸਾਨੂੰ ਫਿਰ ਨੁਕਸਾਨ ਉਠਾਉਣਾ ਹੀ ਪਵੇਗਾ। ਜੇ ਗੁਰੂ ਦੀ ਸ਼ਰਨ ਪੈ ਕੇ, ਗੁਰੂ ਤੋਂ ਗੁਣ ਲੈ ਕੇ ਉਹਨਾਂ ਨੂੰ ਅਸੀਂ ਧਾਰ ਲੈਂਦੇ ਹਾਂ ਤੇ ਸਾਡਾ ਜਿਹੜਾ ਜੀਵਨ ਹੈ ਉਹ ਪ੍ਰੋਫਿਟ ਵਾਲਾ ਹੋ ਜਾਂਦਾ, ਲਾਹੇ ਵਾਲਾ ਹੋ ਜਾਂਦਾ। ਇਸ ਲਈ ਇਹ ਦੋਏ ਦਰ ਕੱਪੜੇ ਹਨ, ਲਾਹਾ ਵੀ ਤੇ ਨੁਕਸਾਨ ਵੀ। ਦੋਨੋਂ ਵਪਾਰੀ ਵਪਾਰ ਕਰਦਾ, ਉਹਨੂੰ ਇਹ ਦੋਨੇ ਗੱਲਾਂ ਵਾਪਰਦੀਆਂ, ਪਰ ਉਹ ਇਹਨਾਂ ਗੱਲਾਂ ਤੋਂ ਡਰ ਤੋਂ ਵਪਾਰ ਕਰਨੋਂ ਨਹੀਂ ਹਟਦਾ, ਵਪਾਰ ਕਰਦਾ ਹੈ। ਸੋ ਇਹ ਸਰੀਰ ਦੇ ਅੰਦਰ ਦੁੱਖ ਸੁੱਖ ਦੋ ਦਰ ਕੱਪੜੇ, ਇਹ ਹੁਕਮ ਮੰਨ ਕੇ, ਭਾਣਾ ਮੰਨ ਕੇ ਗੁਰਸਿੱਖ ਜਿਹੜਾ ਹੈਗਾ ਉਹ ਸਦਾ ਹੀ ਵਿਕਾਸ ਵਿੱਚ, ਖੇੜੇ ਵਿੱਚ ਰਹਿੰਦਾ ਹੈ ਕਿ ਉਹਦਾ ਭਾਣਾ ਹੈ, ਉਹਦੀ ਕੀ ਹੈ? ਰਜ਼ਾ ਹੈ। ਰਜ਼ਾ ਕੀ ਬਣ ਗਈ? ਟੋਟਾ ਤੇ ਲਾਹਾ। ਉਹਨੂੰ ਸਮਝ ਪੈ ਗਈ ਫਾਇਦਾ ਨੁਕਸਾਨ ਦੀ। ਉਸ ਫਾਇਦੇ ਨੁਕਸਾਨ ਨੂੰ ਜਿਹੜਾ ਗੁਰਸਿੱਖ ਹੈ
ਉਹ ਭਾਣਾ ਮੰਨ ਕੇ ਚੱਲਦਾ, ਰਜ਼ਾ ਚ ਰਹਿ ਕੇ ਤੁਰਦਾ। ਵਪਾਰੀ ਭਾਵਾਂ ਇਸ ਦਾ ਵਿਸ਼ਲੇਸ਼ਣ ਕਰੇ ਵੀ ਇਹ ਲਾਹ ਦਾ ਤੋਤੇ ਦੀ ਗੱਲ ਕਰਦਾ, ਪਰ ਜਿਹੜਾ ਗੁਰਮੁਖ ਹੈ ਉਹ ਰਜ਼ਾ ਵਿੱਚ ਵੀ ਚੱਲਦਾ ਹੈ। ਉਹਨੂੰ ਕੀਤੇ ਹੋਏ ਪ੍ਰਮਾਤਮਾ ਦੇ ਦੁੱਖ ਸੁੱਖ ਸੂਦ ਦਰ ਕੱਪੜੇ ਪਹਿਰੇ ਜਾਏ ਮਨੁੱਖ ਵਾਲੀ ਅਵਸਥਾ ਨੂੰ ਉਹ ਸਮਝਦਾ ਆ, ਬਾਖੂਬੀ ਜਾਣ ਲੈਂਦਾ ਹੈ, ਉੱਤੇ ਕੋਈ ਵੀ ਗਿਲਾ ਨਹੀਂ ਕਰਦਾ। ਸੋ ਇਹ ਜਿਹੜਾ ਲਾਹਾ ਤੇ ਤੋਟ ਹੈ, ਜਦੋਂ ਗੁਰਮੁਖ ਖੋਜੇ, ਜਦੋਂ ਗੁਰਮੁਖ ਜਿਹੜਾ ਗੁਰੂ ਦੀ ਸ਼ਰਨ ਪੈ ਕੇ ਇਸ ਕਾਇਆ ਨੂੰ ਖੋਜਦਾ ਹੈ, ਇਸ ਕਾਇਆ ਦੇ ਅੰਦਰ ਮਨ, ਕਾਇਆ ਦੇ ਅੰਦਰ ਜਿਹੜੀ ਸੁਰਤ ਹੈ, ਘੜੀਏ ਸੁਰਤ ਮਤ ਮਨ ਬੁੱਧ, ਇਹ ਘੜਦਾ ਹੈ ਜੀ। ਕਾਇਆ ਦੇ ਅੰਦਰ ਇਹ ਸੁਰਤ ਮਤ ਮਨ ਜਦੋਂ ਘੜ ਲੈਂਦਾ, ਗੁਰਮੁਖ ਖੋਜੇ ਬੇਪਰਵਾਹ, ਉਹ ਬੇਪਰਵਾਹ ਪ੍ਰਮਾਤਮਾ ਨੂੰ ਖੋਜਦਾ ਹੈ। ਉਹ ਪ੍ਰਭੂ ਜੋ ਬੇਪਰਵਾਹ ਹੈ, ਕਿਸੇ ਦੀ ਪੁੱਛ ਪ੍ਰਤੀਤ ਨਹੀਂ ਕਰਦਾ, ਕਿਸੇ ਤੋਂ ਹੁਕਮ ਨਹੀਂ ਲੈਂਦਾ, ਉਹ ਫਿਰ ਗੁਰਮੁਖ ਗੁਰੂ ਦੀ ਸ਼ਰਨ ਪੈ ਕੇ ਇਸ ਬੇਪਰਵਾਹ ਪ੍ਰਭੂ ਨੂੰ ਭਾਲਦਾ ਹੈ, ਲੱਭਦਾ ਹੈ ਆਪਣੇ ਸਰੀਰ ਦੇ ਅੰਦਰ ਹੀ, ਸਤਾਨਾਂ ਦੇ ਅੰਦਰ ਹੀ। ਗੁਰਮੁਖ ਵਣਜ ਸਦਾ ਸੁਖ ਪਾਏ। ਹੁਣ ਗੁਰੂ ਦੀ ਸ਼ਰਨ ਪੈ ਕੇ ਵਣਜ ਵਪਾਰ ਕਰਦਾ, ਕਾਹਦਾ ਵਪਾਰ ਕਰਦਾ ਜੀ? ਉਹ ਸਰੀਰ ਦੇ ਵਿੱਚ ਨਾਮ ਦਾ ਵਪਾਰ ਕਰਦਾ। ਜਦੋਂ ਨਾਮ ਦਾ ਵਪਾਰ ਕਰਦਾ, ਸੱਚਾ ਸੌਦਾ ਕਰਦਾ, ਸੱਚਾ ਸੌਦਾ ਕਰਦਾ, ਫਿਰ ਕੀ ਉਹਦਾ ਸਦਾ ਸੁਖ ਮਾਣਦਾ ਹੈ, ਸਦਾ ਸੁਖ ਪਾਏ, ਸਦਾ ਹੀ ਸੁਖ ਮਾਣਦਾ ਹੈ। ਸਹਿਜੇ ਸਹਿਜੇ ਸਹਿਜ ਮਿਲਾਏਂਦਾ, ਸਹਿਜੇ ਭਾਵ ਹਰ ਵੇਲੇ ਸਹਿਜ, ਸਹਿਜ ਵਿੱਚ ਆਤਮਿਕ ਡੋਲਤਾ ਵਿੱਚ, ਹਰ ਵੇਲੇ ਆਤਮਿਕ ਡੋਲਤਾ ਵਿੱਚ ਮਿਲਾਏਂਦਾ, ਆਪਣੇ ਮਨ ਨੂੰ ਜਿਹੜਾ ਹੈ ਉਹ ਟਿਕਾਈ ਰੱਖਦਾ ਹੈ। ਨਾਮ ਵਣਜ ਕਰਕੇ ਗੁਰਮੁਖ ਬੰਦਾ ਜਿਹੜਾ ਵਪਾਰੀ ਹੈ, ਨਾਮ ਦਾ ਵਪਾਰੀ ਹੈ, ਉਹ ਹਰ ਵੇਲੇ ਹੀ ਆਪਣੇ ਆਪ ਨੂੰ ਆਤਮਿਕ ਡੋਲਤਾ ਵਿੱਚ ਟਿਕਾਈ ਰੱਖਦਾ। ਭਾਵ ਗੁਰੂ ਸ਼ਬਦ ਨਾਲ, ਗੁਰੂ ਦੇ ਗੁਣਾਂ ਦੇ ਨਾਲ, ਗੁਰੂ ਦੀ ਉਪਦੇਸ਼ ਸਿੱਖਿਆ ਦੇ ਨਾਲ ਸਦਾ ਲੀਨ ਰਹਿੰਦਾ ਹੈ ਤੇ ਆਪਣੇ ਕਾਇਆ ਨੂੰ ਇਸ ਵਿੱਚ ਹੀ ਜੋੜੀ ਰੱਖਦਾ ਹੈ। ਕਾਇਆ ਤੋਂ ਹੀ ਇਹ ਜਿਹੜਾ ਸਾਰਾ ਕਰਮ ਕਰਵਾਉਂਦਾ ਹੈ ਜੀ। ਧੰਨਵਾਦ ਵੀਰ ਜੀ। ਪ੍ਰਮਾਤਮਾ ਦੇ ਹੁਕਮ ਵਿੱਚ ਹੀ ਸਾਨੂੰ ਦੁੱਖ ਤੇ ਸੁੱਖ ਸਾਡੇ ਕੀਤੇ ਕਰਮਾਂ ਦੇ ਮੁਤਾਬਿਕ ਆਉਂਦੇ ਨੇ। ਆਪ ਜੀ ਬਿਲਕੁਲ ਵਿਸ਼ੇ ਦੇ ਉੱਤੇ ਟਿਕ ਕੇ ਆਪ ਜੀ ਸਮਝਾਣਾ ਕਰਦੇ ਹੋ। ਧੰਨਵਾਦ ਆਪ ਜੀ ਦਾ। ਖੇਤੀਆਂ ਦੁੱਖ ਭੂਖ ਸਦਮਾਰੇ ਦੀ ਦਾਤ ਤੇਰੀ ਦਾਤਾਰ। ਉਹ ਸਾਡੀਆਂ ਆਪਣੀਆਂ ਗਲਤੀਆਂ ਦੀ ਵਜ੍ਹਾ ਕਰਕੇ ਜਿਹੜੇ ਸਾਨੂੰ ਸਾਡਾ ਜੀਵਨ ਦੁਖੀ ਬਣਿਆ ਹੋਇਆ, ਸਾਡੀਆਂ ਇੰਝ ਸਮਝ ਲਈਏ ਭੁੱਖਾਂ ਦੀ ਵਜ੍ਹਾ ਕਰਕੇ ਸਾਡੇ ਦੁੱਖ ਜੀਵਨ ਵਿੱਚ ਆਉਂਦੇ ਰਹਿੰਦੇ ਨੇ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ, ਗੁਰਮੁਖ ਹੋ ਜੇ ਵੇ ਪ੍ਰਵਾਹ। ਇਸ ਕਾਇਆ ਦੇ ਅੰਦਰ ਜਿਹੜਾ ਮਨ ਹੈ ਉਹ ਪ੍ਰੋਫਿਟ ਵੀ ਕਰਦਾ ਹੈ ਤੇ ਲਾਸ ਵੀ ਕਰਦਾ ਹੈ। ਲਾਸ ਕਿੰਜ ਹੁੰਦਾ ਕਿ ਜਦੋਂ ਉਹ ਮਨ ਹਉਮੈ ਦੇ ਵਿੱਚ ਚਲਾ ਜਾਂਦਾ ਹੈ, ਵਿਕਾਰਾਂ ਵਿੱਚ ਚਲਾ ਜਾਂਦਾ ਹੈ, ਦੁਖੀ ਹੁੰਦਾ ਹੈ, ਰੋਗੀ ਹੋ ਜਾਂਦਾ ਹੈ, ਤੇ ਸਮਝੋ ਕਿ ਉਹਦਾ ਲਾਸ ਹੀ ਲਾਸ ਹੈ। ਪਰ ਅਗਰ ਮਨ ਨਾਮ ਨੂੰ ਸੋਚਦਾ ਹੈ, ਉਹਦੇ ਗੁਣਾਂ ਨੂੰ ਸੋਚਦਾ, ਉਹਦੇ ਸਿੱਖਿਆ ਨੂੰ, ਤੇ ਫਿਰ ਉਹ ਚੜ੍ਹਦੀ ਕਲਾ ਔਰ ਸੁੱਖ ਹੀ ਸੁੱਖ ਹੁੰਦਾ ਹੈ। ਇਸ ਚੀਜ਼ ਦਾ ਭੇਦ ਜਿਹੜਾ ਹੈਗਾ, ਉਹ ਵਿਰਲਾ ਮਨ ਜਿਹੜਾ ਗੁਰਮੁਖ, ਜਿਸ ਨੇ ਉਸ ਗੁਰੂ ਦੀ ਗੱਲ ਦੀ ਸਿੱਖਿਆ ਨੂੰ ਪ੍ਰਾਪਤ ਕਰ ਲਿੱਤਾ ਹੈ, ਗੁਣਾਂ ਨੂੰ ਪ੍ਰਾਪਤ ਕਰ ਲਿੱਤਾ ਹੈ, ਉਸ ਨੂੰ ਇਸ ਚੀਜ਼ ਦਾ ਭੇਦ ਦਾ ਪਤਾ ਲੱਗ ਗਿਆ ਕਿ ਕਿੱਥੇ ਪ੍ਰੋਫਿਟ ਤੇ ਕਿੱਥੇ ਲਾਸ ਹੈਗਾ। ਤਾਂ ਫਿਰ ਕੀ ਚੂਜ਼ ਕਰਦਾ ਹੈ? ਉਹ ਚੂਜ਼ ਕਰਦਾ ਜਿੱਥੇ ਉਹਦਾ ਪ੍ਰੋਫਿਟ ਹੀ ਪ੍ਰੋਫਿਟ ਹੈ, ਉਹ ਨਾਮ ਸੋਧਦਾ ਹੈ। ਫਿਰ ਉਹ ਆਪਣੇ ਗੁਣਾਂ ਦਾ ਵੰਜ ਕਰਦਾ ਹੈ। ਕਿਸ ਨਾਲ ਕਰਦਾ ਹੈ? ਆਪਣੇ ਸਾਰੇ ਇੰਦਰੀਆਂ ਦੇ ਨਾਲ, ਸਾਰੇ ਪਰਿਵਾਰ ਦੇ ਨਾਲ। ਪਹਿਲੇ ਆਪ ਹੀ ਸੁੱਖ ਵਿੱਚ ਵਰਤਦਾ ਹੈ, ਕਿਉਂਕਿ ਉਹਦੇ ਅੰਦਰ ਨਾਮ ਨੇ ਸੋਧ ਲਿੱਤਾ ਹੈ। ਫਿਰ ਉਹਦਾ ਵਰੰਜ ਕਰਦਾ ਹੈ। ਫਿਰ ਸਹਿਜੇ ਸਹਿਜੇ ਉਹ ਉਸ ਇੱਕ ਦੇ ਗੁਣਾਂ ਦੇ ਨਾਲ ਆਪਣੀ ਪੂਰੀ ਸ੍ਰਿਸ਼ਟੀ ਦੇ ਨਾਲ ਮਿਲਾ ਲੈਂਦਾ ਹੈ। ਹਾਂਜੀ। ਭੂਆ ਜੀ, ਗੁਰਪੁਰਖਮ ਦਲ ਫੋੜੀਏ, ਜਿਹੜਾ ਕਾਰਾਂ ਦਾ ਸਮਝ ਲਈਏ ਡੇਰਾ,
ਟੁੱਟਦਾ ਗੁਰੂ ਨੂੰ ਆਰਾਧ ਕੇ ਕਿਸ ਤਰ੍ਹਾਂ ਟੁੱਟਦਾ ਹੈ? ਆਪ ਜੀ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ, ਧੰਨਵਾਦ ਆਪ ਜੀ ਦਾ। ਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ। ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ। ਵੀਰ ਜੀ ਜਦੋਂ ਹੁਣ ਸਤਿਗੁਰੂ ਜੀ ਨੇ ਜੀ। ਇੱਥੇ ਦੋਨੋਂ ਆਖ ਰਹੇ ਨੇ, ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ। ਸਾਨੂੰ ਇਹ ਸਮਝਾ ਰਹੇ ਹਨ ਕਿ ਦੇਖੋ ਇਹਦੇ ਵਿੱਚ ਇਹਨਾਂ ਦੋਨੋਂ ਵਾਲੇ ਪਾਸੇ ਅਸੀਂ ਜਾ ਸਕਦੇ ਹਾਂ। ਸਾਡੀ ਚੁਆਇਸ ਹੈ ਰਸਤਾ ਕਿਹੜਾ ਇਖਤਿਆਰ ਕਰਨਾ। ਤੋਟਾ ਵਾਲਾ ਰਸਤਾ ਕਿਹੜਾ ਅਸੀਂ ਇਖਤਿਆਰ ਕਰ ਸਕਦੇ ਹਾਂ, ਜੇ ਅਸੀਂ ਉਹ ਇਖਤਿਆਰ ਕਰਾਂਗੇ ਤੇ ਉਹਦੇ ਵਿੱਚ ਕੀ ਵਾਪਰੇਗਾ ਉਹ ਵੀ ਹੈ, ਤੇ ਲਾਹਾ ਵਾਲਾ ਰਸਤਾ ਵੀ ਹੈ। ਦੇਖੋ ਆਪਾਂ ਇੱਥੇ ਸਤਿਗੁਰੂ ਜੀ ਨੇ ਲਾਹਾ ਤੇ ਤੋਟਾ ਦੀ ਗੱਲ ਕਰਾਵੇ, ਆਪਾਂ ਥੋੜਾ ਜਿਹਾ ਆਮ ਦੁਨਿਆਵੀ ਤੌਰ ਤੇ ਦੇਖੀਏ, ਅਸੀਂ ਲਾਭ ਕਿਹਨੂੰ ਮੰਨਦੇ ਹਾਂ? ਜਦੋਂ ਸਾਡਾ ਜੋ ਮੂਲ ਧਨ ਲੱਗਿਆ ਹੁੰਦਾ ਨਾ, ਜੋ ਅਸੀਂ ਕਿਸੇ ਬਿਜ਼ਨਸ ਵਿੱਚ ਆਪਣਾ ਪੈਸਾ ਪਾਉਂਦੇ ਹਾਂ, ਉਹ ਸਾਡਾ ਮੂਲ ਧਨ ਹੁੰਦਾ ਹੈ। ਅਗਰ ਸਾਡਾ ਮੂਲ ਵੀ ਨਾ ਨਿਕਲੇ ਨਾ, ਉਸ ਨੂੰ ਕਹਿੰਦੇ ਨੇ ਤੋਟਾ ਆ ਗਿਆ, ਲਾਸ ਹੋ ਗਿਆ, ਸਾਡਾ ਜਿਹੜਾ ਬਿਜ਼ਨਸ ਹੈ ਲਾਸ ਵਿੱਚ। ਮੂਲ ਧਨ ਵੀ ਨਾ ਮਿਲੇ ਨਾ, ਮੂਲ ਵੀ, ਉਸ ਨੂੰ ਕਹਿੰਦੇ ਨੇ ਤੋਟਾ। ਦੂਜੇ ਪਾਸੇ ਪਹਿਲਾਂ ਸਾਡਾ ਮੂਲ ਵੀ ਪ੍ਰਾਪਤ ਹੋ ਜਾਏ, ਉਸ ਤੋਂ ਉੱਤੇ ਫਿਰ ਹੋਰ ਵੀ ਸਾਨੂੰ ਪ੍ਰਾਪਤ ਹੋਵੇ, ਮੂਲ ਤੋਂ ਐਕਸਟਰਾ ਜੋ ਮਿਲਦਾ ਨਾ ਸਾਨੂੰ, ਉਸ ਨੂੰ ਕਹਿੰਦੇ ਨੇ ਲਾਹਾ ਮਿਲ ਰਿਹਾ। ਲਾਹਾ ਮੂਲ ਪ੍ਰਾਪਤ ਹੋਣ ਤੋਂ ਬਾਅਦ ਜੋ ਪ੍ਰਾਪਤ ਹੁੰਦਾ ਨਾ, ਉਸ ਨੂੰ ਲਾਹਾ ਆਖਿਆ ਜਾਂਦਾ, ਉਸ ਨੂੰ ਪ੍ਰੋਫਿਟ ਆਖਿਆ ਜਾਂਦਾ ਹੈ। ਮੂਲ ਨੂੰ ਮਿਲਣ ਨੂੰ ਵੀ ਅਜੇ ਪ੍ਰੋਫਿਟ ਨਹੀਂ ਕਹਿੰਦੇ, ਅਜੇ ਕਹਿੰਦੇ ਨੇ ਨੋ ਪ੍ਰੋਫਿਟ ਨੋ ਲਾਸ। ਮੂਲ ਪ੍ਰਾਪਤ ਹੋਇਆ, ਮੂਲ ਤੋਂ ਬਾਅਦ ਫਿਰ ਜਦੋਂ ਸਾਨੂੰ ਉਸ ਤੋਂ ਬਾਅਦ ਜੋ ਮਿਲਦਾ ਨਾ, ਉਸ ਨੂੰ ਪ੍ਰੋਫਿਟ ਕਹਿੰਦੇ ਨੇ। ਇੱਥੇ ਕਾਇਆ ਦੀ ਗੱਲ ਚੱਲ ਰਹੀ ਹੈ ਨਾ। ਹੁਣ ਦੇਖੋ ਕੀ ਗੁਰਬਾਣੀ ਕੀ ਕਹਿੰਦੀ, ਕਹਿੰਦੇ ਖਾਵੈ ਖਰਚੈ ਰਲ ਮਿਲ ਭਾਈ ਟੋਟ ਨਾ ਆਵੈ। ਉਦੋਂ ਟੋਟ ਨਹੀਂ ਆਉਂਦਾ, ਵੱਧਦੋ ਜਾਈ। ਦੇਖੋ ਪਹਿਲਾ ਟੋਟਾ ਕਿਸ ਨੂੰ ਸੀ? ਜਿਸ ਨੂੰ ਮੂਲ ਵੀ ਨਹੀਂ ਪ੍ਰਾਪਤ ਹੋਇਆ। ਸਾਡਾ ਮੂਲ ਕੀ ਹੈ? ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰਾਮ। ਜਿਹੜੇ ਹਰ ਜੀ ਸਾਡੇ ਨਾਲ ਵਸਦੇ ਆ ਨਾ, ਜਿਸ ਨੂੰ ਗੁਰਬਾਣੀ ਸੱਚ ਆਖਦੀ ਹੈ, ਕਹਿੰਦੇ ਸੱਚ ਬਿਨ ਸਾਖੀ ਮੂਲੋ ਨਾ ਬਾਕੀ। ਮੂਲ ਹੈ ਸਾਡਾ ਸੱਚ, ਤੇ ਜਦੋਂ ਸਾਨੂੰ ਸੱਚ ਪ੍ਰਾਪਤ ਹੁੰਦਾ ਨਾ, ਸੱਚ ਪ੍ਰਾਪਤ ਜਦੋਂ ਸਾਨੂੰ ਨਹੀਂ ਹੁੰਦਾ ਤਾਂ ਸਾਡਾ ਤੋਟਾ ਹੈ, ਉਹ ਤੋਟਾ ਵਾਲੀ ਅਵਸਥਾ। ਤੇ ਜਦੋਂ ਸਾਨੂੰ ਸੱਚ ਪ੍ਰਾਪਤ ਹੋਇਆ, ਉਦੋਂ ਗੁਰਬਾਣੀ ਅਜੇ ਉਸ ਨੂੰ ਨਾ ਤੋਟਾ ਨਾ ਲਾਭ ਵਾਲੀ ਅਵਸਥਾ, ਨੋ ਪ੍ਰੋਫਿਟ ਨੋ ਲਾਸ। ਜਦੋਂ ਮਨ ਨੂੰ ਮੂਲ ਪ੍ਰਾਪਤ ਹੁੰਦਾ ਹੈ, ਮਨ ਨੂੰ ਸੱਚ ਪ੍ਰਾਪਤ ਹੁੰਦਾ ਹੈ, ਇਹ ਮਨ ਨੂੰ ਅਜੇ ਮਨ ਵਿੱਚ ਸੱਚ ਵਸਿਆ, ਤੇ ਫਿਰ ਕੀ ਕਰਦਾ? ਉਹ ਇੱਕ ਸ਼ਬਦ ਹੈਗਾ ਸਤਿਗੁਰੂ ਜੀ ਦਾ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਹੀਐ। ਉਸੇ ਸ਼ਬਦ ਚ ਅੱਗੇ ਜਾ ਕੇ ਆਖਦੇ ਨੇ, ਕਹਿੰਦੇ ਨੇ ਹਰ ਭਗਤ ਦ੍ਰਿੜਾਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਐ। ਅੱਗੇ ਕਹਿੰਦੇ ਨੇ ਟੋਟਾ ਮੂਲ ਨਾ ਆਵੇ ਹਰ ਲਾਭ ਨਿਤ ਦ੍ਰਿੜੀਐ। ਜਦੋਂ ਹੁਣ ਉਹ ਜਿਹੜਾ ਸੱਚ ਮਨ ਨੂੰ ਮਿਲ ਜਾਂਦਾ ਨਾ, ਮਨ ਵਿੱਚ ਸੱਚ ਟਿਕਦਾ, ਫਿਰ ਇਹ ਸੱਚ ਦੂਜਿਆਂ ਨੂੰ ਦ੍ਰਿੜਾਉਂਦਾ ਹੈ, ਇਹ ਭਗਤੀ ਦੂਜਿਆਂ ਨੂੰ ਦ੍ਰਿੜ ਕਰਵਾਉਂਦਾ ਹੈ। ਇਸੇ ਨੂੰ ਕਹਿੰਦੇ ਨੇ ਧਰਮ ਦ੍ਰਿੜੋ ਹਰ ਨਾਮ ਧਿਆਵੋ। ਉਹ ਭਗਤ ਧਰਮ ਸੱਚ ਦ੍ਰਿੜ ਕਰਵਾਉਂਦਾ ਹੈ ਅੰਦਰ ਵਸਦੇ ਰਈਅਤ ਨੂੰ, ਕਿਉਂਕਿ ਉਹ ਵੀ ਅੰਧੀ ਹੈ, ਅੰਧੀ ਰਈਅਤ ਗਿਆਨ ਵੀ ਹੋਣੀ। ਉਹਨਾਂ ਨੂੰ ਵੀ ਉਹਨਾਂ ਨਾਲ ਸ਼ੇਅਰਿੰਗ ਕਰਦੇ, ਇਹਨੂੰ ਵੀ ਕਹਿੰਦੇ ਨੇ ਖਾਵੈ। ਉਹ ਵੀ ਹੁਣ ਖਾ ਰਹੇ ਨੇ, ਸਾਰੇ ਖਰਚ ਰਹੇ ਨੇ ਰਲ ਮਿਲ ਕੇ ਭਾਈ। ਕਹਿੰਦੇ ਨੇ ਇਸ ਲਈ ਟੋਟ ਨਾ ਆਵੇ ਵੱਧ ਹੋ ਜਾਏ। ਕਹਿੰਦੇ ਹਰ ਭਗਤ ਦ੍ਰਿੜਾਵੈ ਹਰ ਭਗਤ ਸੁਣੈ। ਉਹ ਸਾਰੇ ਇਹ ਜੋ ਦ੍ਰਿੜ ਕਰਵਾ ਰਿਹਾ ਭਗਤੀ ਨੂੰ, ਸਾਰੇ ਸੁਣ ਰਹੇ ਨੇ। ਸੁਣਿਆ ਉਹ ਅੰਧੇ ਪਾਵੇਂ ਰਾਹ ਕਰ ਰਹੇ ਨੇ, ਉਹ ਸਾਰੇ ਅੰਧੇ ਰਾਹ ਪ੍ਰਾਪਤ ਕਰ ਰਹੇ ਨੇ। ਕਿਹੜਾ ਰਾਹ? ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ। ਇੱਥੇ ਵੀ ਆਇਆ ਨਾ ਗੁਰਮੁਖ ਖੋਜੇ ਵੇ ਪ੍ਰਵਾਹ। ਉਹ ਹੁਕਮ ਰੂਪੀ ਰਾਹ ਤੇ ਸਾਰਿਆਂ ਨੂੰ ਚਲਾਉਂਦੇ। ਅੰਧੇ ਪਾਵੇਂ ਰਾਹ, ਉਹ ਅੰਧੇ ਰਾਹ ਪਾ ਲੈਂਦੇ। ਪਰ ਕਦੋਂ? ਜਦੋਂ ਮਨ ਵਿੱਚ ਸੱਚ ਵਸਦਾ, ਤਾਂ ਫਿਰ ਉਹ ਸੱਚ ਇੱਕ ਇੱਕ ਇੰਦਰੇ ਰੋਮ ਇੰਦਰੇ ਨੂੰ ਦ੍ਰਿੜ ਕਰਵਾਉਂਦਾ, ਤੇ ਉਹ ਸੁਣਦੇ ਵੀ ਨੇ ਫਿਰ ਇਹਦੀ ਗੱਲ। ਉਦੋਂ ਕਿਉਂਕਿ ਇਹ ਕਿਸੇ ਤੋਂ ਪੁੱਛ ਕੇ ਹੁਣ ਇਹ ਨਹੀਂ ਨਾ ਕਰਾ ਰਹੇ, ਜਿਸ ਨੂੰ ਆਪਾਂ ਕਹਿੰਦੇ ਨੇ ਮਤਾ ਨਾ ਕਰੇ ਪਚਾਸਾ। ਉਦੋਂ ਇਹ ਕਿਸੇ ਨੂੰ ਪੁੱਛ ਕੇ ਗੱਲ ਨਹੀਂ ਸੀ, ਕਿਉਂਕਿ ਹੁਣ ਅੰਦਰ ਸੱਚ ਵਸਦਾ। ਸੱਚ ਕਿਸੇ ਤੋਂ ਪੁੱਛ ਕੇ ਸਲਾਹ ਨਹੀਂ ਸੀ ਦਿੰਦਾ। ਪਹਿਲਾਂ ਜਿਹੜਾ ਮਨ ਸੀ ਨਾ, ਉਹ ਸਾਰਿਆਂ ਤੋਂ ਪੁੱਛਦਾ ਸੀ, ਸਾਰਿਆਂ ਤੋਂ ਸਲਾਹ ਲੈਂਦਾ ਸੀ। ਜਿਹੜਾ ਸ਼ਬਦ ਆਉਂਦਾ ਨਾ, ਆਪਾਂ ਬਾਰ-ਬਾਰ ਕੋਟ ਕਰਦੇ ਹਾਂ, ਕਾਮ ਨੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਉਹਦੇ ਨਾਲ ਅੰਧੀ ਰਈਅਤ ਹੋ ਜਾਂਦੀ ਸੀ।
ਗਿਆਨ ਵਿਹੂਣੀ। ਜਦੋਂ ਇਹ ਸਾਰਿਆਂ ਇੰਦਰੀਆਂ ਗਿਆਨ ਇੰਦਰੀਆਂ ਨੂੰ ਇਹ ਵਿਕਾਰਾਂ ਤੋਂ ਸਾਰਿਆਂ ਨੂੰ ਸਲਾਹ ਲੈ ਕੇ ਆਪਣਾ ਜੀਵਨ ਅੰਦਰ ਚਲਾਉਂਦਾ ਸੀ। ਹੁਣ ਨਹੀਂ ਸਲਾਹ ਲੈਂਦਾ। ਸੱਚ ਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ, ਸੱਚ ਹੀ ਭਗਤ ਦ੍ਰਿੜ ਕਰਵਾਉਂਦਾ ਹੈ। ਜਦੋਂ ਇਹ ਹੁਣ ਇੱਕ ਇੰਦਰੇ ਰੋਮ ਇੰਦਰੇ ਜੀ ਜੰਤ ਨੂੰ ਭਗਤ ਦ੍ਰਿੜ ਕਰਵਾਉਂਦਾ, ਉਹਨੂੰ ਕਹਿੰਦੇ ਹਰ ਭਗਤ ਦ੍ਰਿੜਾਵੈ। ਫਿਰ ਹਰ ਭਗਤ ਸੁਣੈ। ਉਹ ਜਿਹੜੀ ਭਗਤੀ ਦ੍ਰਿੜ ਕਰਵਾ ਰਹੇ ਸਾਰੇ ਸੁਣਦੇ ਨੇ, ਉਸ ਨੂੰ ਸੁਣ ਕੇ ਮੰਨਦੇ ਨੇ। ਫਿਰ ਇਹਨਾਂ ਨੂੰ ਵੀ ਸਾਰਿਆਂ ਨੂੰ ਕਹਿੰਦੇ ਤੇ ਸਤਿਗੁਰ ਮਿਲੀਏ। ਇਹਨਾਂ ਨੂੰ ਸਤਿਗੁਰ ਮਿਲਦਾ ਹੈ ਸਾਰਿਆਂ ਨੂੰ। ਇਸ ਨੂੰ ਕਹਿੰਦੇ ਨੇ ਟੋਟਾ ਮੂਲ ਨਾ ਵਈ। ਟੋਟਾ ਕੀ ਸੀ? ਕੂੜ। ਫਿਰ ਹੁਣ ਕਹਿੰਦੇ ਨੇ ਹਰ ਲਾਭ ਨਿਤ ਦ੍ਰਿੜੀਏ। ਇਹ ਸਾਰੇ ਨਿਤ ਦ੍ਰਿੜ ਕਰ ਲੈਣੇ ਲਾਭ, ਜਿਸ ਨੂੰ ਉੱਪਰ ਹਰ ਭਗਤ ਦ੍ਰਿੜਾਵੇ ਕਹਿ ਰਹੇ, ਥੱਲੇ ਉਸੇ ਨੂੰ ਕਹਿੰਦੇ ਨੇ ਹਰ ਲਾਭ ਨਿਤ ਦ੍ਰਿੜੀਏ। ਭਗਤੀ ਨੂੰ ਸਤਿਗੁਰੂ ਜੀ ਦੇ ਨਾਮ ਨੂੰ ਹੀ ਲਾਭ ਕਹਿੰਦੇ। ਉਹ ਸਾਰੇ ਹੁਣ ਦ੍ਰਿੜ ਕਰ ਰਿਹਾ ਤੇ ਵੱਧਦਾ ਜਾ ਰਿਹਾ ਦਿਨ ਬ ਦਿਨ। ਪਹਿਲਾਂ ਮਨ ਵਿੱਚ ਸੱਚ ਆਇਆ, ਫਿਰ ਇੱਕ ਰੋਮ ਇੰਦਰੇ ਰੋਮ ਇੰਦਰੇ ਵੀ ਉਸਨੂੰ ਖਾ ਰਹੇ ਨੇ, ਖਰਚ ਰਹੇ ਨੇ, ਵੱਧ ਰਿਹਾ। ਟੋਟ ਨਾ ਆਵੇ ਵਧਦੋ ਜਾਏ। ਅੱਛਾ, ਇਹੀ ਨਾ ਬੀਬੀਆਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ, ਉਸ ਤੋਂ ਸੁਖਮਨੀ ਸਾਹਿਬ ਦੇ ਪਾਠ ਕਰਨ ਤੋਂ ਬਾਅਦ ਇੱਕ ਅਸੀਂ ਪ੍ਰੈਕਟਿਸ ਬਣਾਈ ਹੋਈ ਆ ਵੀ ਨਾਲ ਕੁਝ ਸ਼ਬਦ ਹੋਰ ਵੀ ਪੜ੍ਹਦੇ ਆ ਬਾਅਦ ਦੇ ਵਿੱਚ ਥਿੱਤੀ ਕੋਲ। ਉਸ ਤੋਂ ਬਾਅਦ ਜਿਹੜੇ ਉਹਦੇ ਵਿੱਚ ਇੱਕ ਸ਼ਬਦ ਆਉਂਦਾ, ਜੁੱਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ। ਉਹਦੇ ਵਿੱਚ ਉਹ ਅਗਰ ਵੀਰ ਜੀ ਨਾ ਸਾਹਮਣੇ ਸ਼ੋਅ ਕਰ ਦੇਣ ਤਾਂ ਸਾਰਿਆਂ ਵਾਸਤੇ ਫਾਇਦਾ ਹੋ ਜਾਏਗਾ। ਰਾਮ ਰਤਨ ਮਨ ਤਨ ਵਸੈ ਤਜ ਕਾਮ ਕ੍ਰੋਧ ਲੋਭ ਮੀਤ। ਉਹਦੇ ਵਿੱਚ ਅੱਗੇ ਜਾ ਕੇ ਆਖਦੇ ਨੇ, ਕਹਿੰਦੇ ਨੇ ਆਪ ਤਜੋ ਗੋਬਿੰਦ ਭਜੋ। ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ਼। ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ਼। ਅੱਗੇ ਕਹਿੰਦੇ ਨੇ ਲਾਭ ਮਿਲੈ ਟੋਟਾ ਹਿਰੈ ਹਰ ਦਰਗਾਹ ਪਤਵੰਤ। ਉਹ ਕਿਉਂ? ਇਸ ਤੋਂ ਅਗਲੀ ਤੁਕ ਪੜੋ, ਲਾਭ ਮਿਲੈ ਟੋਟਾ ਹਿਰੈ ਹਰ ਦਰਗਾਹ ਪਤਵਾ। ਅੱਗੇ ਕਹਿੰਦੇ ਉਸ ਤੋਂ ਕਹਿੰਦੇ ਨੇ ਅਗਲੀ ਤੁਕ ਰਾਮ ਨਾਮ ਧਨ ਸੰਚਵੈ। ਅਗਲੇ ਤਿੰਨ ਸ਼ਬਦ ਬਹੁਤ ਕਮਾਲ ਦੇ ਨੇ। ਰਾਮ ਨਾਮ ਧਨ ਸੰਚਵੈ, ਅੱਗੇ ਸਾਚ ਸ਼ਾਹ ਭਗਵੰਤ, ਤਿੰਨਾਂ ਦੇ ਥੱਲੇ ਔਂਕੜ ਲਿਆਇਆ, ਪਲੂਰਲ ਫਾਰਮ ਵਿੱਚ ਆਇਆ। ਦੇਖੋ ਅਸੀਂ ਕਹਿੰਦੇ ਆ ਰੱਬ ਜੀ ਇੱਕ ਨੇ, ਸੱਚ ਵੀ ਇੱਕ ਹੈ, ਸ਼ਾਹ ਵੀ ਉਹੀ ਸ਼ਾਹ ਹੈ, ਸੱਚਾ ਸ਼ਾਹ ਹੈ। ਲੇਕਿਨ ਇੱਥੇ ਔਂਕੜ ਕਿਉਂ ਹਟਾਇਆ ਪਿਆ? ਕਹਿੰਦੇ ਨੇ ਜਿਹੜਾ ਉਹ ਹੁਣ ਨਾ ਸਾਰੇ ਲਾਭ ਲੈ ਰਹੇ ਨੇ, ਸੱਚ ਜਿਹਨਾਂ ਨੂੰ ਦ੍ਰਿੜ ਕਰਵਾ ਰਿਹਾ ਸੀ ਭਗਤੀ, ਇਹ ਸਾਰੇ ਸੱਚ ਲੈ ਕੇ ਸਾਰੇ ਸੱਚੇ ਬਣ ਰਹੇ ਨੇ, ਸਾਰੇ ਭਗਵੰਤ ਦਾ ਰੂਪ ਬਣ ਰਹੇ ਨੇ, ਸਾਰੇ ਸ਼ਾਹ ਬਣ ਰਹੇ ਨੇ। ਉਹ ਅੰਦਰਲੀ ਜੀ ਜਾਂ ਕਾਇਆ ਦੇ ਵਿੱਚ, ਕਾਇਆ ਦੀ ਗੱਲ ਦੇ ਵਿੱਚ ਜਿਹੜੇ ਜੀ ਜੰਤ ਹੈ ਨਾ, ਉਹਨਾਂ ਦੇ ਸਮੂਹ ਨੂੰ ਗੁਰਬਾਣੀ ਕਾਇਆ ਆਖਦੀ ਹੈ। ਅੰਦਰਲੇ ਜੀ ਜੰਤ ਕਹਿੰਦੇ ਉਹ ਇੱਕ ਜੀ ਜੰਤ ਸਾਚ ਬਣ ਰਿਹਾ, ਸੱਚਾ ਬਣ ਰਿਹਾ। ਇੱਕ ਜੀ ਜੰਤ ਸ਼ਾਹ ਬਣ ਰਿਹਾ, ਇੱਕ ਜੀ ਜੰਤ ਭਗਵੰਤ ਦਾ ਰੂਪ ਬਣ ਰਿਹਾ। ਗੁਰਬਾਣੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਗੁਰਬਾਣੀ ਬਣੀ ਹੈ, ਉਹ ਇੱਕ ਜੀ ਜੰਤ ਗੁਰਬਾਣੀ ਦਾ ਸਰੂਪ ਬਣ। ਇਸ ਲਈ ਤਿੰਨਾਂ ਥੱਲੇ ਇੱਥੇ ਔਂਕੜ ਹਟਾਇਆ ਗਿਆ। ਕਿਤਨੀ ਜ਼ਬਰਦਸਤ ਇਸ ਤੁਕਾਂ ਦੇ ਵਿੱਚ ਸਤਿਗੁਰੂ ਜੀ ਨੇ ਗੁਰਮਤਿ ਸਾਡੇ ਨਾਲ ਸ਼ੇਅਰ ਕੀਤੀ ਹੋਈ ਹੈ। ਹਰ ਇੱਕ ਜੀ ਜੰਤ ਸੱਚਾ ਬਣਦਾ ਜਾ ਰਿਹਾ, ਸਾਰੇ ਹੀ ਸੱਚੇ ਹੋ ਗਏ ਨੇ, ਸਾਰੇ ਹੀ ਸ਼ਾਹ, ਸਾਰੇ ਭਗਵੰਤ ਦਾ ਰੂਪ ਹੋ ਰਹੇ ਨੇ। ਇਹ ਹੈ ਲਾਭ ਕਾਇਆ ਵਿੱਚ ਲਾਹਾ। ਇਸ ਨੂੰ ਕਹਿੰਦੇ ਨੇ ਗੁਰਮੁਖ। ਗੁਰੂ ਦੇ ਨਿਕਲੀ ਹੋਈ ਮੁਖ ਤੋਂ ਜੋ ਬਾਣੀ ਨਿਕਲਦੀ ਹੈ, ਉਹ ਸਾਰੇ ਵਣਜ ਕਰ ਰਹੇ ਨੇ ਤੇ ਗੁਰਬਾਣੀ ਦਾ ਰੂਪ ਹੋ ਹੀ ਜਾ ਰਹੇ ਨੇ। ਸਾਰੇ ਇਹ ਗੁਰੂ ਨਾਮ ਦਾ ਸੁਖ ਪ੍ਰਾਪਤ ਕਰ ਰਹੇ। ਹਰ ਕੋ ਨਾਮ ਸਦਾ ਸੁਖਦਾਈ। ਨਾਮ ਦਾ ਸੁਖ ਗੁਰਬਾਣੀ ਦਾ ਸਰੂਪ ਹੋ ਕੇ ਗੁਰਬਾਣੀ ਬਣੀ ਜਾ ਰਹੇ ਨੇ ਸਾਰੇ। ਇਸ ਨੂੰ ਕਹਿੰਦੇ ਨੇ ਸਹਿਜੇ ਸਹਿਜ ਮਿਲਾਇਂਦਾ। ਉੱਪਰ ਕਹਿੰਦੇ ਆਪੇ ਆਪ ਮਿਲਾਇਂਦਾ, ਸਹਿਜੇ ਸ਼ਾਹ ਮਿਲਾਇਂਦਾ। ਸਹਿਜੇ ਕੌਣ ਮਿਲਾਇਂਦਾ? ਸੱਚ ਵਿੱਚ ਸਾਰੇ ਮਿਲ ਕੇ ਸੱਚ ਬਣਦੇ ਜਾ ਰਹੇ ਨੇ, ਸੱਚ ਦਾ ਸਰੂਪ ਬਣਦੇ ਜਾ ਰਹੇ ਨੇ। ਸਤਿਗੁਰਤਾ ਪਾਇਆ ਸਹਿਜ ਸੇਤੀ। ਹੁਣ ਇਹਨਾਂ ਨੂੰ ਕੋਈ ਵੀ ਇਸ ਅਵਸਥਾ ਤੋਂ ਤੋੜ ਨਹੀਂ ਸਕਦਾ, ਇਸ ਲਈ ਇਹਨਾਂ ਨੂੰ ਇਹ ਸਹਿਜ ਅਵਸਥਾ ਪ੍ਰਾਪਤ ਹੋ ਗਈ ਹੈ। ਇਹਨਾਂ ਨੂੰ ਕੋਈ ਵੀ ਹੁਣ ਇਸ ਅਵਸਥਾ ਤੋਂ ਮੋੜ ਨਹੀਂ ਸਕਦਾ। ਇਹ ਬੜੀ ਕੀਮਤੀ ਅਵਸਥਾ ਹੈ, ਇਹ ਕਾਇਆ ਦੀ ਅਵਸਥਾ ਹੈ। ਜਦੋਂ ਕਾਇਆ ਦੇ ਜੀਅ ਜਨਤਾ ਨੂੰ ਸੱਚ ਭਗਤ ਦ੍ਰਿੜ ਕਰਵਾਉਂਦਾ ਤੇ ਉਹ ਸੁਣਦੇ ਆ ਤੇ ਉਹ ਵੀ ਸੱਚ ਵਿੱਚ ਜੁੜਦੇ ਜਾਂਦੇ ਨੇ, ਸੱਚ ਦੇ ਵਿੱਚ ਮਰਜ ਹੁੰਦੇ ਜਾਂਦੇ ਨੇ, ਸੱਚ ਦਾ ਸਰੂਪ ਬਣਦੇ ਜਾਂਦੇ ਨੇ। ਉਹ ਅਵਸਥਾ ਇੱਥੇ ਬਿਆਨ ਕਰਦੇ ਨੇ ਕਾਇਆ ਵਿੱਚ ਲਾਹਾ। ਇਹਨੂੰ ਲਾਹਾ ਕਹਿੰਦੇ ਨੇ। ਅੱਛਾ, ਇਹੀ ਸਾਨੂੰ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸੋਲਾ ਵਿੱਚ। ਕਹਿੰਦੇ ਨੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਕਹਿੰਦੇ ਨੇ ਇਹਾਂ ਖਾਟ ਚਲੋ ਹਰ ਲਾਹਾ। ਇਹ ਲਾਹਾ ਖੱਟ ਕੇ ਜਾਓ, ਆਗਿਆ ਬਸਨ ਸੋਹਿਲਾ। ਉਹ ਕਿਹੜਾ ਲਾਹਾ ਹੈ? ਇਸੀ ਸ਼ਬਦ ਚ ਅੱਗੇ ਜਾ ਕੇ ਕਹਿੰਦੇ ਨਿਜ ਕਰ ਮਹਿਲ ਪਾਵੋ। ਇਹ ਲਾਹਾ ਖੱਟਣਾ ਅਸੀਂ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਤਾਂ ਕਿ ਬੋਰ ਨਾ ਹੋਏ ਗੋ ਫੇਰਾ। ਮਰਨ ਮਿਟੈ ਜੀਵਨ ਮਿਲੈ ਹਰ ਦਰਗਾਹ। ਉਹ ਜਿਹੜਾ ਸ਼ਬਦ ਸੀ ਨਾ ਜੁੱਤੀਆ ਦੁਰਮਤ ਦੂਰ ਕਾਜ ਗੁਰ ਸੇਵਾ ਕਰਮੀ, ਉਹਦੇ ਨਾਲ ਹੁੰਦਾ ਕਹਿੰਦੇ ਮਰਨ ਮਿਟੈ ਜੀਵਨ ਮਿਲੈ। ਉਸੇ ਨੂੰ ਇੱਥੇ ਕਹਿੰਦੇ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾ ਹੋਏ ਗੋ ਫੇਰਾ। ਇਹ ਲਾਹਾ ਲਈਏ ਅਸੀਂ ਕਾਇਆ ਵਿੱਚ। ਕਾਇਆ ਦੇ ਲਾਹਾ ਦਾ ਕੌਨਸੈਪਟ ਹੈ
ਕਾਇਆ ਦਾ ਇੱਕ ਜੀ ਜੰਤ ਸਾਚ ਸੱਚਾ ਬਣਦਾ ਜਾਂਦਾ ਹੈ, ਸ਼ਾਹ ਬਣਦਾ ਜਾਂਦਾ ਹੈ, ਭਗਵੰਤ ਦਾ ਸਰੂਪ ਬਣਦਾ ਜਾਂਦਾ ਹੈ। ਹਾਂਜੀ ਧੰਨਵਾਦ ਵੀਰ ਜੀ, ਬੜੇ ਸੋਹਣੇ ਢੰਗ ਨਾਲ ਅੱਜ ਜੀ ਸਮਝਾਣਾ ਕਰਦੇ ਹੋ। ਅੱਜ 2 ਪਦਿਆਂ ਦਾ ਪਾਠ ਹੋਇਆ, ਅਸੀਂ ਧਿਆਨ ਦਈਏ ਨਾ ਦੋਨੋਂ ਪਦਿਆਂ ਦੇ ਅੰਦਰ ਸਾਰੇ ਅਸੀਂ ਧਿਆਨ ਦਈਏ ਅਗਰ ਤੇ ਪੂਰਾ ਗੁਰੂ ਸਾਹਿਬ ਦੀ ਸਿੱਖਿਆਵਾਂ ਜਿਹੜੀ ਸਮਝਾ ਰਹੇ ਹਨ। ਸਾਡਾ ਜੀਵਨ ਜ਼ਹਿਰ ਵਿੱਚ ਫਸਿਆ ਹੁੰਦਾ, ਜ਼ਹਿਰ ਤੋਂ ਅੰਮ੍ਰਿਤ ਕਿਸ ਤਰ੍ਹਾਂ ਬਣਨਾ ਹੈ ਗੁਰੂ ਸਾਹਿਬ ਬਾਰ-ਬਾਰ ਸਾਨੂੰ ਸਮਝਾਣਾ ਕਰਦੇ ਹਨ। ਅੰਮ੍ਰਿਤ ਬੂੰਦ ਹਰ ਨਾਮ ਬਿਸ ਕੀ ਵਿਖੇ ਨਿਵਾਰਨ। ਅੰਮ੍ਰਿਤ ਬੂੰਦ ਹਰੀ ਦੇ ਨਾਮ ਦੀ ਅੰਮ੍ਰਿਤ ਬੂੰਦ ਅੰਦਰ ਚਲੀ ਜਾਏ ਤੇ ਬਿਸ ਕੀ ਵਿਖੇ ਨਿਵਾਰਨ, ਸਾਡੇ ਅੰਦਰੋਂ ਜ਼ਹਿਰ ਮਿਟ ਜਾਏ ਤੇ ਅੰਮ੍ਰਿਤ ਭਰ ਜਾਏ। ਅਸੀਂ ਦੁਖੀ ਹਾਂ, ਪਰੇਸ਼ਾਨ ਹਾਂ, ਕਈ ਵਾਰੀ ਸਾਨੂੰ ਸਮਝ ਵੀ ਆ ਜਾਂਦਾ ਹੈ ਕਿ ਮੇਰਾ ਸੁਭਾਅ, ਮੇਰਾ ਵਿਵਹਾਰ ਠੀਕ ਨਹੀਂ, ਮੈਨੂੰ ਗੁੱਸਾ ਬਹੁਤ ਆਉਂਦਾ ਹੈ, ਮੈਂ ਗੱਲ ਤੇ ਹੋਰਾਂ ਦੀ ਗਲਤੀਆਂ ਕੱਢਦਾ ਰਹਿੰਦਾ, ਮੈਂ ਗੱਲ ਤੇ ਮੈਨੂੰ ਪਰੇਸ਼ਾਨੀ ਕਈ ਕਿਸਮ ਦੀ ਰਹਿੰਦੀ ਹੈ। ਕਈ ਵਾਰੀ ਸਮਝ ਵੀ ਆ ਜਾਂਦਾ ਹੈ ਪਰ ਅਸੀਂ ਉਹਦੇ ਵਿੱਚੋਂ ਨਿਕਲ ਨਹੀਂ ਪਾਉਂਦੇ। ਪਰ ਗੁਰੂ ਸਾਹਿਬ ਸਾਨੂੰ ਨਿਕਲਣ ਦਾ ਵਿਉਂਤ ਵੀ ਦੱਸ ਰਹੇ ਹਨ, ਸਮਝਾਣਾ ਕਰ ਰਹੇ ਹਨ ਕਿਸ ਤਰ੍ਹਾਂ ਅਸੀਂ ਨਿਕਲ ਸਕਦੇ ਹਾਂ। ਆਓ ਅੱਜ 2 ਪਦਿਆਂ ਦਾ ਪਾਠ ਹੋਇਆ, ਰਲ ਮਿਲ ਕੇ ਪਾਠ ਕਰ ਲਈਏ, ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ। इस काया की कीमत किने न पाई, मेरे ठाकुर ए बनत बनाई। गुरमुख होवे सो काया सो धै, आपे आप मिलाइंदा। काया विच तोटा काया विच लाहा, गुरमुख खोजे वे परवाहा। गुरमुख वणज सदा सुख पाए, सहजे सहज मिलाइंदा। गुरमुख वणज सदा सुख पाए, सहजे सहज मिलाइंदा। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤਜਿੰਦਰ ਵੀਰ ਜੀ। ਜੀ ਵੀਰ ਜੀ ਇੱਕ ਬਲਵਿੰਦਰ ਸਿੰਘ ਗੁਰਦਾਸਪੁਰ ਤੋਂ ਹੈਗੇ ਨੇ, ਉਹਨਾਂ ਨੇ ਇੱਕ ਪਾਇਆ ਸੀ ਮੈਸੇਜ ਕਿ ਹੱਥੀ ਕਿਰਤ ਕਰਨਾ ਸਿੱਖ ਧਰਮ ਵਿੱਚ ਸਿੱਖਾਂ ਦੀ ਪਹਿਚਾਣ ਹੈ। ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝ ਕੇ ਘੱਟੋ ਘੱਟ 4 ਘੰਟੇ ਹੱਥੀ ਕਿਰਤ ਕਰਨੀ ਚਾਹੀਦੀ ਹੈ। ਕਿਰਪਾ ਕਰਕੇ ਗਰੁੱਪ ਵਿੱਚ ਵਿਚਾਰ ਚਰਚਾ ਆਪ ਜੀ ਜ਼ਰੂਰ ਕਰਿਓ। ਹਰਪ੍ਰੀਤ ਵੀ ਜੀ ਨੂੰ ਇਹ ਮੈਸੇਜ ਕਿਧਰੋਂ ਆਇਆ ਹੈ? ਬਲਵਿੰਦਰ ਸਿੰਘ ਗੁਰਦਾਸਪੁਰ ਸਾਡੇ ਨਾਲ ਸ਼ਾਇਦ ਗੱਲ ਸ਼ਾਮਿਲ ਕਲੀਅਰ ਹੁੰਦੇ ਨਹੀਂ ਨੇ। ਹੋਈ ਅੱਜ ਪੂਰੀ ਵੀ ਤਰ੍ਹਾਂ, ਹੈਗੇ ਨੇ ਫਿਰ ਹੋਰ ਦੱਸਿਆ ਜੀ। ਵੀਰ ਜੀ ਚੈਟ ਬਾਕਸ ਵਿੱਚ ਪਾਤਾ ਹੈ ਬਲਵਿੰਦਰ ਵੀਰ ਜੀ, ਆਪ ਜੀ ਸ਼ਾਇਦ ਸਾਡੇ ਨਾਲ ਜੁੜੇ ਹੋਏ ਹੋ। ਆਪ ਜੀ ਨੂੰ ਮੈਂ ਆਡੀਓ ਔਨ ਕਰਨ ਦੀ ਇਜਾਜ਼ਤ ਦੇਤੀ ਹੈ। ਬਲਵਿੰਦਰ ਵੀਰ ਜੀ ਆਪ ਜੀ ਆਪਣੀ ਆਡੀਓ ਔਨ ਕਰ ਲਿਓ। ਉਹਨਾਂ ਨੇ ਵੀਰ ਜੀ ਪਾਇਆ ਕਿ ਸਿੱਖ ਸਕਰੀਨ ਤੇ ਪਾਤਾ ਹੋਣਾ ਹਰਪ੍ਰੀਤ ਵੀਰ ਜੀ ਨੇ, ਜਾਂ ਸਕਰੀਨ ਤੇ ਆ ਗਿਆ ਵੀਰ ਜੀ। ਹੱਥੀ ਕਿਰਤ ਕਰਨਾ ਸਿੱਖ ਧਰਮ ਵਿੱਚ ਸਿੱਖਾਂ ਦੀ ਪਹਿਚਾਣ ਹੈ। ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝ ਕੇ ਘੱਟੋ ਘੱਟ 4 ਘੰਟੇ ਹੱਥੀ ਕਿਰਤ ਕਰਨੀ ਚਾਹੀਦੀ ਹੈ। ਕਿਰਪਾ ਕਰਕੇ ਗਰੁੱਪ ਵਿੱਚ ਵਿਚਾਰ ਚਰਚਾ ਆਪ ਜੀ ਸ਼ੁਰੂ ਕਰੋ। ਜੀ ਮੈਂ ਮਾਫੀ ਚਾਹੁੰਦਾ ਜੀ, 4 ਘੰਟੇ ਨਹੀਂ ਕਰਨੀ ਚਾਹੀਦੀ, 24 ਘੰਟੇ ਕਰਨੀ ਚਾਹੀਦੀ ਹੈ। ਯੈਸ, ਜਿਹੜਾ ਗੁਰੂ ਦਾ ਸਿੱਖ ਹੈ ਉਹ ਸੌਂਦਿਆਂ ਜਾਗਦਿਆਂ ਹਰ ਵਕਤ ਸਵਾਸ ਉਹ ਸੁਚੇਤ ਰਹਿ ਕੇ ਉਸਨੇ ਜਿਹੜੀ ਵੀ ਕਿਰਤ ਕਰ ਰਿਹਾ ਹੋ, ਅਸੀਂ ਕਿਰਤ ਸਮਝ ਲੈਂਦੇ ਹਾਂ ਕੇਵਲ ਗੁਰਦੁਆਰੇ ਵਿੱਚ ਜਾ ਕੇ ਸੇਵਾ ਕਰਨਾ ਜਾਂ ਕਿਸੇ ਲੋੜਵੰਦ ਦੀ ਮਦਦ ਕਰਨਾ, ਅਸੀਂ ਕੇਵਲ ਉਹਨੂੰ ਕਿਰਤ ਸਮਝ ਲੈਂਦੇ ਹਾਂ। ਕਿਰਤ ਦਰਅਸਲ ਗੁਰੂ ਸਾਹਿਬ ਜਿਹੜੀ ਸਾਨੂੰ ਕਿਰਤ ਦੇ ਰਹੇ ਨਾ, 24 ਘੰਟੇ ਅਸੀਂ ਜੋ ਵੀ ਕਾਰ ਵਿਹਾਰ ਕਰ ਰਹੇ ਹਾਂ, 24 ਘੰਟੇ ਜੋ ਵੀ ਅਸੀਂ ਕਰ ਰਹੇ ਹਾਂ, ਭਾਵੇਂ ਸੋ ਰਹੇ ਹਾਂ, ਜਾਗ ਰਹੇ ਹਾਂ, ਹਰ ਵਕਤ ਅਸੀਂ ਸੁਚੇਤ ਰਹਿ ਕੇ ਅਸੀਂ ਜਦੋਂ ਕਾਰ ਵਿਹਾਰ ਕਰਦੇ ਹਾਂ ਤੇ 24 ਘੰਟੇ ਅਸੀਂ ਸੱਚ ਦੀ ਰਾਹ ਤੇ ਟੁਰਨਾ ਕਰ ਰਹੇ ਹਾਂ। ਅਰਵਿੰਦਰ ਵੀਰ ਜੀ ਆਪ ਜੀ ਕੁਝ ਐਡ ਕਰਨਾ ਚਾਹੋ ਤੇ ਪਲੀਜ਼ ਇਸ ਦੇ ਵਿੱਚ ਅੱਗੇ ਵਧਾਇਆ ਜੀ। ਆਈ ਥਿੰਕ ਜਿਹੜਾ ਕਿਰਤ ਤੋਂ ਵੀਰ ਜੀ ਦਾ ਸ਼ਾਇਦ ਜੋ ਆਈ ਫੀਲ ਜੋ ਉਹਨਾਂ ਦਾ ਮਤਲਬ ਸੀ ਨਾ, ਉਹ ਬੰਦੇ ਨੇ ਕਾਰੋਬਾਰੀ ਹੋਣਾ ਚਾਹੀਦਾ ਹੈ, ਕੋਈ ਘਾਲ ਨਹੀਂ ਚਾਹੀਦੀ ਹੈ। ਤਾਂ ਗੁਰਮਤਿ ਦਾ ਵੀ ਕੰਸੈਪਟ ਹੈ ਨਾ, ਕਹਿੰਦਾ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਵੀ ਤੂੰ ਐਵੇਂ ਜਿਹੜਾ ਗੁਰਮਤਿ ਦਾ ਧਰਮ ਉਹ ਨਹੀਂ ਹੈ ਵੀ ਉਹ ਦੂਜਾ ਵੀ ਸ਼ਬਦ ਆਉਂਦਾ, ਕਹਿੰਦਾ ਵੀ ਉਹ ਹਾਥ ਪਾਓ ਕਰ ਕਾਮ ਸਭ, ਵੀ ਇਹ ਵੀ ਤੂੰ ਇੱਕ ਪਾਸੇ ਚੌਂਕੜਾ ਮਾਰ ਕੇ ਬਹਿ ਜਾ ਵੀ ਇਹ ਮੇਰੀ ਭਗਤੀ ਕਰਨਾ ਪਿਆ। ਨਹੀਂ, ਗੁਰਮਤਿ ਦੀ ਭਗਤੀ ਜਿਹੜੀ ਹੈ ਵੇ ਨਾ, ਉਹ ਕੁਝ ਘਾਲ ਨਾ ਘਾਲ। ਇੱਕ ਉਹ ਦੂਜਾ ਵੀ ਸ਼ਬਦ ਆਉਂਦਾ, ਕਹਿੰਦਾ ਮੁਖਟੂ ਹੋਏ ਕੇ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ। ਕਈਆਂ ਨੇ ਉਤੋਂ ਧਰਮ ਨੂੰ ਆਪਣਾ ਕਾਰੋਬਾਰ ਬਣਾ ਦਿੱਤਾ ਹੋਇਆ ਹੈ, ਤੇ ਗੁਰੂ ਸਾਹਿਬ ਕਹਿੰਦੇ ਨਹੀਂ, ਤੂੰ ਕਹਿੰਦਾ ਫਿਟ ਏਵੇ ਮੇਰੇ ਸ਼ਬਦ ਕਹਿੰਦਾ ਫਿਟ ਏਵੇ ਹੈ ਜੀਵਿਆ ਜਿਤ ਨਹੀਂ ਜਿਤ ਲਿਖ ਵੇਚੇ ਨਾ, ਵੀ ਉਹ ਉਲਟਾ ਨਾ ਵੀ ਉਹ
ਕਈਆਂ ਨੇ ਧਰਮ ਨੂੰ ਆਪਣਾ ਧੰਦਾ ਬਣਾ ਦਿੱਤਾ ਹੈ ਵੀ ਉਹ ਨਾ ਵੀ ਉਹ ਬਾਬਾ ਜੀ ਟਾਈਪ ਸਿਸਟਮ ਜਿਹੜਾ ਕਹਿ ਲਓ ਉਹਨਾਂ ਦਾ ਕੀ ਹੈ ਬੋਲੋ ਇਟ ਇਜ਼ देयर ਬਿਜ਼ਨਸ। ਤੇ ਸ਼ਾਇਦ ਮੇਰੇ ਖਿਆਲ ਨਾਲ ਉਸ ਪ੍ਰਥਾ ਹੀ ਕਹਿੰਦੇ ਪਏ ਨੇ ਕਿ ਹਰ ਬੰਦੇ ਨੇ ਇਹਨਾਂ ਦਾ ਕੀਰਤੀ ਹੋਣਾ ਚਾਹੀਦਾ ਹੈ ਪਾਓ, ਕਿਉਂਕਿ ਜਿਹੜਾ ਬੰਦਾ ਜਦੋਂ ਉਹ ਜੇ ਗੱਲ ਕਰਨੀ ਹੈ ਦ੍ਰਿੜਤਾ ਦੇ ਨਾਲ ਕਰਨੀ ਹੈ, ਜੇ ਇਹ ਸਾਡੇ ਪੈਰਾਂ ਦੀਆਂ ਜੰਜੀਰਾਂ ਨਾ ਗਈਆਂ ਨਾ, ਅੱਜ ਆਮ ਤੌਰ ਤੇ ਅਸੀਂ ਜਦੋਂ ਕਹਿੰਦੇ ਕਿ ਜਿਹੜਾ ਪ੍ਰਚਾਰਕ ਹੈ ਉਹ ਇਤਨਾ ਮੁਹਤਾਜ ਕਿਉਂ ਹੈ, ਕਿਉਂਕਿ ਉਹਨੇ ਸ਼ਾਇਦ ਹੈ ਵੈਸੇ ਉਹ ਵੀ ਅੱਛੀ ਕਿਰਤ ਹੈ, ਆਈ ਐਮ ਨਾਟ ਅਗੇਂਸਟ ਦੈਟ, ਉਹ ਵੀ ਬੜੀ ਲੋੜ ਹੈ, ਬੜੀ ਘਾਲਣਾ ਘਾਲਦੇ ਪਏ ਨੇ, ਨਾਟ ਬਿਲਕੁਲ ਉਹਦੇ ਖਿਲਾਫ ਨਹੀਂ ਹਾਂ, ਲੇਕਿਨ ਵਿਚਾਰੇ ਦੀ ਮਜਬੂਰੀ ਆ ਜਾਂਦੀ ਤੇ ਕਹਿੰਦੇ ਗੁਰੂ ਕਹਿੰਦਾ ਵੀ ਘਾਲ ਖਾਏਗੀ ਛੱਤੋਂ ਤੇ। ਇਹ ਵਾਲਾ ਰਸਤਾ ਉਹ ਨਹੀਂ ਕਿ ਵੀ ਤੂੰ ਚੌਕੜਾ ਮਾਰ ਕੇ ਬਹਿ ਜਾ, ਪਹਾੜੀਆਂ ਦੇ ਕੰਦਰਾਂ ਤੇ ਚਲੇ ਜਾ, ਇਹ ਉਹ ਵਾਲਾ ਰਸਤਾ ਨਹੀਂ ਹੈ। ਤੇ ਕਹਿੰਦੇ ਨੇ ਕੁਝ ਮਿਹਨਤ ਕਰ, ਕੋਈ ਜਿਹੜਾ ਉਦਮ ਕਰ, ਆਪ ਵੀ ਖਾ, ਉਹ ਹੋਰਾਂ ਨੂੰ ਜਿਹੜਾ ਨਾ ਵੀ ਉਹ ਸਪੋਰਟ ਬਣ ਉਹਨਾਂ ਦਾ ਨਾ ਵੀ ਉਹ ਵਾਲਾ ਸਿਸਟਮ ਸ਼ਾਇਦ ਗੁਰੂ ਸਾਹਿਬ ਦਾ ਹੈ। ਮੇਰੇ ਖਿਆਲ ਤੇ ਜਿਹੜਾ ਵੀਰ ਇਸ ਗੱਲ ਨੂੰ ਐਡਰੈਸ ਕਰਨਾ ਚਾਹते ਸਨ। जी धन्यवाद वीर जी। पुआ जी आप जी कुछ ऐड करना चाहोगे? आई थिंक जो गुरु नानक ਦਾ ਜੋ ਮਿਸ਼ਨ ਸੀ, ਕਿਰਤ ਵਾਸ ਸਮਥਿੰਗ ਐਲਸ, ਕਿਸੇ ਹੋਰ ਚੀਜ਼ ਨੂੰ ਸੰਬੋਧਨ ਕੀਤਾ ਗਿਆ ਸੀ। ਕਿਰਤ ਕਰਨਾ ਤੇ ਵੰਡ ਛਕਣਾ ਕਿਹਾ ਗਿਆ ਸੀ ਕਿ ਜਿਹੜੇ 24 ਆਵਰਸ ਅਰਾਊਂਡ ਦ ਕਲੌਕ ਯੂ ਹੈਵ ਟੂ ਫੋਲੋ ਦ ਵੈਲਿਊਜ਼ ਆਫ ਲਾਈਫ, ਪ੍ਰੈਕਟਿਸ ਦ ਵੈਲਿਊਜ਼ ਆਫ ਲਾਈਫ। ਇਹ ਕਿਰਤ ਸੀ। ਤੇ ਵੰਡ ਛਕਣਾ ਕੀ ਸੀ ਕਿ ਜੋ ਤੁਹਾਡੇ ਅੰਦਰ ਦੇ ਵਰਚੂਜ਼ ਹੈ ਉਸ ਦਾ ਤੁਸੀਂ ਵੰਡਣਾ ਸੀ। ਆਈ ਥਿੰਕ ਦਿਸ ਇਜ਼ ਵਾਟ ਵਾਸ ਦ ਮਿਸ਼ਨ। ਜੋ ਅਸੀਂ ਹੱਥੀਂ ਕੰਮ ਕਰਦੇ ਹਾਂ, ਜੋ ਵੀ ਸੰਸਾਰ ਤੇ ਆਇਆ ਫॉर ਸਸਟੇਨਿੰਗ ਆਫ ਲਾਈਫ, ਤਾਂ ਉਹਨਾਂ ਨੂੰ ਕੰਮ ਕਰਨਾ ਹੀ ਪਏਗਾ। ਦੇ ਹੈਵ ਟੂ ਅਰਨ ਦ ਮਨੀ ਟੂ ਸਸਟੇਨ ਲਾਈਫ। that is a discipline, that is a law which everyone has to work. But I think jo Guru Nanak was giving us ishara kar rahe san, ਉਹ ਸਾਡੇ values ਔਰ ਸਾਡੇ virtues ਦੇ ਉੱਪਰ ਸਨ। ਹਾਂਜੀ, ਥੈਂਕ ਯੂ ਭੂਆ ਜੀ। 24 ਘੰਟੇ ਅਸੀਂ ਕੁਝ ਨਾ ਕੁਝ ਕਰਦੇ ਹੀ ਹਾਂ, ਸੁਚੇਤ ਹੋ ਕੇ ਜਦੋਂ ਅਸੀਂ ਕਰਦੇ ਹਾਂ, ਜਦੋਂ ਗੁਰੂ ਦੇ ਗਿਆਨ ਦੇ ਚਾਨਣ ਵਿੱਚ ਜਦੋਂ ਅਸੀਂ ਕਰਦੇ ਹਾਂ, ਤੇ ਗੁਰੂ ਸਾਹਿਬ ਉਹੀਓ ਸਾਨੂੰ ਸਿੱਖਿਆ ਦੇ ਹਨ ਕਿ ਗਿਆਨ ਦੇ ਚਾਨਣ ਵਿੱਚ ਅਸੀਂ ਕਰੀਏ, ਜਿੱਥੇ ਵੀ रहिए जागृत होके ना करिए। हाँ, इकबाल वीर जी आप जी अगर एक मिनट कुछ कहना हो, फिर सुखविंदर वीर जी भी ऐड करन कुछ। जी, किरत पहनद्या खाउंदियां विचे हो गए कि साडी किरत होनी चाहिए है। किरत तो भाव कर्म, तन दे कर्म भी और मन दे कर्म भी, दोनों। तन और मन दे नाल गुरबाणी ने यही गल की है, हसंदियां खलंदियां पहनदियां खवंदियां विचे हो गए मनुख। ये सारी कार करदियां जिहड़ा जीव है ਇਹਦੇ ਇਸ ਵਿੱਚ ਸਦਾ ਕਰਤੇ ਨੂੰ ਰੱਖੇ, ਤੇ ਜਦੋਂ ਉਹ ਕਰਤੇ ਨੂੰ ਰੱਖੂਗਾ ਫਿਰ ਉਹ ਵਿਕਾਰਾਂ ਦੇ ਬੰਧਨਾਂ ਤੋਂ ਸਦਾ ਮੁਕਤ ਰਹੇਗਾ। ਹਾਥ ਪਹੁੰਚੇ ਕਾਮ ਸਭ ਚੀਤ ਨਿਰੰਜਨ ਨਾਲ। ਹੁਣ ਹੱਥਾਂ ਪੈਰਾਂ ਨਾਲ ਜਦੋਂ ਅਸੀਂ ਕਰਮ ਕਰਾਂਗੇ, ਸਾਡੇ ਤਨ ਦੇ ਕਰਮ ਹੋਊਗੇ। ਜਦੋਂ ਮਨ ਨਾਲ ਕਰਾਂਗੇ ਉਹ ਸਾਡੀ ਸੁਰਤ ਦੇ ਹੋਣਗੇ। ਤੇ ਹੱਥੀਂ ਜਿਹੜੀ ਕਿਰਤ ਕੀਤੀ ਹੂੰ ਅਸੀਂ ਆਪਣਾ ਪਰਿਵਾਰ ਆਪ ਇਹ ਸਾਰਾ ਪਾਲਾਂਗੇ ਤੇ ਦੂਜਿਆਂ ਦੀ ਭਲਾਈ ਵਾਸਤੇ ਵੀ ਕਰ ਸਕਦੇ ਹਾਂ। ਜਦੋਂ ਮਨ ਦੀ ਕਿਰਤ ਕਰਾਂਗੇ, ਸਾਡਾ ਵਿਕਾਸ ਖੇੜਾ, ਸਾਡੀ ਸੁਰਤ ਮਤ ਮਨ ਉਹਦੇ ਸਾਡੀ ਘੜੀ ਜਾਊਗੀ, ਤੇ ਘੜਨ ਦੇ ਨਾਲ ਅਸੀਂ ਸਾਡੇ ਅੰਦਰ ਪ੍ਰਕਾਸ਼ ਹੋਊਗਾ, ਵਿਵੇਕ ਬੁੱਧ ਹੋਊਗਾ। ਤੇ ਜਦੋਂ ਮਨ ਦੇ ਅੰਦਰ ਵਿਵੇਕ ਬੁੱਧ ਹੋਊਗੀ ਤੇ ਅਸੀਂ ਫਿਰ ਗੁਣਾਂ ਭਰਪੂਰ ਹੋ ਕੇ ਗੁਣ ਵੰਡ ਵੀ ਸਕਦੇ ਹਾਂ। ਇਹ ਵੀ ਇੱਕ ਕਿਰਤ ਹੈ। ਗੁਣ ਵੰਡਣੇ ਵੀ, ਗੁਣਵਾਨ ਹੋ ਕੇ ਗੁਣ ਵੰਡਣੇ ਵੀ ਇੱਕ ਕਿਰਤ, ਸੱਚੀ ਕਿਰਤ ਹੈ, ਜਿਹਦੇ ਨਾਲ ਕਿਸੇ ਨੂੰ ਰਾਹ ਦਰਸਾਰਾ ਮਿਲ ਜਾਂਦਾ। ਰਾਹ ਦਰਸਾਰਾ ਭਾਵ ਕਿ ਅਗਲੇ ਨੂੰ ਵੀ ਸੋਝੀ ਹੋ ਜਾਂਦੀ ਹੈ ਵੀ ਸਾਨੂੰ ਗੁਰਬਾਣੀ ਜਾਂ ਸਾਨੂੰ ਗੁਰੂ ਦਾ ਉਪਦੇਸ਼ ਕੀ ਹੈ, ਸਿੱਖਿਆ ਕੀ ਹੈ। ਇਹ ਵੀ ਇੱਕ ਬਹੁਤ ਵੱਡੀ ਕਿਰਤ ਹੈ। ਤੇ ਇਕੱਲੀ ਕਿਰਤ ਤਨ ਦੀ ਨਹੀਂ, ਤਨ ਔਰ ਮਨ ਦੋਹਾਂ ਦੀ ਕਿਰਤ ਕਰਦਿਆਂ ਕਰਦਿਆਂ ਗੁਰਸਿੱਖ ਨੂੰ ਇਹ ਜਿਹੜਾ ਹੁਕਮ ਹੈ ਉਹ ਕਿਰਤ ਕਰੇ ਤੇ ਵੰਡ ਛਕੇ। ਇਸ ਲਈ ਇਹ ਜਿਹੜੀ ਕਿਰਤ ਹੈਗੀ ਹੈ ਇਹ ਗੁਰਸਿੱਖੀ ਦਾ ਮੁੱਢਲਾ ਸਿਧਾਂਤ ਹੈ, ਬੇਸਿਕ। ਇਸ ਕਰਕੇ ਇਹ ਜਿਹੜਾ ਕਿਰਤ ਦਾ ਕਨਸੈਪਟ ਹੈ 24 ਘੰਟੇ ਹੀ ਚਲਾਉਣਾ ਚਾਹੀਦਾ। ਜਦੋਂ ਤੱਕ ਤੁਹਾਡਾ ਜਿਹੜਾ ਤਨ ਹੈ ਤੁਹਾਡੇ ਨਾਲ ਹੈ, ਤੁਹਾਨੂੰ ਕਿਰਤ ਕਰਨੀ ਚਾਹੀਦੀ ਹੈ, ਚਾਹੇ ਨਾਮ ਜਪਣ ਦੀ ਹੋਵੇ, ਚਾਹੇ ਹੱਥੀਂ ਕਿਰਤ ਹੋਵੇ, ਪਰਿਵਾਰ ਪਾਲਣ ਦੀ, ਸਰੀਰ ਪਾਲਣ ਦੀ, ਜਾਂ ਦੂਸਰਿਆਂ ਦੇ ਭਲਾਈ ਵਾਸਤੇ ਹੋਵੇ। ਇਹ ਹੋਣਾ ਚਾਹੀਦਾ ਜੀ। जी धन्यवाद वीर जी। 24 घंटे किरत करनी चाहिए।
ਨਾਮ ਜਪਣ ਦੀ, ਨਾਮ ਦੇਖੋ ਅਸੀਂ ਜ਼ਬਾਨੀ ਵੀ ਜਪਣਾ ਹੈ, ਮਨ ਕਰਕੇ ਵੀ ਜਪਣਾ ਹੈ ਤੇ ਤਨ ਕਰਕੇ ਵੀ ਜਪਣਾ ਹੈ। ਤਨ ਕਰਕੇ ਅਸੀਂ ਕਿਰਤ ਜਦੋਂ ਗੁਰੂ ਦੀ ਸਿੱਖਿਆਵਾਂ ਮੁਤਾਬਿਕ ਕਰਦੇ ਹਾਂ ਤੇ ਉਹ ਤਨ ਕਰਕੇ ਅਸੀਂ ਨਾਮ ਜਪਦੇ ਹਾਂ। ਤੇ 24 ਘੰਟੇ ਜਿਹੜਾ ਨਾਮ ਜਪਣ ਦਾ ਜ਼ਿਕਰ ਹੈ ਉਹ ਤਨ ਕਰਕੇ ਅਸੀਂ ਜਪਣਾ ਹੈ। ਧੰਨਵਾਦ ਵੀਰ ਜੀ। ਜੀ ਸੁਖਿੰਦਰ ਵੀਰ ਜੀ। ਵੀਰ ਜੀ ਕੁਐਸਚਨ ਦੇ ਵਿੱਚ ਜਿਹੜਾ ਇਹਨਾਂ ਨੇ ਨਾ ਇੱਕ ਦੋ ਲਫ਼ਜ਼ ਲਿਖੇ ਹੈ, ਉਹ ਲਫ਼ਜ਼ ਦੇ ਨਾਲ ਨਾ ਬੜਾ ਭੁਲੇਖਾ ਪੈਂਦਾ ਸਾਨੂੰ ਸਾਰਿਆਂ ਨੂੰ। ਇਹਦੇ ਵਿੱਚ ਇੱਕ ਤਾਂ ਲਿਖਿਆ ਹੋਇਆ ਨਾ ਸਿੱਖ ਧਰਮ ਵਿੱਚ ਸਿੱਖਾਂ ਦੀ ਪਹਿਚਾਣ ਨਾਲ ਜੋੜ ਕੇ ਇਹ ਪੁੱਛ ਰਹੇ ਹੈ ਵੀ ਸਿੱਖਾਂ ਦੀ ਪਹਿਚਾਣ ਹੈ 4 ਘੰਟੇ ਹੱਥੀਂ ਕੰਮ ਕਰਨਾ। ਇਹ ਸਿੱਖ ਧਰਮ ਦੇ ਬਾਰੇ ਜੋ ਕੁਝ ਅਸੀਂ ਬੋਲਦੇ ਹਾਂ ਨਾ, ਅਸੀਂ ਜੋ ਸਮਝਦੇ ਹਾਂ ਸਿੱਖ ਧਰਮ, ਉਹ ਸਾਡੇ ਅਸੀਂ ਬਣਾਏ ਹੋਏ ਨੇ। ਇਹਦੇ ਰੂਲਸ ਜੋ ਸਿੱਖ ਧਰਮ ਦੇ ਰੂਲਸ ਹੈ ਉਸ ਅਸੀਂ ਬਣਾਏ ਹੋਏ ਨੇ, ਸਾਡੇ ਪੁਰਾਣੇ ਬਜ਼ੁਰਗਾਂ ਨੇ ਬਣਾਏ। ਇਹਦੇ ਵਿੱਚ ਜੋ ਅਸੀਂ ਗੱਲਾਂ ਕਰਦੇ ਹਾਂ ਵੀ ਹੱਥਾਂ ਨਾਲ 4 ਘੰਟੇ ਜਾਂ ਆਪਣੀ ਕਮਾਈ ਦਾ ਦਸਵੰਧ, ਇਹ ਸਿੱਖ ਧਰਮ ਦੇ ਰੂਲ ਨੇ, ਅਸੀਂ ਬਣਾਇਆ। ਕਿਉਂਕਿ ਗੁਰਬਾਣੀ ਦਾ ਜਿਹੜਾ ਧਰਮ ਹੈ ਉਹ ਹੈ ਸੱਚ ਧਰਮ। ਇੱਕ ਹੈ ਸਿੱਖ ਧਰਮ, ਇੱਕ ਹੈ ਸੱਚ ਧਰਮ। ਇੱਕ ਹੈ ਸਿੱਖ ਧਰਮ, ਇੱਕ ਹੈ ਨਾਮ ਧਰਮ। ਇਹਨਾਂ ਦੋਨਾਂ 'ਚ ਬਹੁਤ ਫਰਕ ਹੈ। ਅਸੀਂ ਇਹਨਾਂ ਨੂੰ ਇੱਕ ਕਰਕੇ ਮੰਨ ਰਹੇ ਹਾਂ, ਬਹੁਤ ਡਿਫਰੈਂਸ ਹੈ। ਸਿੱਖ ਧਰਮ ਨੂੰ ਬਾਹਰਲਿਆਂ ਨੇ ਐਕਸਪਲੇਨ ਕੀਤਾ ਹੈ, ਸੱਚ ਧਰਮ ਨੂੰ ਬਾਣੀ ਗੁਰਬਾਣੀ ਨੇ ਐਕਸਪਲੇਨ ਕੀਤਾ ਹੈ। ਸੱਚ ਨੇ ਹੀ ਸੱਚ ਧਰਮ ਨੂੰ ਐਕਸਪਲੇਨ ਕੀਤਾ। ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਧਰਮ ਬਾਰੇ ਗੱਲ ਕੀਤੀ ਹੈ। ਔਰ ਗੁਰਬਾਣੀ ਸੱਚ ਧਰਮ ਦਾ ਜਿਹੜੇ ਵਿੱਚ ਜੋ ਹੱਥ ਦੀ ਗੱਲ ਕਰਦੇ ਹਾਂ ਨਾ, ਆਪਾਂ ਕਰਦੇ ਹਾਂ ਹਾਥ ਪਾਉ ਕਰ ਕਾਮ ਸਭ ਜੀਤ ਨਿਰੰਜਨ ਨਾਲ, ਉਹ ਹੱਥ ਵੀ ਗੁਰਬਾਣੀ ਤੋਂ ਪੁੱਛੇ ਨਾ। ਗੁਰਬਾਣੀ ਕਹਿੰਦੇ ਨੇ ਭੈ ਕੇ ਚਰਨ ਕਰ ਪਾਓ ਕੇ। ਹੱਥ ਗੁਰਬਾਣੀ ਸਾਡੇ ਪਿਆਰ ਨੂੰ, ਭਾਉ ਨੂੰ, ਸਾਡਾ ਜਿੱਥੇ ਭਰੋਸਾ ਉਸ ਨੂੰ ਆਖਦੀ ਹੈ। ਸਾਡਾ ਪਿਆਰ ਕਿੱਥੇ ਲੱਗ ਗਿਆ ਹੋਇਆ, ਤੇ ਜਿਹਨੂੰ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ, ਭਾਉ ਕਰਕੇ ਉਸ ਨੂੰ ਹੱਥ ਕਹਿੰਦੀ ਹੈ ਗੁਰਬਾਣੀ। ਭੈ ਕੇ ਚਰਨ ਕਰ ਭਾਉ ਕੇ। ਹੁਣ ਉਹ ਭਾਉ ਦੇ ਭੈ ਭਾਉ ਰੂਪੀ ਹੱਥਾਂ ਨਾਲ ਅਸੀਂ ਕਿਵੇਂ 4 ਘੰਟੇ ਲਈ ਸਿਰਫ ਕਰ ਸਕਦੇ ਹਾਂ? ਅਸੀਂ ਹਰ ਚੀਜ਼ ਦੇ ਵਿੱਚ ਅਸੀਂ ਇਹ ਹੱਥਾਂ ਨੂੰ ਉਹ ਹੱਥ ਸਮਝਦੇ ਹਾਂ ਜੋ ਗੁਰਬਾਣੀ ਹਾਥ ਪਾਉ ਕਰ ਕਾਮ ਸਭ। ਗੁਰਬਾਣੀ ਕਹਿੰਦੀ ਹੈ ਭੈ ਕੇ ਚਰਨ ਕਰ ਭਾਉ ਕੇ ਲੋਇਨ ਸੁਰਤ ਕੇ ਨਾਨਕ ਹੈ ਸਿਆਣੀ ਇਵ ਕੰਤ ਪਿਲਾਵਾ ਹੋਏ। ਕੰਤ ਨੂੰ ਮਿਲਣਾ ਚਾਹੁੰਦੇ ਆ। ਕਿਰਤ ਕਰਨ ਦਾ ਮੋਟਿਵ ਸਾਡਾ ਤਾਂ ਇਹੀ ਹੈ ਨਾ ਵੀ ਇਹ ਗੁਰੂ ਜੀ ਨੇ ਕਿਹਾ ਤੇ ਅਸੀਂ ਕਰਾਂਗੇ, ਗੁਰੂ ਜੀ ਖੁਸ਼ ਹੋ ਜਾਣਗੇ ਤੇ ਸਾਨੂੰ ਆਪਣੇ ਨਾਲ ਮਿਲਾ ਲੈਣਗੇ। ਅਸਲ ਵਿੱਚ ਸਾਡਾ ਉਦੇਸ਼ ਤਾਂ ਹੈ ਨਾ ਵੀ ਪ੍ਰਮਾਤਮਾ ਨੂੰ ਮਿਲੇ, ਲੇਕਿਨ ਉਹਦੇ ਚ ਕਹਿੰਦੇ ਨੇ ਕਰ ਭਾਵ ਕੇ ਪਿਆਰ ਨੂੰ ਆਪਣੇ ਹੱਥ ਬਣਾ, ਪਿਆਰ ਰੂਪੀ ਹੱਥ ਬਣਾ, ਫਿਰ ਕਹਿੰਦੇ ਗੱਲ ਬਣੇ। ਕਿਉਂਕਿ ਇਹ ਸਤਿਗੁਰੂ ਜੀ ਦਾ ਜਿਹੜਾ ਸਾਡਾ ਘਰਾਂ। ਹੁਣ ਆਪਾਂ ਗੱਲ ਕਰਦੇ ਹਾਂ ਕਿਰਤ ਦੀ। ਅਸੀਂ ਕਿਰਤ ਕਰਨ ਵੱਲੋਂ ਆਜ਼ਾਦ ਆ। ਇਹ ਸਾਡੇ ਅੰਦਰ ਨਾ, ਇਹ ਸਾਡੇ ਅੰਦਰ ਸ਼ਕਤੀ ਪਾਈ ਹੈ, ਰੱਬੀ ਹੁਕਮਾਂ ਵਿੱਚ ਹੀ ਸ਼ਕਤੀ ਹੈ ਕਿਰਤ। ਹਾਂ, ਉਹਦੇ ਚੋਂ ਹੁਣ ਅਸੀਂ ਕਿੱਥੇ ਜਾ ਸਕਦੇ? ਦੇਖੋ ਦੋ ਗੁਰਬਾਣੀ ਕਹਿੰਦੇ ਨੇ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਇਹ ਸਾਡੇ ਕਰਮ। ਅਸੀਂ ਦੁਕ੍ਰਿਤ ਪਾਸੇ ਵੀ ਜਾ ਸਕਦੇ ਹਾਂ, ਭੈੜੀ ਕਿਰਤ ਵੀ ਕਰ ਸਕਦੇ ਹਾਂ ਤੇ ਸੁਕ੍ਰਿਤ ਵੀ ਕਰ ਸਕਦੇ ਹਾਂ, ਚੰਗੀ ਸ੍ਰੇਸ਼ਟ ਕਿਰਤ ਵੀ ਕਰ ਸਕਦੇ ਹਾਂ। ਕਿਰਤ ਲਫ਼ਜ਼ ਸਿਰਫ ਕਿਰਤ ਹੈ ਨਾ, ਮਤਲਬ ਕੋਈ ਸਿਰਫ ਅਸੀਂ ਕਿਰਤ ਕਰਨ ਦੀ ਸਾਡੇ ਅੰਦਰ ਸ਼ਕਤੀ ਹੈ। ਅਸੀਂ ਕੁਝ ਵੀ ਕਿਰਤ ਕਰ ਸਕਦੇ ਹਾਂ। ਕਰਨਾ ਕੀ ਹੈ? ਸਾਡੀ ਮਰਜ਼ੀ ਹੈ। ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਤੂੰ ਨਾ ਸੁਕ੍ਰਿਤ ਕਰ ਲੀਜੈ ਰੇ ਮਨ, ਸੁਕ੍ਰਿਤ ਕਰਿਆ ਕਰ। ਦੁਕ੍ਰਿਤ ਸੁਕ੍ਰਿਤ ਥਾਰੋ ਕਰਮ। ਦੁਕ੍ਰਿਤ ਵਾਲੇ ਪਾਸੇ ਉਸਨੂੰ ਗੁਰਬਾਣੀ ਪਤਾਲ ਵਾਲੀ ਅਵਸਥਾ ਆਖਦੀ ਹੈ, ਅਵਗੁਣਾ ਵਾਲੀ ਅਵਸਥਾ ਆਖਦੀ ਹੈ, ਦੂਜੇ ਭਾਉ ਵਾਲੀ ਅਵਸਥਾ। ਦੇਖੋ ਹੱਥ ਆ ਗਿਆ ਨਾ, ਹੱਥ ਕਹਿੰਦੇ ਨੇ ਭਾਉ ਨੂੰ। ਭਾਉ ਵੀ ਦੋ ਹੋ ਸਕਦੇ ਨੇ, ਦੂਜਾ ਭਾਉ ਹਨਾ ਤੇ ਇੱਕ ਸੱਚ ਦਾ ਭਾਉ। ਉਹਨੂੰ ਕਹਿੰਦੇ ਨੇ ਉਹ ਦੂਜਾ ਭਾਉ ਰੂਪੀ ਹੱਥ ਹੈ ਨਾ ਜਿਹੜਾ, ਉਹ ਦੂਜਾ ਭਾਉ, ਉਹਨੂੰ ਦੁਕ੍ਰਿਤ ਕਹਿੰਦੇ ਨੇ। ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਅਸੀਂ ਕਿਰਤ ਕਰਨੀ ਹੈ, ਦੁਕ੍ਰਿਤ ਵਾਲੀ ਨਹੀਂ ਕਰਨੀ। ਪਰ ਅਸੀਂ ਜ਼ਿਆਦਾਤਰ ਦੂਜੇ ਭਾਵ ਵਾਲੀ ਕਿਰਤ ਕਰਦੇ ਹਾਂ। ਭਾਵ ਦੂਜੇ ਭਾਵ ਰੂਪੀ ਆਪਣੇ ਹੱਥ ਬਣਾਏ ਹੋਏ ਹਨ ਅੰਦਰਲੀ ਕਾਇਆ ਦੇ। ਉਹਦੇ ਨਾਲ ਕੀ ਹੋ ਰਿਹਾ? ਦੁਕ੍ਰਿਤ ਕਰਦੇ ਹਾਂ। ਸਾਰਾ ਸਮਾਂ ਸਾਡਾ 4 ਘੰਟੇ ਦਾ ਕੀ ਹਰ ਸਮੇਂ ਦੂਜੇ ਭਾਵ 'ਚ ਜਿਹੜਾ ਜੀਵਨ ਬਤੀਤ ਕਰਨਾ, ਗੁਰਬਾਣੀ ਤੁਹਾਨੂੰ ਕਹਿੰਦੇ ਨੇ ਡੁੱਬੇ ਸੇਵਨ ਜਾ ਰਿਹਾ। ਦੂਜੇ ਭਾਵ ਦੇ ਵਿੱਚ ਲੱਗਣਾ ਹੀ ਡੁੱਬਣਾ ਹੈ, ਕੁਝ ਨਹੀਂ ਪ੍ਰਾਪਤ ਹੋਏਗਾ। ਗੁਰਬਾਣੀ ਕਹਿੰਦੀ ਸੁਕ੍ਰਿਤ ਕਰ ਲੀਜੈ ਰੇ ਮਨ, ਸੁਕ੍ਰਿਤ ਕਰਿਆ ਕਰ। ਸੁਕ੍ਰਿਤ ਹੈ ਸੱਚ ਦੀ ਕਿਰਤ ਕਰਨੀ। ਕਿਉਂਕਿ ਸਾਨੂੰ ਗੁਰਬਾਣੀ ਕਹਿੰਦੀ ਕਿਰਤ ਕਰਮ ਕੇ ਵਿਛੜੇ। ਅਸੀਂ ਸਿਰਫ ਕਿਰਤ ਕਰਮ ਕਰਕੇ ਹੀ ਵਿਛੜੇ ਹੋਇਆ ਉਸ ਤੋਂ। ਸੁਕ੍ਰਿਤ ਕਰਮ ਸ਼ੁਰੂ ਕਰ ਦਈਏ, ਮਿਲਾਪ ਹੋ ਗਿਆ।
किरत कर्म के विछुड़े कर कृपा मिलो। अगे कहने 4 कुंट दा दिस ब्रह्मे थक आए प्रभ की शान। धेन दुधे ते बारी कितन आवे काम। जल बिन छा को मिलाप ते उपजे नाई दाम। हर नाहा ना मिली है साजन कत पाई है विश्राम। उस नाहा ना है साडा खसम है सच। सच नूं समझिए, इस नूं कहंदे सुनिया, फिर कहंदे सच नूं मन्नीए, कहंदे मन्निया, पर कहंदे करियो क्यों, कहंदे ने मन कीता भाओ। भाओ कर, इस नूं कहंदे ने हथ बना। भाओ रूपी हथ बना के सच नूं सुन, सच नूं मन ते सच दे जिव जिव हुक्म तिवै तिवकार कर। आ है हत्थी किरत करनी। गुरबाणी जी, गुरबाणी सानू सुधार देंदी है। कहंदे जिवें कहंदी है ना, आप सवारै मैं मिलिया सुख होए। कहंदे तू अपने आप नूं सवाल लै, रब कहंदे मैं मिल गया। वो रब आप सवारन दे तरीका भी दसदी है। ये है साडे हथ, ਅਸੀਂ ਸੁਕ੍ਰਿਤ ਕਰਨਾ ਹੈ, ਕਿਉਂਕਿ ਅਸੀਂ ਕਰਮ ਕੇ ਵਿਛੜੇ ਹੋਏ ਹਾਂ। ਬਸ ਨਾ ਨੂੰ ਸੁਣੀਏ, ਨਾ ਨੂੰ ਮੰਨੀਏ, ਔਰ ਭਾਉ ਕਰਕੇ ਸੁਣੀਏ ਮੰਨੀਏ, ਭਰੋਸੇ ਨਾਲ, ਪਿਆਰ ਨਾਲ, ਪੂਰੀ ਦ੍ਰਿੜਤਾ ਨਾਲ ਉਸ ਨੂੰ ਮੰਨੀਏ, ਉਹਦੀ ਗੱਲ ਨੂੰ। ਇਹ ਹੈ ਹੱਥ ਗੁਰਮਤ ਦੇ। ਇਹ ਹੈ ਸਿੱਖ ਸੱਚ ਧਰਮ ਦੇ ਕੀ ਕਹਿੰਦੇ ਆ ਹੱਥ। ਸਿੱਖ ਧਰਮ ਦੇ ਹੱਥ ਵੱਖਰੇ ਨੇ, ਸੱਚ ਧਰਮ ਦੇ ਹੱਥ ਵੱਖਰੇ ਨੇ। ਇਹ ਸਾਨੂੰ ਹੈ ਬਹੁਤ ਕੀਮਤੀ ਲਫ਼ਜ਼, ਸਾਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਹੈ। ਸਿੱਖ ਧਰਮ ਗੁਰਮਤ ਦਾ ਧਰਮ ਗੁਰਮਤ ਦੇ ਵਿੱਚ ਐਕਸਪਲੇਨ ਨਹੀਂ ਕੀਤਾ ਹੋਇਆ, ਗੁਰਮਤ ਵਿੱਚ ਸੱਚ ਧਰਮ ਐਕਸਪਲੇਨ ਕੀਤਾ ਹੋਇਆ, ਨਾਮ ਧਰਮ ਐਕਸਪਲੇਨ ਕੀਤਾ ਹੋਇਆ। ਹਾਂਜੀ, ਧੰਨਵਾਦ ਵੀਰ ਜੀ। ਹਰਬਿੰਦਰ ਵੀਰ ਜੀ, ਹਰਬਿੰਦਰ ਸਿੰਘ ਮਾਲਵਾ ਵੀਰ ਜੀ, ਆਪ ਜੀ ਦੀ ਕੱਲ ਸਵਾਲ ਰਹਿ ਗਿਆ ਸੀਗਾ। ਆਪ ਜੀ ਦੀ ਆਡੀਓ ਆਪ ਜੀ ਨੂੰ ਔਨ ਕਰਨੀ ਹੈ। ऑन नहीं हो रही? ऑन हो गई? हाँ जी ਵੀਰ ਜੀ, ਆਵਾਜ਼ ਆ ਰਹੀ ਹੈ ਸਾਨੂੰ। आ रही है? हाँ जी ਵੀਰ ਜੀ, ਆ ਰਹੀ है। आप जी सवाल रख लियो ਵੀਰ ਜੀ। कल का भी सी अज भी आया है, गुरमुख बन सदा सुख पाए सहजे सहजे मिलाए दा। ये ਅਸੀਂ ਦੇਖਦੇ ਹਾਂ ਕਿ परमात्मा जो ਸਾਨੂੰ ਮਿਲਦਾ ਹੈ ਉਹ ਅੰਦਰ ਦੀ ਅਵਸਥਾ ਦੇ ਵਿੱਚ ਮਿਲਦਾ ਹੈ, ਤੇ ਬਾਹਰ ਜੋ ਮਿਲਦੇ ਹਨ ਉਹ ਪਦਾਰਥ ਮਿਲਦੇ ਨੇ। ਜਿਸ ਵੇਲੇ ਅਸੀਂ ਪਦਾਰਥ ਦੇ ਨਾਲ ਜੁੜਦੇ ਹਾਂ, ਕਦੇ ਸਾਨੂੰ ਸੁੱਖ ਔਰ ਦੁੱਖ ਮਹਿਸੂਸ ਹੁੰਦਾ ਹੈ। ਪਹਿਲੇ ਦੁੱਖ ਆਉਂਦਾ ਹੈ, ਫਿਰ ਸੁੱਖ ਆਉਂਦਾ ਹੈ। ਜਦ ਤੱਕ ਦੁੱਖ ਨਹੀਂ ਸਾਨੂੰ ਮਹਿਸੂਸ ਹੁੰਦਾ, ਤਦ ਤੱਕ ਅਸੀਂ ਸੁੱਖ ਨੂੰ ਸਮਝ ਹੀ ਨਹੀਂ ਸਕਦੇ ਹਾਂ। ਔਰ ਸਾਡੇ ਨਵੇਂ ਪਾਤਸ਼ਾਹ ਨੇ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਹੈ, ਬਾਹਰ ਭੀਤਰ ਏਕੋ ਜਾਣੇ ਇਹ ਗੁਰ ਗਿਆਨ ਬਤਾਈ, ਜਿਨ ਨਾਨਕ ਬਿਨ ਆਪਾ ਚੀਨੇ ਮਿਟੇ ਨੂੰ ਬ੍ਰਹਮ ਕੀ ਕਾਈ। ਮੈਂ ਇਹ ਜਿਹੜਾ ਸ਼ਬਦ ਆਇਆ ਹੋਇਆ ਹੈ ਨਵੇਂ ਪਾਤਸ਼ਾਹੀ ਦਾ, ਸਰ ਕਾਹੇ ਰੇ ਮਨ खोजन जाए सर्व निवासी सदा अलेपा, तो ही संग समाई रहाओ। ये जो शब्द आया है, मैं चाहूंगा कि इसके ऊपर विचार किया जाए। जो आज भी ये सब विचारधारा चल रही है, कल भी विचार बहुत अच्छी हुई सी, जो अपना सुखिंदर वीर जी ने की है और भुआ जी ने लिखा है, हुक्म होवे ता परवान, के अपना सुखिंदर जी ने भी जो रखा सतगुर मेरा कर दीवान। ਇਹਨਾਂ ਨੂੰ ਨਾਲ ਲੈਂਦੇ ਹੋਏ ਮੈਂ ਚਾਹਾਂਗਾ ਇਸ ਸ਼ਬਦ ਨਾਲ ਜੋੜ ਕੇ ਸਾਨੂੰ ਵਿਚਾਰ ਔਰ ਸਾਨੂੰ ਗਿਆਨ ਦਿੱਤਾ ਜਾਏ। जी वीर जी, आप जी ने बहुत सोहनी, आप ही खुद बड़ी अच्छी विचार दी वीर जी। धन्यवाद। आप जी ਦਾ ਕੋਈ ਇਹਦੇ ਵਿੱਚੋਂ ਖਾਸ ਸਵਾਲ ਹੈਗਾ ਵੀਰ ਜੀ, ਉਹ ਲੈਣਾ ਹੈ ਜਾਂ ਵਿਚਾਰ ਆਪ ਜੀ ਨੂੰ ਜੋ ਹੋ ਗਈ ਹੈ ਉਹੀ ਹੈ ਕਿ ਪਰਮਾਤਮਾ ਜੋ ਸਾਨੂੰ ਮਿਲਦਾ ਹੈ ਉਹ ਅੰਦਰੋਂ ਜ਼ਿਆਦਾ ਮਿਲਦਾ ਹੈ ਜਾਂ ਕਿਸ ਤਰ੍ਹਾਂ ਮਿਲਦਾ ਹੈ, ਇਹ ਵਿਚਾਰ ਕੀਤਾ ਜਾਵੇ। ਵੀਰ ਜੀ ਆਪ ਜੀ ਨੇ ਖੁਦ ਹੀ ਕਿਹਾ ਹੈ, ਗੁਰੂ ਨਾਨਕ ਨੌਵੇਂ ਪਾਤਸ਼ਾਹ ਦੀ ਬਾਣੀ ਅੰਦਰ ਬਾਹਰ ਦੋਏ ਏਕੋ ਜਾਣੋ। ਤੇ ਠੀਕ ਹੈ ਵੀਰ ਜੀ। ਹਰਵਿੰਦਰ ਵੀਰ ਜੀ, ਆਪ ਜੀ ਇਸ ਬਾਬਤ ਕੁਝ ਕਹਿਣਾ ਚਾਹੁੰਦੇ ਹੋ? ਵਿਚਾਰ ਸਟਾਰਟ ਕਰ ਲਈਏ ਵੀਰ ਜੀ। ਹਰਵਿੰਦਰ ਵੀਰ ਜੀ। ਨਹੀਂ, ਬਾਹਰੋਂ ਤੋਂ ਤੁਸੀਂ ਉਧਰ ਕਤਰ ਕਰਤੇ ਕੁਦਰਤੀ ਮੁਸ਼ਤਾਕ, ਰੱਬ ਦਾ ਮਿਲਾਪ ਤੇ ਅੰਦਰ ਦਾ ਹੀ ਹੈ। ਲੇਕਿਨ ਬਾਹਰ ਜੋ ਸਾਨੂੰ ਦਿਸਦਾ ਪਿਆ ਨਾ, ਅਸੀਂ ਦ੍ਰਿਸ਼ਟਮਾਨ ਤੋਂ ਐਗਜ਼ਾਮਪਲ ਲੈਂਦੇ ਹਾਂ। ਅਸੀਂ ਜਦੋਂ ਕਹਿੰਦੇ ਵੀ ਉਹ ਜਦੋਂ ਕਹਿੰਦੇ ਓਏ ਜੋ ਦਿਸੇ ਅੰਬਰ ਤਾਰੇ, ਕਿਨ ਹੋਏ ਚੀਤੇ ਚੀਤਨ ਹਾਰੇ, ਕਹੋ ਰੇ ਪੰਡਤ ਅੰਬਰ ਕਾਂਸਿਓ ਲਾਗਾ। ਜਦੋਂ ਅਸੀਂ ਕੁਦਰਤ ਨੂੰ ਵੇਖੀਏ ਨਾ, ਅਸੀਂ ਜਦੋਂ ਕਹਿੰਦੇ ਮੈਂ ਕਿ ਉਹ ਗੱਲ ਸਾਰੀ ਅੰਦਰ ਦੀ ਹੈ, ਕੋਈ ਅੰਦਰ ਕੋਈ ਸ਼ੱਕ ਨਹੀਂ। ਜਿਤਨੀ ਕਹਿੰਦੇ ਮਨ ਸਮਝਾਵਨ ਕਾਰਨ ਪਿਛੋਂ ਪੜੀਏ ਗਿਆਨ, ਜੋ ਗੁਰ ਦੀਆ ਸੋ ਮਨ ਕੇ ਕੰਮ। ਇਸ ਗੱਲ ਵਿੱਚ ਕੋਈ ਟਕਰਾਵ ਨਹੀਂ, ਕੋਈ ਦੁਚਿੱਤੀ ਨਹੀਂ, ਕੋਈ ਸ਼ੰਕਾ ਨਹੀਂ। ਲੇਕਿਨ ਜਦੋਂ ਅਸੀਂ ਇਹ ਜਿਹੜੀ ਕੁਦਰਤ ਸਾਜੀ ਹੋਈ ਹੈ ਨਾ, ਉਹ ਚੱਚਾ ਚਿੱਤਰ ਰਚਤ ਹੈ ਭਾਰੀ, ਕਹਿੰਦੇ ਛਾੜ ਚਿਤਰੇ ਚੇਤੋ ਚਿਤਕਾਰੀ। ਰੱਬ ਨੇ ਬੜਾ ਸੋਹਣਾ ਕੁਦਰਤ ਜਿਹੜੀ ਬਣਾਈ ਹੋਈ ਹੈ ਨਾ, ਕਹਿੰਦੇ ਕਰਤੇ ਕੁਦਰਤੀ ਮੁਸ਼ਤਾਕ। ਤੇ ਮੈਂ ਜਦੋਂ ਤੇਰੀ ਕੁਦਰਤ ਦੇਖਣਾ ਨਾ,
ਉਹ ਜਿਹੜਾ ਵਿਨਾਸ਼ਾ ਦੀ ਵਾਰ ਅੰਦਰ ਪੜ੍ਹਨੇ ਆ ਵੀ ਉਹ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ। ਤੁਸੀਂ ਦੇਖੋ ਕਿਤਨੇ ਕਿਸਮ ਦੇ ਜੀ ਜੰਤੂ, ਕਿਸ ਕਿਸਮ ਦੇ, ਉਦੋਂ ਸਾਰੇ ਸਿਸਟਮ ਦੇਖੋਗੇ ਨਾ ਤੁਸੀਂ, ਹੋਰ ਕਿਵੇਂ ਚੱਲੀ ਜਾਂਦਾ ਪਿਆ। ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸਰਨਾਥ, ਭੈ ਵਿੱਚ ਆਡਾਨੇ ਆਕਾਸ਼। ਜਦੋਂ ਬਾਹਰ ਦੀ ਕੁਦਰਤ ਦੇਖਨੇ ਆ ਨਾ, ਸਾਨੂੰ ਇਹ ਅਚਰਜ ਵਿੱਚ ਪਾਉਂਦੀ ਕਿ ਮੇਰਾ ਮਾਲਕ ਕੈਸਾ ਹੈ। ਇਸ ਗੱਲ ਅੰਦਰ ਕੋਈ ਸ਼ੱਕ ਨਹੀਂ ਕਿ ਅਸੀਂ ਜੋ ਮਾਨਣਾ ਹੈ ਨਾ ਉਹਨਾਂ ਨੂੰ, ਉਹ ਮਾਨਣਾ ਅੰਦਰ ਹੀ ਹੈ। ਇਸ ਗੱਲ ਅੰਦਰ ਕੋਈ ਸ਼ੱਕ ਨਹੀਂ ਕਿ ਬਈ ਹਾਂ, ਜਦੋਂ ਅਸੀਂ ਕਹਿੰਦੇ ਕਿ ਕੁਦਰਤ ਦੀ ਬਾਤ ਦੀ ਗੱਲ ਨਹੀਂ ਕੀਤੀ ਹੋਈ, ਉੱਥੇ ਕਿਤੇ ਥੋੜਾ ਜਿਹਾ ਸਾਡਾ ਡਿਫਰੈਂਸ ਆਫ ਓਪੀਨੀਅਨ ਹੋ ਜਾਂਦਾ ਹੈ ਕਿ ਕੁਦਰਤ ਦੇ ਐਗਜ਼ਾਮਪਲਸ ਦੇ ਕੇ ਉਹਦੀ ਕੁਦਰਤ ਦੇਖੋ, ਜੋ ਇਸ ਕੁਦਰਤ ਦਾ ਕਰਤਾ ਹੈ ਉਹ ਕਿੰਨਾ ਵੱਡਾ, ਕਿੰਨਾ ਵਿਸ਼ਾਲ, ਕਿਸ ਸਮਰੱਥਾ ਦਾ ਮਾਲਕ ਹੈ। ਉਹਨੇ ਐਸੇ ਸਿਸਟਮ ਬਣਾ ਦਿੱਤੇ। ਦੇਖੋ ਜੀਵਾਂ ਤੋਂ ਜੀਵ ਪੈਦਾ ਹੋਈ ਜਾ ਰਿਹਾ ਹੈ। ਆਈ ਡੋਂਟ ਨੋ, ਆਈ ਐਮ ਸਲਾਈਟਲੀ ਆਫ ਦ ਟਰੈਕ। ਮੈਂ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖੀ ਵੀ ਬਰਸਾਤ ਪੈਂਦੀ ਵੀ ਔਨ ਦਾ ਫਲੋਰ, ਬੰਦਾ ਜਿਹੜਾ ਵੀਡੀਓ ਕਰਦਾ ਪਿਆ, ਇੱਕ ਛੋਟਾ ਜਿਹਾ ਨਾ ਰੋਡ ਵਿੱਚ ਖੱਡਾ ਹੋਇਆ, ਉਹਦੇ ਚ ਨਾ ਧੀਰੇ ਧੀਰੇ ਕਰਕੇ ਪਾਣੀ ਜਾਣਾ ਸ਼ੁਰੂ ਹੋ ਗਿਆ, ਤੇ ਸਡਨਲੀ ਇੱਕ ਚੂਹਾ ਆਇਆ, ਉਹ ਖੱਡੇ ਦੇ ਵਿੱਚ ਗਿਆ, ਉਹ ਇੱਕ ਆਪਣੇ ਬੱਚੇ ਨੂੰ ਮੂੰਹ ਚ ਫੜ ਕੇ ਬਾਹਰ ਲੈ ਆਇਆ, ਉਹਨੇ ਚੁੱਕ ਕੇ ਉਹਨੂੰ ਸਿੱਧੀ ਥਾਂ ਤੇ ਰੱਖ ਦਿੱਤਾ। ਉਹਨੇ ਤਾਂ ਹੋਰ ਬਰਸਾਤ ਪੈਂਦੀ ਵੀ, ਧੀਰੇ ਧੀਰੇ ਉਹ ਖੱਡਾ ਪਾਣੀ ਨਾਲ ਬੁੱਝ ਗਿਆ। 4 ਵਾਰ ਉਹ ਚੂਹਾ ਅੰਦਰ ਗਿਆ, ਉਹਦੇ ਅੰਦਰ ਖੁੱਡ ਦੇ ਅੰਦਰ, ਉਹ ਆਪਣੇ ਬੱਚੇ, ਉਹ ਖੱਡਾ ਹੁਣ ਪਾਣੀ ਨਾਲ ਪੂਰਾ ਭਰ ਚੁੱਕਾ ਹੋਇਆ, ਇੰਨੀ ਬਰਸਾਤ ਪੈ ਚੁੱਕੀ ਹੈ। ਸਾਨੂੰ ਇਹਨੂੰ ਦੇਖ ਕੇ ਰੱਬ ਨਹੀਂ ਯਾਦ ਆਉਂਦਾ? ਇਹ ਰੱਬ ਨੇ ਕੈਸੀ ਕੁਦਰਤ ਬਣਾਈ ਹੈ, ਕੈਸਾ ਕਰਿਸ਼ਮਾ ਹੈ। ਤੇ ਸਾਨੂੰ ਇਹ ਕਹਿੰਦੇ ਵੀ ਉਹ ਜੋ ਤੀਸੇ ਅੰਬਰ ਤਾਰੇ, ਹੁਣ ਵਿਗਿਆਨੀ ਵੀ ਦੇਖ ਰਿਹਾ, ਇਹ ਅੰਬਰ ਤਾਰੇ ਜਿਹੜਾ ਨਾ ਵਿਗਿਆਨੀ ਵੀ ਦੇਖਦਾ ਪਿਆ। ਵਾਹ ਵੀ ਵਾਹ। ਤੇ ਜਿਹੜਾ ਇਸ ਤੋਂ ਜਿਹੜਾ ਦੇਖਨੇ ਨਾ ਅਸੀਂ ਵੀ ਇਹ ਕਦੇ ਕਰਤੇ ਕੁਦਰਤੀ ਮੁਸ਼ਤਾਕ, ਤੇਰੀ ਕੁਦਰਤ ਤੋਂ ਕਹਿੰਦਾ ਵੀ ਉਹ ਜਦੋਂ ਮੈਂ ਦੇਖਣਾ ਨਾ, ਜਦੋਂ ਕ੍ਰੀਏਟ ਕੀਤਾ ਹੋਇਆ, ਉਸ ਤੋਂ ਮੈਨੂੰ ਤੇਰੇ ਵੱਡਪਨ ਦਾ ਅਹਿਸਾਸ ਜਿਹੜਾ ਹੈ ਨਾ, ਹਾਲਾਂਕਿ ਮੈਂ ਨਹੀਂ ਪਾ ਸਕਦਾ ਕਿਉਂਕਿ ਤੇਰੀ ਕੁਦਰਤ ਦਾ ਵੀ ਅੰਤ ਹੈ ਹੀ ਨਹੀਂ ਕੋਈ। ਬੰਦਾ ਕਹੇ ਸਭ ਤੋਂ ਦੂਰ ਦਾ ਜਿਹੜਾ ਤਾਰਾ, ਜਿਹੜਾ ਸਾਇੰਸ ਕਹਿੰਦੀ ਮਹਾਰਾਜ ਜੀ ਤੇਰੇ ਨਾਲ ਹੈ, ਉਹਨੂੰ ਪਾਣਾ, ਉਹਨੂੰ ਲੱਭਣਾ, ਉਹਨੂੰ ਪਾਣਾ, ਉਹਦੇ ਚ ਮਰਜ ਹੋਣਾ, ਉਹ ਅੰਦਰੋਂ ਲੱਭੀ, ਬਾਹਰ ਨਾ ਟੋਲੀ। ਉਸ ਬਾਹਰ ਟੋਲਿਆ ਸੋ ਪਰਮ ਭੁਲਾ, ਚੰਦ ਲੱਭ ਲੇਗਾ, ਅੰਤਰ ਬਾਹਰ ਸੁਹੇਲਾ ਹੋ ਜਾਏਗਾ। ਬਾਹਰ ਸੁਹੇਲਾ ਹੋਏਗਾ ਅੰਦਰ ਪਾਣ ਨਾਲ, ਪਰ ਕਹਿੰਦੇ ਬਾਹਰ ਲੱਭੀ ਨਾ, ਉਹਨੂੰ ਬਾਹਰ ਟੋਲੀ ਨਾ। ਕਿਤਨੀ ਕਮਾਲ ਦੀਆਂ ਤੁਕਾਂ ਦੇ ਵਿੱਚ ਵੀ ਉਹ ਗੱਲਾਂ ਕਰ ਰਹੇ ਨੇ ਸਭ। ਇਹ ਅਸੀਂ ਆਪਣੇ ਆਪ ਸਮਝ ਰਹੇ ਹਾਂ, ਮਿਸ ਜੱਜ ਕਰਦੇ ਹਾਂ ਲੋਕਾਂ ਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਨਾ। ਕੋਈ ਕਹਿੰਦੇ ਨੇ ਕਿ ਬਾਹਰ ਦੀ ਗੱਲ ਹੀ ਨਹੀਂ ਕਰਦੇ, ਬਾਹਰ ਦੀ ਗੱਲ ਹੋ ਨਹੀਂ ਰਹੀ, ਬਾਹਰ ਦੀ ਗੱਲ ਹੋ ਨਹੀਂ ਰਹੀ। ਜੀ ਬਾਹਰਲੀ ਸ੍ਰਿਸ਼ਟੀ ਸੱਚੀ ਹੈ, ਮੇਰੀ ਸ੍ਰਿਸ਼ਟੀ ਅੰਦਰਲੀ ਝੂਠੀ ਹੈ। ਅੰਦਰਲੀ ਸ੍ਰਿਸ਼ਟੀ ਜਿਸਨੇ ਬਾਹਰਲੀ ਸ੍ਰਿਸ਼ਟੀ ਬਣਾਈ ਹੈ ਨਾ, ਉਸੇ ਨੂੰ ਅਸੀਂ ਅੰਦਰਲੀ ਸ੍ਰਿਸ਼ਟੀ ਬਣਾਉਣ ਲਈ ਠੇਕਾ ਦੇਣਾ ਅੰਦਰ। ਉਸੇ ਮਿਸਤਰੀ ਨੂੰ ਕਹਿਣਾ ਤੂੰ ਮੇਰੀ ਅੰਦਰਲੀ ਸ੍ਰਿਸ਼ਟੀ ਬਣਾ। ਹਾਂ, ਜਦੋਂ ਉਹ ਅੰਦਰਲੀ ਬਣਾਏਗਾ ਨਾ, ਕਿਉਂਕਿ ਭੁੱਲਣ ਹਾਰਾ ਨਹੀਂ ਹੈ, ਜਦੋਂ ਉਹ ਅੰਦਰਲੀ ਸ੍ਰਿਸ਼ਟੀ ਬਣਾਏਗਾ ਨਾ, ਉਹ ਵੀ ਫਿਰ ਦੁਬਾਰਾ ਖਤਮ ਨਹੀਂ ਹੋਏਗੀ, ਉਹ ਕਦੀ ਵੀ ਦੁਬਾਰਾ ਝੂਠੀ ਨਹੀਂ ਹੋਏਗੀ। ਉਹਨੂੰ ਵੀ ਕਹਿੰਦੇ ਨੇ ਕੂੜ ਸਭ ਸੰਸਾਰ ਦੁਬਾਰਾ ਨਹੀਂ ਹੋਏਗਾ। ਇਹਨੂੰ ਹੀ ਕਹਿੰਦੇ ਨੇ ਨਹੀਂ ਹੋਤ ਕਛ ਦੋ ਬਾਰਾ। ਬਾਹਰਲੀ ਸ੍ਰਿਸ਼ਟੀ ਉਹਨੇ ਖੁਦ ਬਣਾਈ, ਇਸ ਲਈ ਹਮੇਸ਼ਾ ਸੱਚੀ ਹੈ। ਅੰਦਰਲੀ ਸ੍ਰਿਸ਼ਟੀ ਮੈਂ ਬਣਾਉਂਦਾ, ਮੇਰਾ ਮਨ, ਮੇਰੇ ਖਿਆਲ, ਮੇਰਾ ਧਿਆਨ, ਉਹਦੇ ਨਾਲ ਮੈਂ ਅੰਦਰਲੀ ਸ੍ਰਿਸ਼ਟੀ ਬਣਾ, ਇਸ ਲਈ ਉਹ ਪਲ ਪਲ ਬਿਨਸਦੀ ਜਾਂਦੀ ਹੈ, ਖਤਮ ਹੁੰਦੀ ਜਾਂਦੀ ਹੈ, ਪਲ ਪਲ ਉਹ ਖਤਮ ਹੁੰਦੀ। ਉਹ ਅੰਦਰਲਾ ਕਈ ਵਾਰ ਪਸਰਿਓ ਪਸਾਰ ਹੋ ਚੁੱਕਾ ਹੈ, ਇਸ ਵਾਰ ਕਸ ਕਰਕੇ ਹੋਇਆ, ਕਿਉਂਕਿ ਉਹ ਮੈਂ ਬਣਾਉਂਦਾ ਵਾ, ਮੇਰੇ ਧਰਮ, ਮੇਰਾ ਧਿਆਨ ਗਲਤ ਪਾਸੇ ਲੱਗਦਾ, ਇਸ ਲਈ ਮੇਰੇ ਅੰਦਰਲਾ ਪਸਾਰਾ ਬਾਰ-ਬਾਰ ਕਈ ਵਾਰ ਪਸਰਿਓ ਪਸਾਰ ਹੋ ਚੁੱਕਾ ਹੈ। ਅੰਦਰਲੇ ਪਸਾਰਾ ਵੀ ਇੱਕ ਵਾਰ ਸੱਚ ਦੇ ਹੱਥ ਦੇ ਕੇ, ਸੱਚ ਦੇ ਠੇਕੇਦਾਰ ਨੂੰ ਅੰਦਰਲੀ ਸ੍ਰਿਸ਼ਟੀ ਬਣਾਉਣ ਦਾ ਠੇਕਾ ਦਈਏ, ਦੁਬਾਰਾ ਨਹੀਂ ਟੁੱਟੇਗੀ ਕਦੀ ਅੰਦਰਲੀ ਸ੍ਰਿਸ਼ਟੀ ਬਣੇਗੀ, ਉਹ ਦੁਬਾਰਾ ਫੇਰ ਨਹੀਂ ਹੋਏਗੀ। ਅਸੀਂ ਉਸ ਨੂੰ ਅੰਦਰਲਾ ਰਾਜ ਦੇ ਹੀ ਨਹੀਂ ਰਹੇ ਹਾਂ ਵੀ ਤੂੰ ਕਰ ਮੇਰਾ ਰਾਜ, ਮੇਰੇ ਤੇ ਤੂੰ ਲੈ, ਮੇਰੀ ਸ੍ਰਿਸ਼ਟੀ ਦਾ ਹੱਥ ਤੂੰ ਆਪਣੇ ਲੈ। ਇਸ ਨੂੰ ਕਹਿੰਦੇ ਨੇ ਸੂਰਦਾਸ ਮਨ ਰੱਬ ਹੱਥ ਲੀਨੋ। ਜਦੋਂ ਉਹ ਆਪਣੇ ਹੱਥ ਲਏਗਾ ਨਾ ਅੰਦਰਲੀ ਸ੍ਰਿਸ਼ਟੀ ਦਾ ਬਣਾ, ਫਿਰ ਬਾਹਰਲੀ ਸ੍ਰਿਸ਼ਟੀ ਵਾਂਗੀ ਅੰਦਰਲੀ ਸ੍ਰਿਸ਼ਟੀ ਵੀ ਜਿਹੜੀ ਕਦੀ ਨਹੀਂ ਖਤਮ ਹੋਏਗੀ, ਹਮੇਸ਼ਾ ਸੱਚੀ ਕੁਦਰਤ ਰਹੇਗੀ। ਉਹ ਅੰਦਰ ਸੱਚੀ ਕੁਦਰਤ ਉਹ ਸਾਜੇਗਾ। ਹਾਂਜੀ, ਬਹੁਤ ਵਧੀਆ ਵੀਰ ਜੀ। ਆਪ ਜੀ ਨੇ ਜਿਸ ਬਾਬਤ ਸਮਝਾਇਆ ਹੈ, ਗੁਰੂ ਸਾਹਿਬ ਵੀ ਕਹਿੰਦੇ ਨੇ, ਬਾਰ-ਬਾਰ ਹੀ ਸਮਝਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਚਾਨ। ਵੀਰ ਜੀ ਇੱਕ ਛੋਟੀ ਜੀ ਗੱਲ ਪੁੱਛਣੀ ਸੀ ਆਪ ਜੀ ਤੋਂ, ਲੇਕਿਨ ਸਮਾਂ ਹੋ ਗਿਆ, ਅਗਰ ਸ਼ਾਰਟ ਵਿੱਚ ਵਿਚਾਰ ਹੋ ਜਾਏਗੀ ਠੀਕ ਹੈ, ਨਹੀਂ ਤੇ ਅਸੀਂ ਮੰਡੇ ਕਰ ਲਾਂਗੇ। ਵੀਰ ਜੀ ਆਪ ਜੀ ਦੱਸ ਰਹੇ ਸੀਗੇ ਕਿ ਕੁਦਰਤ ਜਿਹੜੀ ਬਾਹਰ ਹੈਗੀ ਹੈ ਕਦੀ ਨਾਸ਼ਵਾਨ ਨਹੀਂ ਹੁੰਦੀ, ਕਦੀ ਮੁੱਕਦੀ ਨਹੀਂ ਹੈ, ਲੇਕਿਨ ਉਹ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਇਸ ਬਾਬਤ ਵੀਰ ਜੀ ਥੋੜੀ ਜਿਹੀ ਕਨਫਿਊਜ਼ਨ ਹੈਗੀ ਹੈ ਕਿ ਕੁਦਰਤ ਕਦੀ ਨਾਸ਼ਵਾਨ ਨਹੀਂ ਹੁੰਦੀ, ਇਹ ਗੱਲ ਥੋੜਾ ਜਿਹਾ ਭੁਲੇਖਾ ਹੈ ਵੀਰ ਜੀ, ਉਸ ਬਾਬਤ ਥੋੜੀ ਜਿਹੀ ਸ਼ਾਰਟ ਵਿੱਚ ਸਮਝਾਉਣਾ ਚਾਹੋਗੇ ਵੀਰ ਜੀ? ਵੀਰ ਜੀ ਕੁਦਰਤ ਬਣਾਈ ਹੈ ਸੱਚ ਨੇ, ਸੱਚ ਕਦੀ ਨਾਸ਼ਵੰਤ ਨਹੀਂ ਹੋਣ ਵਾਲਾ, ਤੇ ਸੱਚ ਵਸਿਆ ਹੋਇਆ ਕੁਦਰਤ ਦੇ ਵਿੱਚ।
ਕੁਦਰਤ ਵੀ ਨਹੀਂ ਨਾਸ਼ ਹੁੰਦੀ। ਰੱਬ ਜੇ ਅਸੀਂ ਉਸ ਨੂੰ ਕਹਿ ਰਹੇ ਨਾ ਬੇਅੰਤ, ਕੀ ਕਹਿੰਦੇ ਆ, ਉਹ ਕਿਤਨਾ, ਮਤਲਬ ਉਸ ਬਾਰੇ ਕਹਿ ਹੀ ਨਹੀਂ ਸਕਦੇ ਉਹ ਕਿਤਨਾ ਵੱਡਾ ਹੈ, ਕਿਤਨਾ ਬੇਅੰਤ ਹੈ, ਉਸ ਬਾਰੇ ਗੱਲ ਹੀ। ਜੋ ਵੀਰ ਜੀ ਉਸਨੇ ਕੀਤਾ ਹੈ ਨਾ, ਉਸਨੇ ਜੋ ਕੀਤਾ, ਜੋ ਉਸਨੇ ਜੋ ਕਰ ਦਿੱਤਾ, ਉਹ ਅਗਰ ਅਸੀਂ ਕਹਾਂਗੇ ਨਾ ਵੀ ਬਾਹਰਲੀ ਕੁਦਰਤ ਕਦੀ ਨਹੀਂ ਨਾਸ਼ ਹੋਏਗੀ, ਵੀਰ ਜੀ ਮੇਰੀ ਅੰਦਰਲੀ ਕੁਦਰਤ ਪਲ ਪਲ ਨਾਸ਼ ਹੋਈ। ਗੁਰਬਾਣੀ ਕਹਿੰਦੀ ਹੈ ਬਾਹਰਲੀ ਕੁਦਰਤ ਸੱਚੇ ਨੇ ਬਣਾਈ ਹੈ ਤੇ ਸੱਚਾ ਉਹਦੇ ਵਿੱਚ ਵਸਦਾ ਪਿਆ। ਸੱਚਾ ਅਗਰ ਜਿਸ ਨੇ ਨਾਸ਼ ਹੋ ਜਾਏਗਾ ਉਸ ਦਿਨ ਬਾਹਰਲੀ ਕੁਦਰਤ ਨਾਸ਼ ਹੋ ਜਾਏਗੀ। ਅਗਰ ਅਸੀਂ ਸਮਝਦੇ ਹਾਂ ਕਿ ਵਿਚਕਾਰ ਸੱਚਾ ਬੈਠਾ ਹੈ, ਅਗਰ ਉਹ ਸੱਚਾ ਵਿੱਚੋਂ ਨਿਕਲ ਜਾਏਗਾ ਨਾ ਤਾਂ ਕੁਦਰਤ ਨਾਸ਼ ਹੋ ਜਾਏਗੀ। ਇਹ ਹੁਣ ਅਸੀਂ ਇਹ ਦੱਸੋ ਕਿ ਸੱਚਾ ਕਿਸ ਦਿਨ ਮਰੇਗਾ, ਸੱਚ ਕਿਸ ਦਿਨ ਮਰੇਗਾ, ਰੱਬ ਕਿਸ ਦਿਨ ਮਰੇਗਾ? ਜਿਸ ਦਿਨ ਰੱਬ ਮਰੇਗਾ ਬਾਹਰਲੀ ਕੁਦਰਤ ਨਾਸ਼ ਹੋ ਜਾਏਗੀ। ਮੇਰਾ ਇਹ ਖਿਆਲ ਹੈ, ਮੈਂ ਸੱਚ ਨੂੰ ਕਦੇ ਵੀ, ਮੈਂ ਕਹਿੰਦਾ ਸੱਚ ਦਾ ਕਦੇ ਵੀ ਨਹੀਂ ਸੱਚ ਮਰੇਗਾ। ਉਹਨੇ ਜੋ ਬਣਾਇਆ ਉਹ ਵੀ ਨਹੀਂ ਕਦੇ। ਇਸ ਨੂੰ ਗੁਰਬਾਣੀ ਕਹਿੰਦੀ ਹੈ ਨਹੀਂ ਹੋਤ ਕਛ ਦੋਊ ਬਾਰਾ, ਕਰਨੇ ਹਾਰ ਨਾ ਭੁੱਲਣ ਹਾਰਾ। ਗੁਰਬਾਣੀ ਕਹਿੰਦੀ ਦੂਜੀ ਵਾਰ ਕਦੀ ਨਹੀਂ ਹੋਏਗੀ। ਨਹੀਂ ਹੋਤ ਕਛ ਦੋਊ ਬਾਰਾ, ਨਹੀਂ ਹੋਏਗਾ। ਹਾਂ, ਅੰਦਰਲੀ ਸ੍ਰਿਸ਼ਟੀ ਵੀ ਜੇ ਅਸੀਂ ਉਹਨੂੰ ਦੇ ਦਾਂਗੇ ਨਾ ਕਿ ਤੂੰ ਮੇਰੀ ਸ੍ਰਿਸ਼ਟੀ ਵੀ ਤੂੰ ਬਣਾ, ਉਹ ਅੰਦਰਲੀ ਸ੍ਰਿਸ਼ਟੀ ਵੀ ਫਿਰ ਕਦੀ ਵੀ ਨਹੀਂ ਨਾਸ਼ ਹੋਏਗੀ ਦੁਬਾਰਾ। ਉਸ ਜਦੋਂ ਉਹ ਬਣਾ ਲੇ, ਉਸ ਨੂੰ ਕਹਿੰਦੇ ਨੇ ਨਾ, ਜਦੋਂ ਉਹ ਅੰਦਰਲਾ ਆਕਾਰ ਰਚ ਦੇਗਾ ਨਾ, ਉਸ ਤੋਂ ਬਾਅਦ ਕਹਿੰਦੇ ਨੇ ਉਹਦਾ ਅੰਤ ਨਹੀਂ, ਉਸ ਆਕਾਰ ਦਾ ਖਤਮ ਨਹੀਂ ਹੋਏਗਾ ਉਹ ਕਦੀ ਵੀ ਆਕਾਰ। ਉਹਨੂੰ ਕਹਿੰਦੇ ਫਿਰ ਉਹ ਕਦੀ ਕਹਿੰਦੇ ਨੇ ਬਾਰ-ਬਾਰ ਜਿਹੜਾ ਪਸਾਰਾ, ਕਈ ਵਾਰ ਅੰਦਰਲਾ ਪਸਾਰਾ ਪਸਰਿਆ ਗਿਆ ਨਾ, ਉਹ ਕਹਿੰਦੇ ਦੁਬਾਰਾ ਉਹ ਪਸਾਰਾ ਹੋਣਾ ਬੰਦ ਹੋ ਜਾਏਗਾ। ਉਸਨੂੰ ਉਹ ਹੈ ਸੁਖਮਣੀ ਸਾਵਲੀ ਤੁਕਾ, ਜਿਸ ਕਹਿੰਦੇ ਨੇ ਜਬ ਇੱਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਕ। ਫਿਰ ਉਸ ਤੋਂ ਬਾਅਦ ਸ੍ਰਿਸ਼ਟੀ ਨਾਸ਼ ਹੋਣੀ ਖਤਮ ਹੋ ਜਾਏਗੀ, ਅੰਦਰਲੀ ਵੀ। ਬਾਹਰਲੀ ਤਾਂ ਕਦੀ ਹੋਣੀ ਨਹੀਂ ਵੀਰ ਜੀ, ਮੈਂ ਬਹੁਤ ਦ੍ਰਿੜਤਾ ਨਾਲ ਬੋਲ ਰਿਹਾ। ਬਾਹਰਲੀ ਸ੍ਰਿਸ਼ਟੀ ਕਦੀ, ਇਹ ਪਹਿਲੀ ਵਾਰ ਚੱਲ ਰਹੀ ਹੈ, ਪਹਿਲੀ ਵਾਰ ਹੀ ਰਹੇਗੀ। ਈਵਨ ਸੈਕਿੰਡ ਟਾਈਮ ਕਦੀ ਵੀ ਨਹੀਂ ਹੋਣੀ, ਕਦੀ ਵੀ ਨਹੀਂ ਹੋਣੀ। ਸੱਚ ਨੇ ਬਣਾਈ ਹੈ, ਸੱਚ ਕਦੀ ਵੀ ਭੁੱਲਣ ਹਾਰਾ ਨਹੀਂ ਹੈ, ਔਰ ਸੱਚ ਕਦੀ ਵੀ ਨਹੀਂ ਮਰੇਗਾ। ਨਾ ਸੱਚ ਮਰੇਗਾ, ਨਾ ਬਾਹਰਲੀ ਸ੍ਰਿਸ਼ਟੀ ਮਰੇਗੀ। ਮੇਰੀ ਅੰਦਰਲੀ ਸ੍ਰਿਸ਼ਟੀ ਕੂੜ ਨੇ ਬਣਾਈ ਹੈ, ਦੁਰਮਤ ਨੇ ਬਣਾਈ ਹੈ, ਝੂਠੇ ਨੇ ਬਣਾਈ ਹੈ, ਝੂਠੇ ਮੇਰੇ ਦੂਜੇ ਭਾਵ ਨੇ। ਇਸ ਲਈ ਉਹਦਾ ਪਸਾਰਾ ਬਾਰ-ਬਾਰ, ਉਹ ਪਸਾਰ ਕਈ ਵਾਰ ਉਹ ਪਸਾਰਾ ਰਚਿਆ ਗਿਆ। ਮੈਂ ਹੀ ਰਚਦਾ ਅੰਦਰਲਾ ਪਸਾਰਾ। ਜਦੋਂ ਤੱਕ ਮੈਂ ਹੁੰਦਾ ਵਾਂ, ਜਦੋਂ ਤੱਕ ਮੇਰੀ ਹੁੰਦੀ ਹੈ, ਜਦੋਂ ਤੱਕ ਮੈਂ ਕਮਲਾ ਹੰਸ ਹੁੰਦਾ ਵਾਂ, ਇਆਣਾ ਹੰਸ ਹੁੰਦਾ, ਜਦੋਂ ਮੇਰੇ ਵਿਚਾਰ ਭੈੜੇ ਹੁੰਦੇ ਨੇ, ਮੇਰੇ ਵਿਚਾਰ ਦੁਰਮਤ, ਉਦੋਂ ਮੇਰੀ ਅੰਦਰਲੀ ਸ੍ਰਿਸ਼ਟੀ ਕੂੜ ਹੁੰਦੀ ਹੈ। ਜਦੋਂ ਸੱਚ ਨੂੰ, ਮੈਂ ਕਿਹਾ ਨਾ, ਸੱਚ ਦੇ ਵਿੱਚ ਜਦੋਂ ਆਪਾਂ ਲੀਨ ਹੋ ਜਾਂਦੇ, ਜਦੋਂ ਸੱਚ ਨੂੰ ਅਸੀਂ ਆਪਣੇ ਆਪ ਸਮਰਪਣ ਕਰਦੇ ਹਾਂ, ਫਿਰ ਸੱਚ ਅੰਦਰਲੀ ਸ੍ਰਿਸ਼ਟੀ ਬਣਾ, ਉਹ ਵੀ ਨਹੀਂ ਬਿਨਸਦੀ ਫਿਰ ਕਦੀ। ਹਾਂਜੀ ਵੀਰ ਜੀ, ਸਾਨੂੰ ਵੀ ਪ੍ਰਮਾਤਮਾ ਨੇ ਬਣਾਇਆ, ਲੇਕਿਨ ਅਸੀਂ ਨਾਸ਼ ਹੋ ਜਾਵਾਂਗੇ। ਸਾਡੇ ਅੰਦਰ ਵੀ ਪ੍ਰਮਾਤਮਾ ਵਸਦਾ ਹੈ। ਤੇ ਇਹ ਤੁਹਾਡੀ ਸੋਚ ਹੋ ਸਕਦੀ ਕਿ ਇਸ ਬਾਹਰਲੀ ਸ੍ਰਿਸ਼ਟੀ ਕਦੀ ਨਹੀਂ ਬਿਨਸੇਗੀ। ਪਲੀਜ਼ ਗੁਰਬਾਣੀ ਦਾ ਆਧਾਰ ਨਾਲ ਦਿੱਤਾ ਕਰੋ ਜਦੋਂ ਤੁਸੀਂ ਇਹੋ ਜਿਹੇ ਵਿਚਾਰ ਰੱਖਦੇ ਹੋ, ਕਿਉਂਕਿ ਗੁਰਬਾਣੀ ਬਾਰ-ਬਾਰ ਇਹ ਕਹਿੰਦੀ ਹੈ ਜੋ ਦਿਸੇ ਸੋ ਸਗਲ ਬਿਨਾਸੇ। ਜੋ ਵੀ ਸਾਨੂੰ ਦਿਸ ਰਿਹਾ ਹੈ ਉਹਨੇ ਬਿਨਾਸਣਾ ਹੀ ਬਿਨਾਸਣਾ ਹੈ। ਜੋ ਵੀ ਸਾਨੂੰ ਦਿਸਦਾ ਹੈ, ਸ੍ਰਿਸ਼ਟੀ ਦੇ ਅੰਦਰ ਜੋ ਵੀ ਨਜ਼ਰ ਆਉਂਦਾ ਹੈ, ਉਹਨੇ ਬਿਨਸਣਾ ਹੀ ਬਿਨਸਣਾ ਹੈ। ਇਹ ਪ੍ਰਮਾਤਮਾ ਹੈ ਜਿਹਨੇ ਸਦੀਵ ਰਹਿਣਾ ਹੈ, ਪ੍ਰਮਾਤਮਾ ਨੇ ਨਹੀਂ ਬਿਨਸਣਾ। ਜੇ ਮੇਰੇ ਅੰਦਰ ਸੱਚ ਦੀ ਸ੍ਰਿਸ਼ਟੀ ਬਣ ਵੀ ਜਾਏਗੀ ਤਾਂ ਵੀ ਮੇਰੇ ਸਰੀਰ ਨੇ ਬਿਨਸਣਾ ਹੈ ਤੇ ਮੇਰੀ ਸ੍ਰਿਸ਼ਟੀ ਨੇ ਵੀ, ਸਾਰੀ ਮੇਰੇ ਸਰੀਰ ਨੇ ਨਾਸ਼ ਹੋ ਜਾਣਾ ਹੈ। ਜੇ ਝੂਠ ਦੀ ਸ੍ਰਿਸ਼ਟੀ ਵੀ ਬਣੇਗੀ ਤਾਂ ਵੀ ਮੈਨੇ ਨਾਸ਼ ਹੋਣਾ ਹੀ ਹੋਣਾ। ਤੇ ਇਸ ਬਾਬਤ ਵੀ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਅਸੀਂ ਜਦ ਵੀ ਵਿਚਾਰ ਰੱਖੀਏ ਗੁਰਬਾਣੀ ਦੇ ਆਧਾਰ ਤੇ ਰੱਖਣਾ ਕਰੀਏ। ਹਮੇਸ਼ਾ ਇੱਕ ਗੱਲ ਦਾ ਸਾਰਿਆਂ ਪ੍ਰਚਾਰਕਾਂ ਨੂੰ, ਸਾਰੇ ਵਿਚਾਰਕਾਂ ਨੂੰ ਬੇਨਤੀ ਵੀ ਕਰ ਰਿਹਾ ਮੈਂ ਕਿ ਅਸੀਂ ਕੇਵਲ ਆਧਾਰ ਹਾਂ ਗੁਰੂ ਦੀ ਮੱਤ ਰੱਖਣ ਦੇ। ਪ੍ਰਚਾਰਕ ਜਿੰਨੇ ਵੀ ਹਨ ਉਹ ਆਧਾਰ ਹਨ ਗੁਰੂ ਦੀ ਮੱਤ ਰੱਖਣ ਦੇ। ਅਸੀਂ ਆਪਣੀ ਮੱਤ ਰੱਖਣ ਦਾ ਆਧਾਰ ਗੁਰੂ ਨੂੰ ਨਾ ਬਣਾਈਏ। ਅਸੀਂ ਜ਼ਰੀਆ ਵਾਂ, ਜ਼ਰੀਏ ਦੇ ਥਰੂ ਗੁਰੂ ਦੀ ਮੱਤ ਟ੍ਰਾਂਸਫਰ ਹੋਏ। ਸਾਡੀ ਮੱਤ ਗੁਰੂ ਨੂੰ ਜ਼ਰੀਆ ਬਣਾ ਕੇ ਨਾ ਟ੍ਰਾਂਸਫਰ ਕਰੀਏ। ਇਹ ਬੇਨਤੀ ਹੈ ਸਾਰਿਆਂ ਨੂੰ। ਗੁਰਪ੍ਰੀਤ ਜੀ ਨੇ ਹੱਥ ਰੇਜ਼ ਕੀਤਾ ਸੀ। ਗੁਰਪ੍ਰੀਤ ਜੀ ਜੀ ਸਮਾਂ ਹੋ ਗਿਆ, ਮਾਫੀ ਮੰਗਦੇ ਆ। ਇੱਕ ਮਿੰਟ ਵੀਰ ਜੀ, ਇੱਕ ਸੈਕਿੰਡ ਵੀਰ ਜੀ, ਇੱਕ ਸੈਕਿੰਡ ਵੀਰ ਜੀ। ਬਾਕੀ ਵਿਚਾਰਾਂ, ਬਾਕੀਆਂ ਦੀ ਬੜੀ ਪੈਂਡਿੰਗ ਵਿਚਾਰਾਂ ਨੇ, ਸਾਰੇ ਕਹਿ ਰਹੇ ਨੇ ਸਾਨੂੰ। ਇੱਕ ਸੈਕਿੰਡ ਸਤਬੀਰ ਵੀਰ ਜੀ, ਮੈਂ ਗੁਰਬਾਣੀ ਦੀ ਤੁਕ ਬੋਲੀ ਹੈ। ਗੁਰਬਾਣੀ ਦੀ ਮੈਂ ਤੁਹਾਨੂੰ ਦੱਸ ਰਿਹਾ, ਬਿਨਾਂ ਗੁਰਬਾਣੀ ਦੀ ਤੁਕ ਤੋਂ ਮੈਂ ਗੱਲ ਕਿੱਥੇ ਕੀਤੀ ਵੀ। ਮੈਂ ਤਾਂ ਤੁਹਾਨੂੰ ਬੋਲਿਆ ਨਹੀਂ ਹੋਤ ਕਛ ਦੋਊ ਬਾਰਾ, ਕਰਨੇ ਹਾਰ ਨਾ ਭੁੱਲਣ ਹਾਰਾ। ਇਹ ਤਾਂ ਗੁਰਮਤ ਦੀ ਤੁਕ ਹੈ, ਮੇਰੀ ਤੁਕ ਨਹੀਂ ਹੈ ਵੀਰ ਜੀ। ਮੈਂ ਗੁਰਬਾਣੀ ਦੇ ਤੁਕ ਦੇ ਆਧਾਰ ਤੇ ਤੁਹਾਨੂੰ ਬੋਲਿਆ ਨਹੀਂ ਹੋਤ ਕਛ ਦੋਊ ਬਾਰਾ। ਮੈਨੂੰ ਇਸ ਤੁਕ ਤੇ ਪੂਰਾ ਭਰੋਸਾ ਹੈ।
ਕਰਨਾ ਹਾਰ ਨਾ ਭੁੱਲਣ ਹਾਰਾ। ਉਹ ਸ੍ਰਿਸ਼ਟੀ ऐसा ਬਾਰੇ मैं ਉਹ ਸ੍ਰਿਸ਼ਟੀ ਬਾਰੇ ਜ਼ਿਕਰ ਹੈ ਕਿ ਦੁਬਾਰਾ परमात्मा ने एक बारी बनाती नाश नहीं करेगा। हाँ ਤੇ ये मैं ਬਾਰ-ਬਾਰ ਤੁਹਾਨੂੰ ਗੁਰੂ ਸਾਹਿਬ ਇਹ ਵੀ ਤੇ ਵੀਰ ਕਹਿ जी ਰਹੇ ਜੋ ਦਿਸੇ ਸੋ ਸਗਲ ਵਿਨਾਸੇ। ਵੀਰ ਜੀ ਬਾਰ-ਬਾਰ ਇਹ ਵੀ ਤੇ ਕਹਿ ਰਹੇ ਹਾਂ ਜਿਹੜੀ ਆਪਾਂ ਰਚਨਾ ਬਣੀ ਹੈ ਇਹ ਗੱਲਾਂ ਤੇ ਵਿਚਾਰ ਹੋ ਸਕਦੀ ਹੈ, ਪਰ ਮੈਂ ਤੁਹਾਨੂੰ ਗੱਲ ਕਰ ਰਿਹਾ, ਮੈਂ ਜਿਹੜੀ ਗੱਲ ਕੀਤੀ ਹੈ ਮੈਂ ਤੁਹਾਡਾ ਸਿਰਫ ਇੰਨਾ ਦੱਸਣ ਲਈ ਇਹ ਤੁਕ ਚ ਦੁਆਰਾ ਕਰੇ ਵੀ ਮੈਂ ਗੁਰਬਾਣੀ ਦੀ ਤੁਕ ਦੇ ਆਧਾਰ ਤੇ ਗੱਲ ਕੀਤੀ ਹੈ। ਇਹਦੀ ਅੱਗੇ ਵਿਚਾਰਧਾਰਾ ਆਪਾਂ ਫਿਰ ਕਰਾਂਗੇ, ਬਟ ਮੈਂ ਤੁਹਾਨੂੰ ਦੱਸ ਰਿਹਾ ਮੈਂ ਇਹ ਤੁਕ ਨੂੰ ਸੱਚ ਮੰਨ ਕੇ ਹੀ ਇਹ ਵਿਚਾਰ ਕਰ ਰਿਹਾ ਕਿ ਨਹੀਂ ਹੋਤ ਕਛ ਦੁਬਾਰਾ, ਨਹੀਂ ਹੋਤ ਕਛ ਦੁਬਾਰਾ, ਕਰਨੇ ਹਾਰ ਨਾ ਭੁੱਲਣ ਹਾਰ। ਮੈਂ ਇਸ ਤੁਕ ਨੂੰ ਆਧਾਰ ਬਣਾ ਕੇ ਹੀ ਗੱਲ ਕਰ ਰਿਹਾ ਵੀਰ ਜੀ। ਅੰਦਰਲੀ ਸ੍ਰਿਸ਼ਟੀ ਵਿੱਚ ਜਦੋਂ ਕਰਨੇ ਹਾਰ ਜਿਹੜਾ ਸੱਚ ਰੂਪੀ ਪ੍ਰਮਾਤਮਾ ਬਣੇਗਾ, ਉਸ ਦਿਨ ਤੋਂ ਬਾਅਦ ਸਾਡੇ ਅੰਦਰ ਵੀ ਜਿਹੜਾ ਕੂੜ ਦਾ ਪਸਾਰਾ ਕਦੀ ਨਹੀਂ ਹੋਇਆ। ਉਹ ਇਹ ਦੋਨੋਂ ਪਾਸੇ ਹੈ, ਮੈਂ ਤੁਹਾਨੂੰ ਕਰ ਰਿਹਾ ਕਿਉਂਕਿ ਇੱਕ ਪੰਕਤੀ ਹੋਰ ਆਉਂਦੀ ਹੈ ਨਾ, ਇਹ ਜਗ ਰਚਨਾ ਸਭ ਝੂਠ ਲੈ ਜਾਣ ਲਿਓ ਮਨ ਮਾਹੇ। ਵੀਰ ਜੀ ਇਹ ਜਗ ਰਚਨਾ ਸਭ ਝੂਠ ਹੈ। ਝੂਠ तो की ਹੈਗਾ ਕਿ ਜਿਨਸੇ ਸਦੀਵ ਨਹੀਂ ਰਹਿਣਾ, ਉਹ ਝੂਠ ਹੈ। ਸਦੀਵ ਪਰਮਾਤਮਾ ਨਹੀਂ ਰਹਿਣਾ। ਸਹੀ ਆਖ ਰਹੇ ਹੋ ਸਤਬੀਰ ਜੀ। ਪਤਾ ਕੀ ਹੈ, ਤੁਸੀਂ ਤੁਕਾਂ ਬਹੁਤ ਸੋਹਣੀਆਂ ਕੋਟ ਕਰ ਰਹੇ ਹੋ, ਬਟ ਪਤਾ ਕੀ ਹੈ ਜੀ, ਅਸੀਂ ਨਾ ਸਾਰਿਆਂ ਨੇ ਨਾ ਜਗ ਦੀ ਡੈਫੀਨੇਸ਼ਨ ਹੋਰ ਸਮਝੀ ਹੋਈ ਹੈ। ਗੁਰਬਾਣੀ ਦੀ ਡੈਫੀਨੇਸ਼ਨ ਹੋਰ ਹੈ, ਗੁਰਬਾਣੀ ਦੀ ਜਗ ਦੀ ਡੈਫੀਨੇਸ਼ਨ ਹੋਰ ਹੈ, ਕੁਦਰਤ ਦੀ ਡੈਫੀਨੇਸ਼ਨ ਹੋਰ ਹੈ, ਸਿੱਖ ਦੀ ਡੈਫੀਨੇਸ਼ਨ ਹੋਰ ਹੈ। ਅਸੀਂ ਉਹੀ ਤਾਂ ਗੱਲ ਕਰ ਰਹੇ, ਹਰੇਕ ਡੈਫੀਨੇਸ਼ਨ ਤੇ ਗੁਰਬਾਣੀ ਦੇ ਮੁਤਾਬਕ ਸਮਝਿਆ ਕਰੇ। ਗੁਰਬਾਣੀ ਜਗ ਕਿਸ ਨੂੰ ਕਹਿੰਦੀ ਹੈ, ਸੰਸਾਰ ਕਿਸ ਨੂੰ ਕਹਿੰਦੀ ਹੈ, ਗੁਰਬਾਣੀ ਦਾ ਸਿੱਖ ਕੌਣ ਹੈ, ਉਹ ਅਲੱਗ ਚੀਜ਼ ਹੈ। ਤੁਸੀਂ ਤੁਕਾਂ ਬਹੁਤ ਸੋਹਣੀਆਂ ਕੋਡ ਕਰਦੇ, ਲੇਕਿਨ ਉਹਦੇ ਭਾਵ ਅਰਥ ਤੱਕ ਨਹੀਂ ਅਸੀਂ ਜਾ ਪਾਉਂਦੇ। ਵੀਰ ਜੀ ਮੇਰਾ ਇਹ ਮੰਨਣਾ ਹੈ ਕਿ ਗੁਰਬਾਣੀ ਦੀ ਤੁਕ ਭਾਵੇਂ ਅੰਦਰ ਫਿੱਟ ਕਰ ਲੋ, ਭਾਵੇਂ ਬਾਹਰ ਫਿੱਟ ਕਰ ਲੋ, ਉਹ 100% ਸੱਚ ਹੈ। ਹਾਂ, ਗੁਰਬਾਣੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਬਾਹਰ ਫਿੱਟ ਕੀਤੀ ਤੇ ਝੂਠ ਹੈ, ਅੰਦਰ ਫਿੱਟ ਕੀਤੀ ਤੇ ਸੱਚ ਹੈ। ਗੁਰਬਾਣੀ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਬ੍ਰਹਮੰਡ ਵਿੱਚ ਹੈ ਤਈਓ ਪਿੰਡ ਵਿੱਚ ਹੈ। ਅਸੀਂ ਬਿਲਕੁਲ ਇਹ ਨਹੀਂ ਕਹਿ ਸਕਦੇ ਕਿ ਬਾਹਰ ਸੱਚ ਨਹੀਂ ਹੈ। ਬਾਹਰ ਵੀ ਸੱਚ ਹੈ ਤੇ ਅੰਦਰ ਵੀ ਸੱਚ ਹੈ। ਉਸ ਭੇਦ ਨੂੰ ਜਾਣਨ ਦੀ ਲੋੜ ਹੈ। ਨਹੀਂ ਹੋਤ ਕਿਛ ਦੋ ਬਾਰਾ ਦਾ ਅਰਥ ਇਸ ਤਰ੍ਹਾਂ ਨਹੀਂ ਹੈਗਾ। ਨਹੀਂ ਹੋ ਤਾਂ ਕੁਛ ਦੋ ਬਾਰਾ ਦਾ ਅਰਥ ਹੈ ਵੀ ਜੋ ਕੁਛ ਉਹ ਕਰਦਾ ਹੈ ਸੋ ਇੱਕੋ ਵਾਰੀ ਕਰਦਾ, ਗਲਤੀ ਕਰਕੇ ਦੁਬਾਰਾ ਉਹਨੂੰ ਠੀਕ ਨਹੀਂ ਕਰਦਾ, ਏਦਾਂ ਨਹੀਂ ਹੈ। ਨਹੀਂ ਹੋਤ ਕੁਛ ਦੋ ਬਾਰਾ ਦਾ ਅਰਥ ਹੈ ਵੀ ਜੋ ਕੁਛ ਵੀ ਉਹ ਕਰਦਾ ਹੈ ਇੱਕੋ ਵਾਰ ਹੀ ਕਰਦਾ ਹੈ। ਭਾਵ ਉਹਦਾ ਕੀਤਾ ਹੋਇਆ ਸਦਾ ਸਦੀਵ ਇੱਕ ਵਾਰ ਚ ਹੀ ਹੁੰਦਾ ਹੈ। ਦੋ ਬਾਰਾ ਦਾ ਜੋ ਕੁਛ ਸੋ ਇੱਕ ਵਾਰ ਤੋਂ ਭਾਵ ਉਹ ਗਲਤੀ ਨਹੀਂ ਕਰਦਾ। ਦੋ ਬਾਰਾ ਦਾ ਅਰਥ ਹੈ ਵੀ ਉਹ ਗਲਤੀ ਨਹੀਂ ਕਰਦਾ, ਜੋ ਕੁਛ ਵੀ ਕਰਦਾ ਉਹ ਸਹੀ ਕਰਦਾ ਹੈ। ਠੀਕ ਬੋਲ ਰਹੇ ਹੋ ਵੀਰ ਜੀ, ਠੀਕ ਬੋਲ ਰਹੇ ਹੋ, ਮੇਰੀ ਵਾਲੀ ਗੱਲ ਹੀ ਬੋਲ ਰਹੇ ਹੋ, ਬਿਲਕੁਲ ਠੀਕ ਬੋਲ ਰਹੇ ਹੋ ਵੀਰ ਜੀ। ਗੁਸਤਾਖੀ ਮਾਫ ਚਲੋ ਸਮਾਂ ਮਾਫੀ ਮੰਗਦੇ। ਠੀਕ ਬੋਲਿਆ ਵੀਰ ਜੀ, ਠੀਕ ਬੋਲਿਆ ਤੁਸੀਂ ਵੀ, ਸਹੀ ਉਹੀ ਬੋਲਿਆ। ਪਰਫੈਕਟ ਬੋਲਿਆ ਤੁਸੀਂ ਵੀ, ਸਹੀ ਬੋਲਿਆ ਜੀ ਵੀਰ ਜੀ। ਇਸ ਤੇ ਬਾਬਤ ਬੋਲ ਚੁੱਕੇ। ਵਾਹਿਗੁਰੂ ਜੀ।